बहुत ही सत्कारयोग ਵੱਖ-ਵੱਖ ਥਾਵਾਂ ਤੋਂ ਜੁੜੇ ਮਿੰਨੀ ਕਹਾਣੀ ਲੇਖਕ ਅਤੇ ਵਿਦਵਾਨ ਸਾਰਿਆਂ ਦਾ ਅਸੀਂ ਅੱਜ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਸਰਦ ਰੁੱਤ ਦੇ ਨਾਰੀ ਮਿੰਨੀ ਕਹਾਣੀ ਦਰਬਾਰ ਵਿੱਚ ਬਹੁਤ-ਬਹੁਤ ਸਵਾਗਤ ਕਰਦੇ ਹਾਂ ਅਤੇ ਜੀ ਆਇਆਂ ਨੂੰ ਆਖਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਰੇ ਹੀ ਸਰੋਤਿਆਂ ਨੂੰ ਨਾਲ ਜੁੜੇ ਲੇਖਕਾਂ ਅਤੇ ਵਿਦਵਾਨਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ। ਇਹ ਸਾਲ ਸਮੁੱਚੀ ਲੋਕਾਈ ਦੇ ਲਈ ਖੁਸ਼ੀਆਂ ਅਤੇ ਖੇੜਿਆਂ ਨਾਲ ਭਰਪੂਰ ਹੋਵੇ, ਇਹੋ ਕਾਮਨਾ ਹੈ। ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਲਗਾਤਾਰ ਇਸ ਵਿਧਾ ਦੇ ਵਿਕਾਸ ਦੇ ਲਈ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਅਸੀਂ ਫਿਜ਼ੀਕਲ ਰੂਪ ਦੇ ਵਿੱਚ ਮੌਜੂਦ ਪ੍ਰੋਗਰਾਮ ਕਰਦੇ ਹਾਂ, ਉੱਥੇ ਜਿਹੜੇ ਆਨਲਾਈਨ ਪ੍ਰੋਗਰਾਮ ਨੇ ਉਹ ਵੀ ਸਮੇਂ-ਸਮੇਂ ਸਿਰ ਆਯੋਜਿਤ ਕੀਤੇ ਜਾਂਦੇ ਹਨ। ਖਾਸ ਤੌਰ ਤੇ ਜੋ ਪਿਛਲੇ ਦਿਨਾਂ ਦੇ ਵਿੱਚ ਸਮਾਗਮ ਹੋਏ, ਉਹਨਾਂ ਦੇ ਵਿੱਚ ਜੋ ਸਾਡੀਆਂ ਇਸਤਰੀ ਲੇਖਿਕਾਵਾਂ ਨੇ, ਨਾਰੀ ਲੇਖਿਕਾਵਾਂ ਨੇ, ਉਹਨਾਂ ਨੂੰ ਥੋੜਾ ਜਿਹਾ ਘੱਟ ਮੌਕਾ ਮਿਲ ਸਕਿਆ। ਇਸ ਕਰਕੇ ਵਿਚਾਰ ਕੀਤਾ ਗਿਆ ਇਸ ਮੰਚ ਦੀ ਆਗੂ ਟੀਮ ਵੱਲੋਂ ਕਿ ਇੱਕ ਵਿਸ਼ੇਸ਼ ਰੂਪ ਦੇ ਵਿੱਚ ਜੋ ਇਸਤਰੀ ਲੇਖਿਕਾਵਾਂ ਮਿੰਨੀ ਕਹਾਣੀ ਦੇ ਵਿੱਚ ਸਰਗਰਮ ਹਨ, ਉਹਨਾਂ ਦੀਆਂ ਰਚਨਾਵਾਂ ਨੂੰ ਸੁਣਿਆ ਜਾਵੇ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਕੀਤਾ ਜਾਵੇ। ਉਸ ਦੇ ਤਹਿਤ ਹੀ ਅਸੀਂ ਅੱਜ ਜੋ ਇਹ ਸਰਦ ਰੁੱਤ ਦਾ ਮਿੰਨੀ ਕਹਾਣੀ ਦਰਬਾਰ ਹੈ ਇਹ ਕਰ ਰਹੇ ਹਾਂ। ਇਸ ਦੇ ਵਿੱਚ 10 ਨਾਰੀ ਲੇਖਿਕਾਵਾਂ ਨੇ ਆਪੋ ਆਪਣੀਆਂ ਮਿੰਨੀ ਕਹਾਣੀਆਂ ਦਾ ਪਾਠ ਕਰਨਾ ਹੈ, ਜਿਨ੍ਹਾਂ ਦੇ ਉੱਪਰ ਸਾਡੇ ਕੋਲ ਵਿਸ਼ੇਸ਼ ਤੌਰ ਤੇ ਦਿੱਲੀ ਯੂਨੀਵਰਸਿਟੀ ਤੋਂ ਡਾਕਟਰ ਦੀਪਕ ਕੁਮਾਰ ਜੀ ਅਤੇ ਸਾਡੇ ਮਿੰਨੀ ਕਹਾਣੀ ਲੇਖਕ ਮੰਚ ਦੇ ਸਰਪ੍ਰਸਤ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਆਪਣੀਆਂ ਟਿੱਪਣੀਆਂ ਕਰਨਗੇ, ਆਲੋਚਨਾਤਮਕ ਵਿਆਖਿਆ ਕਰਨਗੇ। ਸਭ ਤੋਂ ਇਹ ਵੀ ਬੇਨਤੀ ਹੈ ਵੀ ਜਦੋਂ ਵੀ ਕਿਸੇ ਲੇਖਕ ਨੇ, ਲੇਖਿਕਾ ਨੇ ਆਪਣੀ ਰਚਨਾ ਪੜ੍ਹਨੀ ਹੈ ਤਾਂ ਉਹ ਆਪਣੀ ਵੀਡੀਓ ਨੂੰ ਆਨ ਕਰ ਲਵੇ ਤੇ ਬਾਕੀ ਸਾਰੇ ਜੋ ਸਾਡੇ ਸਰੋਤੇ ਨੇ, ਜੁੜੇ ਹੋਏ ਨਾਲ ਸੱਜਣ ਨੇ, ਉਹ ਆਪੋ ਆਪਣੇ ਜਿਹੜੇ ਸਪੀਕਰ ਨੇ ਜਾਂ ਫੋਨ ਨੇ ਉਹ ਮਿਊਟ ਕਰ ਲੈਣ ਤਾਂ ਕਿ ਰਚਨਾ ਪੜ੍ਹਨ ਵਾਲੇ ਨੂੰ ਕਿਸੇ ਤਰ੍ਹਾਂ ਦੀ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ। ਸਾਡੀ ਕੋਸ਼ਿਸ਼ ਰਹੇਗੀ ਕਿ ਪ੍ਰੋਗਰਾਮ ਨੂੰ ਅਸੀਂ ਮਿੱਥੇ ਸਮੇਂ ਦੇ ਵਿੱਚ ਹੀ ਸਮਾਪਤ ਕਰ ਸਕੀਏ, ਕਿਉਂਕਿ ਸਾਡੇ ਕੋਲ ਜੋ ਰਚਨਾਵਾਂ ਨੇ, ਰਚਨਾਵਾਂ ਦਾ ਪਾਠ ਹੋਣਾ ਹੈ ਉਹ 10 ਲੇਖਿਕਾਵਾਂ ਨੇ। ਇਸ ਦੇ ਨਾਲ ਹੀ ਸਾਡੇ ਕੋਲ ਜਿਹੜੇ ਮਿੰਨੀ ਕਹਾਣੀ ਲੇਖਕ ਮੰਚ ਨਾਲ ਜੁੜੀਆਂ ਹੋਈਆਂ ਲੇਖਿਕਾਵਾਂ ਨੇ, ਬੇਸ਼ੱਕ ਉਹ ਘੱਟ ਨੇ, ਪਰ ਜੋ ਮਿੰਨੀ ਕਹਾਣੀ ਲਿਖ ਰਹੀਆਂ ਨੇ ਉਹਨਾਂ ਵਿੱਚੋਂ ਸਾਨੂੰ ਕਾਫੀ ਸਾਰਿਆਂ ਦਾ ਮਤਲਬ ਇੱਛਾ ਆਈ ਸੀ ਵੀ ਅਸੀਂ ਪਾਠ ਕਰਨਾ ਹੈ। ਇਸ ਕਰਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਲੇਖਿਕਾਵਾਂ ਵੀ ਨੇ ਜਿਹੜੀਆਂ ਪਹਿਲੀ ਵਾਰ ਇਸ ਕਿਸਮ ਦੇ ਪ੍ਰੋਗਰਾਮ ਵਿੱਚ ਭਾਗ ਲੈ ਰਹੀਆਂ ਹਨ। ਉਹਨਾਂ ਨੂੰ ਵੀ ਪਤਾ ਚੱਲੇਗਾ ਵੀ ਜੋ ਮਿੰਨੀ ਕਹਾਣੀ ਹੈ ਉਹਦੀ ਆਲੋਚਨਾ ਜਾਂ ਉਸ ਦਾ ਜਿਹੜਾ ਪੱਧਰ ਹੈ ਉਹ ਕਿਹੋ ਜਿਹਾ ਹੈ। ਕਿਉਂ ਜਦੋਂ ਸਾਡੇ ਵਿਦਵਾਨ ਆਪਣੀਆਂ ਟਿੱਪਣੀਆਂ ਕਰਨਗੇ ਤਾਂ ਉਹ ਇਸ ਤੋਂ ਵੀ ਭਲੀ ਭਾਂਤ ਜਾਣੂ ਹੋ ਸਕਣਗੀਆਂ, ਕਿਉਂਕਿ ਜਿਨ੍ਹਾਂ ਨੇ ਜੁਗਨੂਆਂ ਦੇ ਅੰਗ ਸੰਗ ਵਰਕਸ਼ਾਪ ਅਟੈਂਡ ਕੀਤੀ ਹੈ ਉਹ ਤਾਂ ਇਸ ਦੇ ਵਿਧੀ ਵਿਧਾਨ ਤੋਂ ਭਲੀ ਭਾਂਤ ਜਾਣਦੇ ਨੇ ਜਾਂ ਜਾਣਦੀਆਂ ਹਨ, ਪਰ ਜੋ ਲੇਖਕ ਜਾਂ ਲੇਖਿਕਾਵਾਂ ਨੇ ਮਿੰਨੀ ਕਹਾਣੀ ਦੀ ਵਰਕਸ਼ਾਪ ਅਟੈਂਡ ਨਹੀਂ ਕੀਤੀ ਤਾਂ ਉਹਨਾਂ ਦੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਹੁੰਦੇ ਨੇ ਤੇ ਬਹੁਤ ਸਾਰੀਆਂ ਧਾਰਨਾਵਾਂ ਵੀ ਹੁੰਦੀਆਂ ਨੇ ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੁੰਦਾ ਹੈ। ਹੁਣ ਮੈਂ ਬਿਨਾਂ ਕਿਸੇ ਦੇਰੀ ਤੇ ਬੇਨਤੀ ਕਰਾਂਗਾ, ਸਾਡੇ ਨਾਲ ਜੁੜੇ ਨੇ ਵਿਕਰਮਜੀਤ ਨੂਰ ਜੀ, ਡਾਕਟਰ ਨੈਣ ਮੰਡੇਰ ਜੀ, ਹਰਭਜਨ ਖੇਮਕਰਨੀ ਜੀ ਤੇ ਉਹ ਸਾਰੇ ਸੱਜਣ, ਅਸੀਂ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਤੇ ਜੀ ਆਇਆਂ ਨੂੰ ਆਖਦੇ ਹਾਂ। ਮੈਂ ਮੰਚ ਦੇ ਕਨਵੀਨਰ ਹਰਭਜਨ ਖੇਮਕਰਨੀ ਜੀ ਨੂੰ ਕਹਾਂਗਾ ਕਿ ਉਹ ਆਏ ਹੋਏ ਵਿਦਵਾਨਾਂ ਦਾ ਸ਼ਾਮਲ ਸਾਡੇ ਨਾਲ ਜਿਹੜੇ ਜੁੜੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਆਖਣ, ਉਹਨਾਂ ਦਾ ਸਵਾਗਤ ਕਰਨਾ। ਹਰਭਜਨ ਖੇਮਕਰਨੀ। ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਮਿੰਨੀ ਤ੍ਰੈਮਾਸਕ ਅਤੇ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਦੇ ਸਹਿਯੋਗ ਨਾਲ ਸਰਦ ਰੁੱਤ ਦਾ ਨਾਰੀ ਮਿੰਨੀ ਕਹਾਣੀ ਸਮਾਗਮ ਵਿੱਚ ਸ਼ਾਮਲ ਲੇਖਿਕਾਵਾਂ, ਆਲੋਚਕਾਂ, ਆਯੋਜਕਾਂ ਅਤੇ ਸਰੋਤਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਸ਼ੁਭ ਕਾਮਨਾਵਾਂ ਤੇ ਵਧਾਈਆਂ ਤੇ ਇਹ ਸਾਲ ਜਿਹੜਾ ਹੈ ਖੁਸ਼ੀਆਂ ਭਰਿਆ ਬੀਤੇ। ਮਿੰਨੀ ਕਹਾਣੀ ਵਿੱਚ ਇਸ ਆਧੁਨਿਕ ਵਿਕਾਸ ਲਈ ਵੱਖੋ ਵੱਖ ਸੰਸਥਾਵਾਂ ਆਪਣੇ ਆਪਣੇ ਥਾਂ ਤੇ ਯਤਨਸ਼ੀਲ ਹਨ, ਪਰ ਜਿਵੇਂ ਕਿ ਕੁਲਰੀਆ ਸਾਹਿਬ ਨੇ ਬਰੀਫ ਕਰਕੇ ਦੱਸਿਆ ਹੈ
ਕਿ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਵੱਲੋਂ ਵੀ ਇਸ ਦੇ ਵਿਕਾਸ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੇ ਵਿੱਚ ਰੋਲ ਮਿੰਨੀ ਕਹਾਣੀ ਮੈਗਜ਼ੀਨ ਮਿੰਨੀ ਤ੍ਰੈਮਾਸਕ ਲਗਾਤਾਰ 1988 ਤੋਂ ਛਪ ਰਿਹਾ ਹੈ, ਔਰ ਮਿੰਨੀ ਅੰਤਰਰਾਜੀ ਮਿੰਨੀ ਕਹਾਣੀ ਸਮਾਗਮ ਔਰ ਤ੍ਰੈਮਾਸਕ ਜੁਗਨੂਆਂ ਦੇ ਅੰਗ ਸੰਗ ਸਮਾਗਮ ਵੀ ਇਸ ਮੰਚ ਵੱਲੋਂ ਕਰਵਾਏ ਜਾ ਰਹੇ ਹਨ। ਵਿਸ਼ੇਸ਼ਤਾ ਇਹ ਹੈ ਕਿ ਇਹ ਹਰ ਸਾਲ ਮਿੰਨੀ ਕਹਾਣੀ ਮੁਕਾਬਲੇ ਅਤੇ ਮਿੰਨੀ ਕਹਾਣੀ ਦੀਆਂ ਸੰਪਾਦਿਤ ਪੁਸਤਕਾਂ ਛਾਪ ਕੇ ਤੇ ਨਵੀਆਂ ਕਲਮਾਂ ਨੂੰ ਉਤਸ਼ਾਹਿਤ ਵੀ ਕਰਦਾ ਹੈ ਅਤੇ ਆਲੋਚਕਾਂ ਅਤੇ ਸਮਾਜਿਕ ਕੰਮਾਂ ਵਿੱਚ ਰੁਝੇਵੇਂ ਰੱਖਣ ਵਾਲੇ ਲੇਖਕਾਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਮਾਗਮ ਦੇ ਬਾਰੇ ਕੁਲਰੀਆ ਸਾਹਿਬ ਨੇ ਬਰੀਫ ਕਰਕੇ ਬੜਾ ਕੁਝ ਤੁਹਾਨੂੰ ਜਾਣਕਾਰੀ ਦੇ ਦਿੱਤੀ ਹੈ, ਤੇ ਫਿਰ ਵੀ ਮੇਰਾ ਫਰਜ਼ ਬਣਦਾ ਹੈ ਕਿ ਇਸ ਸਮਾਗਮ ਦੇ ਆਯੋਜਕ ਜਗਦੀਸ਼ ਰਾਏ ਕੁਲਰੀਆ ਅਤੇ ਮਹਿੰਦਰਪਾਲ ਬਰੇਟਾ ਦਾ ਵੀ ਵਿਸ਼ੇਸ਼ ਤੌਰ ਤੇ ਮੰਚ ਧੰਨਵਾਦੀ ਹੈ, ਜਿਨ੍ਹਾਂ ਨੇ ਸਾਲ 222 ਦੇ ਆਮਦ ਤੇ ਸਰਦ ਰੁੱਤ ਦਾ ਨਾਰੀ ਮਿੰਨੀ ਕਹਾਣੀ ਦਰਬਾਰ ਕਰਾਉਣ ਦੀ ਜ਼ਿੰਮੇਵਾਰੀ ਲਈ ਹੈ। ਕਲਾਉਡੀ HD VD ਜ਼ੂਮ ਦੇ ਪ੍ਰਬੰਧਕਾਂ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਇਸ ਪ੍ਰੋਗਰਾਮ ਲਈ ਸਮਾਂ ਦਿੱਤਾ ਹੈ। ਹੁਣ ਮੈਂ ਕੁਲਰੀਆ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਸੈਮੀਨਾਰ ਨੂੰ ਵਿਧੀਵਤ ਤਰੀਕੇ ਨਾਲ ਚਲਾਵੇ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਖੇਮਕਰਨੀ ਸਾਹਿਬ, ਤੁਸੀਂ ਆਪਣੇ ਆਸ਼ੀਰਵਾਦ ਰੂਪੀ ਸ਼ਬਦ ਸਾਡੇ ਨਾਲ ਸਾਂਝੇ ਕੀਤੇ। ਮੈਂ ਹੁਣ ਬੇਨਤੀ ਕਰਾਂਗਾ, ਸਾਡੇ ਨਾਲ ਹਰਿਆਣਾ ਤੋਂ ਜੁੜੇ ਨੇ ਮੈਡਮ ਮਨਜੀਤ ਕੌਰ ਅੰਬਾਲਵੀ ਜੀ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਮੈਡਮ ਮਨਜੀਤ ਕੌਰ ਅੰਬਾਲਵੀ। ਸਾਰੇ ਅਦੀਬਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਇੰਨਾ ਹੀ ਕਹਿੰਦੀ ਹੋਈ ਮੈਂ ਆਪਣੀ ਕਹਾਣੀ, ਜਿਸ ਦਾ ਸਿਰਲੇਖ ਹੈ ਜ਼ਿੰਮੇਵਾਰੀ, ਪੇਸ਼ ਕਰ ਰਹੀ ਹਾਂ ਜੀ। ਸਵਖਤੇ ਹੀ ਮੋਬਾਇਲ ਫੋਨ ਤੇ ਟਿਕ ਟਿਕੀ ਲਗਾਈ ਬੈਠੇ ਪੁੱਤਰ ਨੂੰ ਵੇਖ ਸੋਹਣ ਸਿੰਘ ਅੰਦਰ ਹੀ ਅੰਦਰ ਕੁੜਦਾ ਰਹਿੰਦਾ, ਮੂੰਹ ਵਿੱਚ ਹੀ ਬੁੜਬੜਾਉਂਦਿਆਂ ਆਖਦਾ, ਪਤਾ ਨਹੀਂ ਕੀ ਵੇਖਦਾ ਰਹਿੰਦਾ, ਕਿਸੇ ਘੜੀ ਟੇਕ ਹੀ ਨਹੀਂ ਇਸਨੂੰ, ਕਦੇ ਬੱਚਿਆਂ ਨੂੰ ਨਹੀਂ ਵੇਖਣਾ। 2 ਬੱਚੇ ਦਿੱਤੇ ਰੱਬ ਨੇ, ਅਨਮੋਲ ਦਾਤ, ਉਹਦੀ ਚੰਗੀ ਤਰ੍ਹਾਂ ਸਾਂਭ ਸੰਭਾਲ ਕਰਨੀ ਕਿੰਨੀ ਜ਼ਰੂਰੀ ਹੈ। ਪਰ ਇਹ ਮੁੰਡਾ ਸਮਝਦਾ ਹੀ ਨਹੀਂ। ਜੇ ਆਪ ਹੀ ਮੋਬਾਇਲ ਨਹੀਂ ਛੱਡੇਗਾ ਤਾਂ ਬੱਚੇ ਕੀ ਸਿੱਖਣਗੇ? ਬੱਚਿਆਂ ਨੇ ਵੀ ਵਿਗੜਨਾ ਹੀ ਹੈ। ਦਾਦਾ ਜੀ ਬਹੁਤ ਚਿੰਤਾ 'ਚ ਰਹਿੰਦੇ ਤੇ ਅਕਸਰ ਪੁੱਤਰ ਨੂੰ ਕੁਝ ਨਾ ਕੁਝ ਬੋਲਦੇ ਰਹਿੰਦੇ ਕਿ ਸ਼ਾਇਦ ਉਹ ਕੁਝ ਸੁਣੇ ਤੇ ਬਦਲਣ ਦੀ ਕੋਸ਼ਿਸ਼ ਕਰੇ। ਪਰ ਨਹੀਂ, ਉਹ ਨਹੀਂ ਬਦਲਿਆ। ਸੋਹਣ ਸਿੰਘ ਨੂੰ ਪੁੱਤਰ ਤੇ ਬਹੁਤ ਗੁੱਸਾ ਆਉਂਦਾ, ਖੂਨ ਖੌਲਦਾ, ਪਰ ਕਰ ਕੁਝ ਵੀ ਨਾ ਸਕਦਾ। ਜਦੋਂ ਬੱਚੇ ਵੀ ਆਪਣੇ ਆਪਣੇ ਮੋਬਾਇਲ ਤੇ ਬੈਠੇ ਰਹਿੰਦੇ ਤਾਂ ਉਸਨੂੰ ਹੋਰ ਵੀ ਫਿਕਰ ਹੋ ਜਾਂਦਾ, ਕੀ ਹੋਣਾ ਹੈ ਇਹਨਾਂ ਜਵਾਕਾਂ ਦਾ? ਅੱਖਾਂ ਇਹਨਾਂ ਦੀਆਂ ਨਹੀਂ ਰਹਿਣੀਆਂ, ਦਿਮਾਗ ਇਹਨਾਂ ਦੇ ਨਹੀਂ ਰਹਿਣੇ, ਸਿਹਤ ਹੀ ਨਾ ਰਹੀ ਤਾਂ ਲੱਲਰ ਕੀ ਲਾਉਣੇ ਨੇ ਇਹਨਾਂ? ਰਿਸ਼ਤੇ ਨਾਤੇ ਤਾਂ ਇਸ ਡੱਬੀ ਵਿੱਚ ਹੀ ਬੰਦ ਹੋ ਕੇ ਰਹਿ ਗਏ। ਦਾਤਾ ਮਿਹਰ ਕਰੇ। ਬਾਪੂ ਜੀ ਕਿਆ ਸਾਰਾ ਦਿਨ ਸਿਰ ਖਾਈ ਜਾਂਦੇ ਹੋ? ਕਦੇ ਤਾਂ ਸ਼ਾਂਤ ਰਿਹਾ ਕਰੋ। ਮੋਬਾਇਲ ਵੇਖਣਾ ਅੱਜ ਦੀ ਜ਼ਰੂਰਤ ਹੈ, ਐਵੇਂ ਨਾ ਪਰੇਸ਼ਾਨ ਹੋਈ ਜਾਇਆ ਕਰੋ। ਸੁਖਵੀਰ ਉੱਚੀ ਉੱਚੀ ਬੋਲਿਆ। ਹਾਂ ਤੈਨੂੰ ਤਾਂ ਮੈਂ ਸਿਰ ਖਾਂਦਾ ਹੀ ਲੱਗਣਾ ਹੁਣ। ਅੱਗੇ ਮੈਂ ਬਾਪ ਸਾਂ, ਹੁਣ ਤੂੰ ਵੀ ਤਾਂ ਬਾਪ ਹੈ। ਬੱਚਿਆਂ ਨੂੰ ਕਿਸ ਤਰ੍ਹਾਂ ਰੱਖਣਾ ਚਾਹੀਦਾ ਹੈ, ਇੱਕ ਪਿਓ ਹੋਣ ਦੇ ਨਾਤੇ ਤੈਨੂੰ ਨਹੀਂ ਸੋਚਣਾ ਚਾਹੀਦਾ? ਗਿਆਨ ਕੌਰ ਹੁੰਦੀ ਤਾਂ ਵੇਖ ਲੈਂਦੀ ਬੱਚਿਆਂ ਨੂੰ, ਉਹ ਵੀ ਨਹੀਂ ਰਹੀ। ਚੰਗਾ ਹੀ ਹੈ ਨਹੀਂ ਰਹੀ, ਉਹਨੇ ਵੀ ਕਲਪਦੀ ਰਹਿਣਾ ਸੀ। ਕਾਹਨੂੰ ਸਹਿ ਹੁੰਦੀਆਂ ਇਹੋ ਜਿਹੀਆਂ ਗੱਲਾਂ, ਖੌਰੂ ਪੈਂਦਾ ਰਹਿੰਦਾ ਦਿਲ ਦਿਮਾਗ ਵਿੱਚ, ਸਿਰ ਫਟਣ ਵਾਲਾ ਹੋ ਜਾਂਦਾ। ਸੋਹਣ ਸਿੰਘ ਦਾ ਦਿਲ ਕਰਦਾ ਕਿਧਰੇ ਚਲਾ ਹੀ ਜਾਵੇ। ਬਾਪ ਪੁੱਤ ਦੀ ਬਹਿਸ ਸੁਣ ਕੇ ਸਿਮਰਜੀਤ ਪਰੇਸ਼ਾਨ ਹੋ ਜਾਂਦੀ ਤੇ ਠੰਡ ਵਿੱਚ ਵੀ ਵਿਹੜੇ ਵਿੱਚ ਨਿਕਲ ਆਉਂਦੀ, ਤੇਜ਼ ਇੱਧਰ ਤੋਂ ਉੱਧਰ, ਉੱਧਰ ਤੋਂ ਇੱਧਰ ਚੱਕਰ ਲਗਾਉਣ ਲੱਗ ਜਾਂਦੀ। ਉਹਨੂੰ ਡਰ ਹੁੰਦਾ ਕਿ ਇਹਨਾਂ ਦੀ ਲੜਾਈ ਵਿੱਚ ਵੱਧ ਨਾ ਜਾਵੇ। ਉਹ ਬਾਪੂ ਜੀ ਦੇ ਸਾਹਮਣੇ ਪਤੀ ਨੂੰ ਵੀ ਕੁਝ ਨਾ ਆਖਦੀ, ਪਰ ਅੰਦਰੋਂ ਸੁਖਵੀਰ ਸਿੰਘ ਦੇ ਰਵੱਈਏ ਤੋਂ ਉਹ ਵੀ ਦੁਖੀ ਹੀ ਹੁੰਦੀ। ਹਰ ਦੂਜੇ ਤੀਜੇ ਦਿਨ ਇਹ ਬਹਿਸ ਹੁੰਦੀ ਹੀ ਹੁੰਦੀ। ਨਾ ਸੁਖਵੀਰ ਬਦਲਿਆ, ਨਾ ਬਾਪੂ ਜੀ ਆਖਣੋਂ ਹਟੇ। ਉਹਨਾਂ ਦੇ ਅੰਦਰੋਂ ਅੰਦਰ ਹੀ ਉਬਾਲ ਉੱਠਦੇ ਰਹਿੰਦੇ। ਹੈ ਤਾਂ ਉਹਨਾਂ ਦੀ ਆਸ ਮੁਰਾਦ ਹੀ, ਕਿਵੇਂ ਵੇਖ ਸਕਦੇ ਸੀ ਉਹ? ਐਤਵਾਰ ਦੇ ਦਿਨ ਵੀ ਉਸਦਾ ਉਹੀ ਕੰਮ, ਬਸ ਮੋਬਾਇਲ ਤੇ ਉਹ। ਨਾ ਕੋਈ ਘਰ ਦਾ ਕੰਮ ਵੇਖਣਾ, ਨਾ ਬੱਚੇ। ਘਰ ਦੀ ਛੋਟੀ ਮੋਟੀ ਚੀਜ਼ ਖਰਾਬ ਹੋਊ ਤਾਂ ਬਾਪੂ ਹੀ ਠੀਕ ਕਰੂ ਜਾਂ ਕਰਵਾਊ। ਉਹਨੂੰ ਚੜੇ ਉਤਰੇ ਦਾ ਕੋਈ ਪਤਾ ਨਹੀਂ। ਉੱਠ ਜਾ ਹੁਣ ਤਾਂ ਪੁੱਤ, ਕਦੇ ਇਹ ਬੈੱਡ ਵੀ ਛੱਡ ਦਿਆ ਕਰ, ਲੱਗਦਾ ਤੇਰਾ ਇਹ ਸਿੰਘਾਸਨ ਹੀ ਬਣ ਗਿਆ।
तेरी दुनिया ਤਾਂ ਇਹ ਛੋਟੀ ਜਿਹੀ ਡੱਬੀ ਤੱਕ ਹੀ ਸਿਮਟ ਕੇ ਰਹਿ ਗਈ। ਹੋਰ ਰਿਸ਼ਤੇ ਨਾਤੇ ਗਏ ਖੂਹ ਖਾਤੇ ਵਿੱਚ। ਮੈਂ ਤਾਂ ਤੰਗ ਆ ਗਿਆ ਰੋਜ਼ ਰੋਜ਼ ਬਾਪੂ ਦੀ ਟੈਂ ਟੈਂ ਸੁਣ ਕੇ। ਮੈਂ ਤਾਂ ਚੱਲਿਆ ਬਿਰਧ ਆਸ਼ਰਮ ਵਿੱਚ ਨਾਂ ਦਾਖਲ ਕਰਾਉਣ ਬਾਪੂ ਦਾ। ਘਰ ਨਹੀਂ ਟਿੱਕੇ ਰਹਿਣਾ ਬਾਪੂ ਨੇ, ਇਹੀ ਠੀਕ ਹੋਊਗਾ। ਜ਼ੋਰ ਜ਼ੋਰ ਦੀ ਪੈਰ ਪਟਕਦਾ ਉਹ ਕਮਰੇ ਤੋਂ ਬਾਹਰ ਆਇਆ। ਸਿਮਰਜੀਤ ਹੈਰਾਨ ਹੋ ਕੇ ਬੋਲੀ, ਕੀ ਮਨਹੂਸ ਗੱਲਾਂ ਕਰ ਰਹੇ ਹੋ? ਆਪਣੇ ਹੀ ਪਿਓ ਨੂੰ ਬਿਰਧ ਆਸ਼ਰਮ, ਇਹੀ ਜ਼ਿੰਮੇਵਾਰੀ ਹੈ ਤੁਹਾਡੀ ਪਿਓ ਦੀ ਸੇਵਾ ਸੰਭਾਲ ਕਰਨ ਦੀ? ਮਾਂ ਜੀ ਤੋਂ ਬਾਅਦ ਅਸੀਂ ਹੀ ਸਹਾਰਾ ਹਾਂ ਉਹਨਾਂ ਦਾ। ਅਸੀਂ ਉਹਨਾਂ ਨੂੰ ਬਿਰਧ ਆਸ਼ਰਮ ਛੱਡਾਂਗੇ ਇਸ ਲਈ ਕਿ ਉਹ ਤੁਹਾਨੂੰ ਹਮੇਸ਼ਾ ਚੰਗੇ ਲਈ ਆਖਦੇ ਨੇ। ਉਹਨਾਂ ਨੇ ਕਦੇ ਗਲਤ ਨਹੀਂ ਕਿਹਾ। ਗਲਤ ਤਾਂ ਤੁਸੀਂ ਹੋ ਜੋ ਸੁਣੀ ਨੂੰ ਅਣਸੁਣੀ ਕਰਦੇ ਹੋ। ਮੈਂ ਸੰਭਾਲਾਂਗੀ ਬਾਪੂ ਨੂੰ। ਇਹ ਬਾਪੂ ਦਾ ਘਰ ਹੈ ਤੇ ਸਾਡੀ ਜ਼ਿੰਮੇਵਾਰੀ। ਸੁਣਦਿਆਂ ਹੀ ਸੁਖਵੀਰ ਸਿੰਘ ਦੀ ਜੀਭ ਤਾਲੂ ਨਾਲ ਲੱਗ ਗਈ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮੈਡਮ ਜੀ। ਬਹੁਤ ਅੱਛੀ ਮਿੰਨੀ ਕਹਾਣੀ ਦਾ ਪਾਠ ਕੀਤਾ। ਪੁਰਾਤਨ ਤੇ ਨਵੀਂ ਪੀੜ੍ਹੀ ਦੀ ਜੋ ਸੋਚ ਦਾ ਅੰਤਰ ਹੈ, ਉਹ ਸਾਡੇ ਰਿਸ਼ਤੇ ਦੇ ਵਿੱਚ ਕੁੜੱਤਣ ਭਰ ਰਹੀ ਹੈ, ਰਿਸ਼ਤੇ ਤਾਰ-ਤਾਰ ਹੋ ਰਹੇ ਨੇ, ਉਹਦੀ ਬਾਤ ਪਾਉਂਦੀ ਤੁਹਾਡੀ ਮਿੰਨੀ ਕਹਾਣੀ। ਹੁਣ ਮੈਂ ਬੇਨਤੀ ਕਰਾਂਗਾ ਮੈਡਮ ਅਮਰਜੀਤ ਕੌਰ ਹਰਡ ਜੀ, ਜੋ ਕਿ ਬਠਿੰਡਾ ਤੋਂ ਨੇ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਮੈਡਮ ਅਮਰਜੀਤ ਕੌਰ ਹਰਡ ਜੀ। ਹਾਂਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਨਵੇਂ ਵਰ੍ਹੇ ਦੀਆਂ ਢੇਰ ਮੁਬਾਰਕਾਂ। ਮੈਂ ਆਪਣੀ ਕਹਾਣੀ ਮੈਂ ਹਵਾੜ ਨਹੀਂ ਲੈ ਕੇ ਹਾਜ਼ਰ ਹਾਂ ਜੀ। ਭੂਆ ਜੀ, ਅੱਜ ਸਾਰੀਆਂ ਭੈਣ ਜੀਆਂ ਤੁਹਾਨੂੰ ਮਜ਼ਾਕ ਕਿਉਂ ਕਰਦੀਆਂ ਸੀ? ਕਿਉਂ ਤੁਹਾਡੇ ਮੱਥੇ ਦੀਆਂ ਪੱਕੀਆਂ ਤਿਉੜੀਆਂ ਤੇ ਮੂੰਹ ਦੀਆਂ ਝੁਰੜੀਆਂ ਦੀ ਪਰਖ ਕਰਦੀਆਂ ਸੀ? ਮੈਨੂੰ ਤਾਂ ਬਿਲਕੁਲ ਵੀ ਚੰਗਾ ਨਹੀਂ ਲੱਗਿਆ। ਘਰ ਆਉਂਦਿਆਂ ਸਾਰ ਹੀ ਰਮਨ ਨੇ ਆਪਣੀ ਭੂਆ ਨੂੰ ਇਹ ਸਵਾਲ ਪੁੱਛੇ। ਪੜ੍ਹਾਈ ਪੂਰੀ ਕਰ ਚੁੱਕੀ ਰਮਨ ਅੱਜ ਆਪਣੀ ਭੂਆ ਦੇ ਸਕੂਲ ਤੀਆਂ ਦੇਖਣ ਗਈ ਸੀ। ਭੂਆ ਕੁਝ ਚਿਰ ਤਾਂ ਚੁੱਪ ਰਹੀ, ਫਿਰ ਚੁੱਪੀ ਤੋੜਦੀ ਹੋਈ ਬੋਲੀ, ਪੁੱਤ ਰਮਨ, ਅਜੇ ਤੂੰ ਛੋਟੀ ਹੈ। ਜਦੋਂ ਕਿਸੇ ਸਕੂਲ ਜਾਂ ਅਦਾਰੇ ਵਿੱਚ ਤੇਰੀ ਨੌਕਰੀ ਲੱਗ ਗਈ ਨਾ, ਤਾਂ ਤੈਨੂੰ ਵੀ ਇਹ ਆਪਣੇ ਆਪ ਹੀ ਸਮਝ ਆ ਜਾਊਗਾ। ਦੇਖ ਧੀਏ, ਜਿੱਥੇ ਨੌਕਰੀ ਕਰੀਦੀ ਹੈ ਨਾ, ਉਹ ਥਾਂ ਉੱਥੋਂ ਦੇ ਸਾਰੇ ਕਰਮਚਾਰੀ ਘਰ ਵਾਂਗ ਹੀ ਲੱਗਣ ਲੱਗ ਜਾਂਦੇ ਆ। ਉੱਥੇ ਹੀ ਤਾਂ ਸਭ ਦੁੱਖ ਸੁੱਖ ਸਾਂਝੇ ਹੁੰਦੇ ਆ, ਕਿਉਂਕਿ ਉੱਥੇ ਬਹੁਤਾ ਚਿਰ ਕੱਟੀਦਾ। ਘਰੇ ਤਾਂ ਸਿਰਫ ਰਾਤ ਕੱਟਣ ਹੀ ਆਈਦਾ। ਬਾਕੀ ਰਹੀ ਤੇਰੇ ਫੁੱਫੜ ਦੀ ਗੱਲ, ਉਹਨਾਂ ਬਾਰੇ ਤਾਂ ਸਾਰਿਆਂ ਨੂੰ ਹੀ ਪਤਾ ਕਿ ਉਹ ਕਿੰਨੀ ਸ਼ਰਾਬ ਪੀਂਦਾ, ਤੇ ਇਹ ਸਭ ਕੁਝ ਉਸੇ ਦੀ ਹੀ ਦੇਣ ਹੈ। ਮੈਨੂੰ ਤਾਂ ਇਹ ਵੀ ਕਹਿੰਦੇ ਹਨ ਕਿ ਤੁਸੀਂ ਭੈਣ ਜੀ ਧੰਨ ਹੋ ਜੋ ਅਜਿਹੇ ਇਨਸਾਨ ਨਾਲ ਕੱਟ ਰਹੇ ਹੋ, ਪਰ ਮੈਨੂੰ ਕੋਈ ਗੁੱਸਾ ਨਹੀਂ ਆਉਂਦਾ। ਹੁਣ ਤਾਂ ਧੀਏ, ਇਕੱਠੇ ਰਹਿੰਦਿਆਂ ਕਾਹਦਾ ਗੁੱਸਾ? ਭੂਆ ਬੋਲ ਰਹੀ ਸੀ। ਬਸ ਤੈਨੂੰ ਕੀ ਦੱਸਾਂ ਧੀਏ, ਕਦੇ ਕਦੇ ਤਾਂ ਦੱਸਦਿਆਂ ਵੀ ਸੰਗ ਲੱਗਦੀ ਹੈ, ਪਰ ਤੈਥੋਂ ਹੁਣ ਕਾਹਦੀ ਸੰਗ? ਲੈ ਸੁਣ ਲੈ ਫੇਰ ਹੋਰ, ਤੇਰਾ ਫੁੱਫੜ ਨਿੱਤ ਦਾ ਸ਼ਰਾਬੀ ਸੀ। ਜਦੋਂ ਦੀ ਤੇਰੇ ਫੁੱਫੜ ਦੇ ਘਰ ਆਈ ਹਾਂ, ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਲਿਆ। ਮੈਨੂੰ ਤਾਂ ਪਹਿਲੀ ਰਾਤ ਇਹਦੀ ਸ਼ਰਾਬ ਦੀ ਹਵਾੜ ਨੇ ਮਾਰ ਘੱਤਿਆ ਸੀ, ਪਰ ਤੇਰੇ ਪਿਤਾ ਤੇ ਤੇਰੇ ਦਾਦੀ ਜੀ ਦੀ ਇੱਜ਼ਤ ਖਾਤਰ ਚੁੱਪ ਰਹੀ, ਸਾਰਾ ਕੁਝ ਜਰਦੀ ਰਹੀ। ਹੁਣ ਤਾਂ ਧੀਏ ਮੈਂ ਆਪ ਹੀ ਜਰਦੀ ਜਰਦੀ ਹਵਾੜ ਹੋ ਗਈ ਹਾਂ। ਕੋਈ ਫਰਕ ਹੀ ਨਹੀਂ ਪੈਂਦਾ। ਭੂਆ ਨੇ ਦਿਲ ਦੀ ਅੰਦਰਲੀ ਸਾਰੀ ਗੱਲ ਦੱਸ ਮਾਰੀ। ਹਾਂ ਸੱਚ, ਤੇਰੇ ਰਿਸ਼ਤੇ ਬਾਰੇ ਵੀ ਗੱਲ ਹੋਈ ਸੀ। ਮੇਰੀ ਨਨਾਣ ਦਾ ਮੁੰਡਾ ਹੈ, ਪੜ੍ਹਿਆ ਲਿਖਿਆ ਹੈ, ਵੀ ਕਰਦਾ ਹੈ, ਕੋਈ ਵੈਲ ਐਬ ਵੀ ਨਹੀਂ, ਸਾਊ ਹੈ। ਮੁੰਡਾ ਤੇਰੇ ਲਈ ਠੀਕ ਰਹੂਗਾ। ਕਿਉਂ ਕੁੜੇ ਰਮਨ? ਭੂਆ ਜਿਵੇਂ ਆਪਣੇ ਦੁੱਖ ਤੋਂ ਵਿਹਲੀ ਹੋ ਕੇ ਰਮਨ ਤੋਂ ਕੁਝ ਪੁੱਛ ਰਹੀ ਸੀ। ਬੇਸ਼ੱਕ ਅੱਜ ਮੁੰਡਾ ਨਹੀਂ ਪੀਂਦਾ, ਪਰ ਜੇਕਰ ਕੱਲ ਨੂੰ ਪੀਣ ਲੱਗ ਪਿਆ ਤਾਂ ਸੁਣ ਲੈ, ਫਿਰ ਮੈਂ ਤੇਰੇ ਵਾਂਗ ਕੋਈ ਹਵਾੜ ਨਹੀਂ ਬਣਨਾ। ਰਮਨ ਨੇ ਭੂਆ ਨੂੰ ਦਲੇਰੀ ਭਲੀ ਗੱਲ ਆਖ ਕੇ ਭੂਆ ਦਾ ਸਿਰ ਫਖਰ ਨਾਲ ਉੱਚਾ ਕਰ ਦਿੱਤਾ। ਹੁਣ ਭੂਆ ਰਮਨ ਦੀ ਇਸ ਦਲੇਰੀ ਤੇ ਅੰਤਾਂ ਦੀ ਖੁਸ਼ ਸੀ। ਧੰਨਵਾਦ ਜੀ, ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਮੈਡਮ ਜੀ। ਬਹੁਤ ਅੱਛੀ ਔਰਤ ਦੀ ਹੋਂਦ ਦੀ ਕਹਾਣੀ, ਕਿ ਆਪਣੀ ਹੋਂਦ ਦੇ ਲਈ ਉਹਨੂੰ ਸਮਾਜ ਦੇ ਵਿੱਚ ਤੇ ਪਰਿਵਾਰਕ ਮੈਂਬਰ ਨਾਲ ਕਿਵੇਂ ਜਦੋਜਹਿਦ ਕਰਨਾ ਪੈਂਦਾ ਹੈ, ਉਹਦੇ ਤੇ ਰੋਸ਼ਨੀ ਪਾਈ। ਹੁਣ ਮੈਂ ਬੇਨਤੀ ਕਰਾਂਗਾ ਮੈਡਮ ਮੀਨਾ ਨਵੀਨ ਜੀ ਨੂੰ, ਜੋ ਕਿ ਹਰਿਆਣਾ ਤੋਂ ਸਾਡੇ ਨਾਲ ਜੁੜੇ ਨੇ। ਮੈਡਮ ਮੀਨਾ ਨਵੀਨ ਜੀ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰ। ਮੇਰੀ ਕਹਾਣੀ ਦਾ ਸਿਰਲੇਖ ਹੈ ਸੇਫਟੀ। ਨਮਸਕਾਰ। ਨਵ ਵਿਆਹੀ ਸ਼ਾਲਨੀ ਜਦੋਂ ਪਤੀ ਨਾਲ ਪਹਿਲੀ ਵਾਰੀ ਕਲੱਬ ਪੁੱਜੀ ਤਾਂ ਹੈਲੋ ਹਾਏ ਕਰਦੇ ਹਰ ਇਸਤਰੀ ਪੁਰਸ਼ ਨੇ ਉਸ ਦਾ ਹੱਥ ਮੂੰਹ ਚੁੰਮ ਲਿਆ। ਉਹ ਘਬਰਾ ਕੇ ਪਰੇ ਹੋ ਗਈ। ਉਸ ਦਾ ਪਤੀ ਹਰਦੀਪ, ਜਿਸ ਨੂੰ ਸਭ ਉੱਥੇ ਹੈਰੀ ਆਖ ਰਹੇ ਸਨ, ਡਰਿੰਕ ਕਰਦਾ ਉਸ ਨੂੰ ਆਖਣ ਲੱਗਾ, ਹੈਲੋ ਸ਼ਾਲਨੀ, ਵਾਟਸ ਰੋਂਗ ਵਿਦ ਯੂ? ਤੂੰ ਇੱਧਰ ਆ ਕੇ ਕਿਉਂ ਖੜੀ ਹੋ ਗਈ?
ਤੂੰ ਹਾਈ ਸੁਸਾਇਟੀ ਤੋਂ ਬਿਲੋਂਗ ਨਹੀਂ ਕਰਦੀ, ਇਸ ਲਈ ਮੈਨੂੰ ਪਤਾ ਹੈ ਤੁਹਾਡੀ ਸੋਚ ਦਾ। ਬੇਬੀ, ਯੂ ਵਿਲ ਨਾਓ ਬਿਲੋਂਗ ਵਿਦ ਹਾਈ ਸੁਸਾਇਟੀ, ਕਮ ਵਿਦ ਮੀ। ਅਗਲੀ ਗੇਮ ਸ਼ੁਰੂ ਹੋਣ ਵਾਲੀ ਹੈ। ਕਿਹੜੀ ਗੇਮ? ਉਸਨੂੰ ਕੀ ਗੇਮ ਆਖਦੇ ਹਨ? ਕੀ ਗੇਮ? ਹੈਰੀ ਨੇ ਖਾਲੀ ਕੀਤਾ ਗਲਾਸ ਟਰੇ ਵਿੱਚ ਰੱਖ ਦਿੱਤਾ ਅਤੇ ਦੂਜਾ ਚੁੱਕ ਲਿਆ ਅਤੇ ਹੱਸਦਾ ਬੋਲਿਆ, ਇਹੀ ਪ੍ਰੋਬਲਮ ਹੈ ਤੁਹਾਡੀ ਮਿਡਲ ਕਲਾਸ ਦੀਆਂ ਕੁੜੀਆਂ ਦੀ। ਉਹ ਦੇਖ ਉੱਧਰ, ਗੇਮ ਸ਼ੁਰੂ ਹੋਣ ਵਾਲੀ ਹੈ। ਸਾਰੇ ਪੁਰਸ਼ ਤਾੜੀਆਂ ਵਜਾਉਂਦੇ ਹਾਲ ਦੇ ਵਿਚਕਾਰ ਇਕੱਠੇ ਹੋਣ ਲੱਗੇ। ਹੈਰੀ ਵੀ ਉੱਧਰ ਚਲਾ ਗਿਆ, ਪਰ ਇਸ ਪਾਸੇ ਖੜੀਆਂ ਸਾਰੀਆਂ ਇਸਤਰੀਆਂ ਦੇ ਚਿਹਰਿਆਂ ਉੱਤੇ ਖੌਫ ਸੀ ਅਤੇ ਸਨਾਟਾ ਛਾਇਆ ਹੋਇਆ ਸੀ। ਪਲਾਂ ਵਿੱਚ ਹੱਥ ਆਈ ਚਾਬੀ ਘੁਮਾਉਂਦੇ ਪੁਰਸ਼ ਇਸਤਰੀਆਂ ਨਾਲ ਕਪਲ ਡਾਂਸ ਕਰਨ ਲੱਗੇ। ਹੈਰੀ ਵੀ ਕਿਸੇ ਨਾਲ ਝੂਮ ਰਿਹਾ ਸੀ। ਇੱਕ ਅਣਪਛਾਤਾ ਚਿਹਰਾ ਸ਼ਾਲਨੀ ਦੇ ਸਾਹਮਣੇ ਹਰਦੀਪ ਦੀ ਗੱਡੀ ਦੀ ਚਾਬੀ ਘੁਮਾਉਣ ਲੱਗਾ। ਸ਼ਾਲਨੀ ਨੇ ਆਪਣੇ ਨੇੜੇ ਆਂਦਾ ਉਸਦਾ ਹੱਥ ਪਿੱਛੇ ਧੱਕਿਆ ਅਤੇ ਉਸ ਹੱਥੋਂ ਚਾਬੀ ਲੈ ਲਈ। ਮੈਡਮ, ਤੁਹਾਨੂੰ ਇਸ ਗੇਮ ਬਾਰੇ ਪਤਾ ਨਹੀਂ ਸ਼ਾਇਦ। ਲੱਗਦਾ ਤੁਸੀਂ ਪਹਿਲੀ ਵਾਰ ਆਏ ਹੋ। ਨਹੀਂ, ਮੈਂ ਦੂਜੀ ਗੇਮ ਖੇਡਣੀ ਹੈ। ਓਕੇ, ਕੁਝ ਨਵਾਂ ਆਈਡੀਆ ਹੈ ਤੁਹਾਡੇ ਕੋਲ ਤਾਂ ਸਭ ਨੂੰ ਦੱਸੋ ਪਲੀਜ਼ ਮਾਈਕ ਤੇ ਜਾ ਕੇ। ਸ਼ਾਲਨੀ ਮਾਈਕ ਤੇ ਪੁੱਜੀ, ਮਿਊਜ਼ਿਕ ਬੰਦ ਕਰ ਦਿੱਤਾ। ਹੈਲੋ। ਸਾਰੇ ਡਾਂਸ ਕਰਦੇ ਰੁਕ ਕੇ ਉਸ ਨੂੰ ਸੁਣਨ ਲੱਗੇ। ਮੈਂ ਇਸ ਕੀ ਦੀ ਇੱਕ ਨਵੀਂ ਗੇਮ ਖੇਡਣੀ ਹੈ। ਸ਼ਾਲਨੀ ਆਪਣੇ ਹੱਥ ਵਿੱਚ ਲਈ ਗੱਡੀ ਦੀ ਚਾਬੀ ਉੱਤੇ ਕਰਦੀ ਬੋਲੀ, ਇਹ ਗੱਡੀ ਦੀ ਚਾਬੀ ਜਿਸ ਦੂਜੀ ਗੱਡੀ ਦਾ ਲੋਕ ਖੋਲੇਗੀ, ਮੈਂ ਉਸ ਗੱਡੀ ਦੇ ਮਾਲਕ ਨਾਲ ਹੋਵਾਂਗੀ। ਸੁਣ ਕੇ ਸਾਰੇ ਬੰਦੇ ਬੋਲਣ ਲੱਗੇ, ਇਹ ਕਿਵੇਂ ਹੋ ਸਕਦਾ ਹੈ? ਇੱਕ ਗੱਡੀ ਦੀ ਚਾਬੀ ਦੂਜੀ ਗੱਡੀ ਦਾ ਲੋਕ ਕਿਵੇਂ ਖੋਲ ਸਕਦੀ ਹੈ? ਤੁਹਾਡਾ ਕਹਿਣ ਦਾ ਭਾਵ ਹੈ ਲੋਕ ਗੱਡੀ ਦੀ ਸੇਫਟੀ ਲਈ ਹੈ। ਯੈਸ, ਆਫ ਕੋਰਸ, ਸਾਰਿਆਂ ਨੇ ਜਵਾਬ ਦਿੱਤਾ। ਇਟ ਮੀਨਸ ਗੱਡੀ ਦੀ ਸੇਫਟੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਪਰ ਪਤਨੀ ਦੀ ਸੇਫਟੀ? ਉਸ ਦੇ ਪ੍ਰਸ਼ਨ ਤੇ ਸਾਰੇ ਪਾਸੇ ਸन्नाटा ਛਾ ਗਿਆ। ਧੰਨਵਾਦ ਸਰ। ਹਾਂਜੀ, ਸ਼ੁਕਰੀਆ ਮੈਡਮ ਮੀਨਾ ਨਵੀਨ ਜੀ, ਜਿਨ੍ਹਾਂ ਨੇ ਆਪਣੀ ਮਿੰਨੀ ਕਹਾਣੀ ਸੇਫਟੀ ਦਾ ਪਾਠ ਕੀਤਾ। ਆਧੁਨਿਕਤਾ ਦੇ ਨਾਂ ਤੇ ਜੋ ਸਾਡੇ ਵਿਰਸੇ ਨਾਲ, ਸੱਭਿਆਚਾਰ ਨਾਲ ਜੋ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਦਾ ਘਾਣ ਹੋ ਰਿਹਾ, ਉਹਦੇ ਤੇ ਚਾਨਣਾ ਪਾਉਂਦੀ ਇਹ ਮਿੰਨੀ ਕਹਾਣੀ। ਹੁਣ ਮੈਂ ਬੇਨਤੀ ਕਰਾਂਗਾ ਮੈਡਮ ਰਾਜਦੀਪ ਕੌਰ ਸਿੱਧੂ, ਜੋ ਕਿ ਬਠਿੰਡਾ ਤੋਂ ਸਾਡੇ ਨਾਲ ਜੁੜੇ ਨੇ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਮੈਡਮ ਰਾਜਦੀਪ ਕੌਰ ਸਿੱਧੂ। ਮੈਂ ਰਾਜਦੀਪ ਕੌਰ ਬੋਲ ਰਹੀ ਹਾਂ। ਆਪ ਸਭ ਨੂੰ ਸਤਿ ਸ੍ਰੀ ਅਕਾਲ। ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਮੇਰਾ ਕਹਾਣੀ ਦਾ ਵਿਸ਼ਾ ਹੈ ਮਿੱਟੀ ਦਾ ਮੋਹ। ਅੱਜ ਮਹੀਨੇ ਬਾਅਦ ਵਿਹੜੇ ਵਿੱਚ ਵੜਦੇ ਧੀਰੇ ਨੂੰ ਵੇਖ ਮਾਂ ਦਾ ਚਿਹਰਾ ਖਿੜ ਗਿਆ। ਚੁੱਲ੍ਹੇ ਮੂਹਰੇ ਬੈਠੀ ਆਪਣੀ ਨੂੰਹ ਜਿੰਦਰ ਨੂੰ ਆਵਾਜ਼ ਮਾਰਦੀ ਨੇ ਕਿਹਾ, ਲੈ ਕੁੜੇ, ਸੁੱਖ ਨਾਲ ਆ ਗਿਆ ਮੇਰਾ ਪੁੱਤ। ਮਾਂ ਸੜ ਕੇ ਧੀਰੇ ਨੇ ਮਾਂ ਦੇ ਪੈਰੀ ਹੱਥ ਲਾਏ। ਭਰੀਆਂ ਅੱਖਾਂ ਨਾਲ ਪੈਰੀ ਪੈਂਦਿਆਂ ਮਾਂ ਦੇ ਮੰਜੇ ਤੇ ਬੈਠ ਗਿਆ। ਧੀਰੇ ਦਾ ਮੂੰਹ ਉਤਰਿਆ ਦੇਖ ਕੇ ਮਾਂ ਨੇ ਕਿਹਾ, ਹੋਰ ਪੁੱਤ, ਸਿਹਤ ਕਿਵੇਂ ਹੈ? ਢਿੱਲਾ ਜਿਹਾ ਲੱਗਦਾ ਹੈ। ਫਿਰ ਕੀ ਕਹਿੰਦੀ ਹੈ ਹੁਣ ਸਰਕਾਰ? ਅੱਖਾਂ ਦੀਆਂ ਪਲਕਾਂ ਵਿੱਚ ਅੱਛੇ ਅੱਖਾਂ ਦਾ ਪਤਾ ਹੀ ਨਹੀਂ ਲੱਗਿਆ ਕਦੋਂ ਧੀਰੇ ਦੀ ਦਾੜੀ ਵਿੱਚ ਗੁਆਚ ਗਈ। ਸਰਕਾਰ ਤਾਂ ਭੈਣ ਦੇਵੇਗੀ ਨੇ ਹੁਣ ਤਾਂ ਮੱਲੋ ਮੱਲੀ ਧਰਨਾ ਚੁਕਾਉਂਦੀਆਂ ਨੇ। ਸੜਕ ਤੋਂ ਬੈਰੀਕੇਡ ਹਟਾ ਕੇ ਜੋ ਆਪ ਹੀ ਲਾਏ ਸੀ ਇਹਨਾਂ ਨੇ। ਕੋਈ ਨਾ ਪੁੱਤ, ਦਿਲ ਹੌਲਾ ਨਾ ਕਰ, ਆਪਾਂ ਕਿਹੜਾ ਰੱਬ ਦੇ ਮਾਂ ਮਾਰੇ ਆ। ਸਰਕਾਰ ਨੂੰ ਇੱਕ ਨਾ ਇੱਕ ਦਿਨ ਝੁਕਣਾ ਹੀ ਪਊਗਾ। ਹੁਣ ਪੁੱਤਾਂ ਵਾਂਗ ਪਾਲੀਆਂ ਜ਼ਮੀਨਾਂ ਨੂੰ ਕਿਵੇਂ ਵੇਚ ਦਈਏ? ਚੱਲ ਮਾਂ, ਮੈਂ ਖੇਤ ਜਾਣਾ। ਬਿੱਲੂ ਚਾਚੇ ਨੇ ਕਿਹਾ ਸੀ, ਜਿੰਨਾ ਚਿਰ ਮੈਂ ਦਿੱਲੀ ਮੋਰਚੇ ਵਿੱਚ ਹਾਂ, ਮੇਰੇ ਖੇਤ ਨੂੰ ਜਿਹੜਾ ਮਾਰ ਲਿਆ ਕਰੀ। ਜਵਾਕ ਨਿਆਣੇ ਨੇ, ਨਾਲੇ ਪਾਣੀ ਦੀ ਵਾਰੀ ਹੈ। ਜਵਾਕ ਨੂੰ ਗੋਦੀ ਚੁੱਕੀ ਆਉਂਦੀ ਮਿੰਦਰ ਨੇ ਕਿਹਾ, ਜੀ ਜਵਾਕ ਤਾਂ ਉਧਰਿਆ ਪਿਆ ਤੇਰੇ ਤੋਂ ਬਿਨਾਂ, ਮਹੀਨਾ ਹੋ ਗਿਆ। ਰੋਟੀ ਖਾ ਕੇ ਜਾਈ ਨਾਲੇ। ਜਵਾਕ ਨੂੰ ਝੋਲੀ ਵਿੱਚ ਲੈਂਦਿਆਂ ਕਿਹਾ, ਆ ਓਏ ਪੁੱਤਰਾ, ਤੇਰਾ ਹੱਕ ਤਾਂ ਸਰਕਾਰ ਖੋਲੀ ਜਾਂਦੀ ਹੈ। ਵੱਡਾ ਹੋ ਕੇ ਕੀ ਕਰੇਗਾ? ਰੋਟੀ ਫੜਾਉਂਦਿਆਂ ਜਿੰਦਰ ਨੇ ਕਿਹਾ, ਜੀ ਕੁਝ ਨਹੀਂ ਹੁੰਦਾ। ਬਾਬੇ ਨਾਨਕ ਦੀ ਧਰਤੀ ਹੈ ਬਰਕਤਾਂ ਵਾਲੀ, ਨਾਲੇ ਅੱਜ ਬਾਬੇ ਦਾ ਜਨਮ ਦਿਹਾੜਾ ਵੀ ਹੈ।
ਕਹਿੰਦੇ ਸਰਕਾਰ ਨੇ ਕਰਤਾਰਪੁਰ ਦਾ ਲਾਂਘਾ ਵੀ ਖੋਲ੍ਹਤਾ ਜੀ। ਅੱਜ ਗੁਰਦੁਆਰਾ ਸਾਹਿਬ ਵੀ ਮੱਥਾ ਟੇਕ ਆਈਏ। ਰੋਟੀ ਖਾਂਦੇ ਧੀਰੇ ਨੇ ਕਿਹਾ, ਕਿਸਾਨ ਤਾਂ ਜਿਉਂਦੇ ਹੀ ਮਿੱਟੀ ਜ਼ਮੀਨਾਂ ਦੇ ਸਹਾਰੇ ਨੇ। ਜੇ ਇਹ ਜ਼ਮੀਨਾਂ ਸਰਕਾਰ ਨੇ, ਉਹ ਧੀਰੇ ਆ ਜਾ ਖੇਤ ਚਲੀਏ। ਨਛੱਤਰ ਨੇ ਮੋਟਰਸਾਈਕਲ ਗਲੀ ਵਿੱਚ ਲਾਉਂਦਿਆ ਕਿਹਾ, ਮਾਂ ਮੈਂ ਆਉਣਾ। ਫਿਰ ਨਛੱਤਰ ਨਾਲ ਕਹੀ ਚੁੱਕ ਕੇ ਚੱਲ ਪਿਆ। ਆਪਣੀ ਵਾਰੀ ਤੇ ਪਾਣੀ ਵੜ ਗਿਆ। ਧੀਰੇ ਨੂੰ ਖਾਰ ਵਿਚਲੇ ਪਾਣੀ ਦਾ ਰੰਗ ਲਾਲ ਲੱਗ ਰਿਹਾ ਸੀ। ਧੀਰੇ ਨੇ ਬਮੱਤਰ ਕੇ ਕਿਹਾ, ਓਏ ਮੋਢੀਆ ਕੰਜਰਾ, ਕਿੰਨਾ ਚਿਰ ਸਾਡਾ ਲਹੂ ਪੀਵੇਗਾ। ਜਦੋਂ ਕੁਝ ਦਾ ਟੱਕ ਮਾਰਿਆ ਤਾਂ ਜੇਬ ਵਿੱਚੋਂ ਫੋਨ ਦੀ ਘੰਟੀ ਖੜਕ ਗਈ। ਫੋਨ ਕਰਦੇ ਨੇ ਕਿਹਾ, ਕੀ ਕਹਿੰਦਾ ਇਹ ਵੀ ਸੁਣ ਲਈਏ। ਹੈਲੋ, ਹਾਂ ਪੁੱਤ। ਫੋਨ ਵਿੱਚੋਂ ਆਵਾਜ਼ ਆਈ, ਬਾਪੂ ਖੁਸ਼ਖਬਰੀ, ਮੋਦੀ ਨੇ ਸਾਰੇ ਕਾਨੂੰਨ ਵਾਪਸ ਕਰ ਲਏ। ਪਹਿਲੀ ਵੱਟ ਤੇ ਰੱਖਦਿਆਂ ਧੀਰੇ ਨੇ ਪੂਰੀ ਖੁਸ਼ੀ ਵਿੱਚ ਬਹੁਤ ਦੀ ਛਾਲ ਮਾਰੀ। ਓਏ ਨਛੱਤਰਾ ਆ ਜਾ, ਆਪਾਂ ਜਿੱਤ ਗਏ ਤੇ ਮੋਦੀ ਹਾਰ ਗਿਆ। ਓਏ ਮੈਂ ਵਾਰ ਮਿੱਟੀ ਨੂੰ ਮੱਥੇ ਨਾਲ ਲਾ ਕੇ ਨਮਸਕਾਰ ਕਰ ਰਿਹਾ ਸੀ। ਕੋਲ ਖੜੇ ਨਛੱਤਰ ਨੇ ਕਿਹਾ, ਧੀਰੇ ਇੰਨਾ ਖੁਸ਼ ਨਾ ਹੋ, ਅਜੇ ਤਾਂ ਚਿੱਕੜ ਵਿੱਚੋਂ ਨਿਕਲਣਾ ਬਾਕੀ ਹੈ। ਆ ਜਾ ਹੁਣ ਮੋਟਰਸਾਈਕਲ ਤੇ ਹੀ ਦਿੱਲੀ ਚੱਲੀਏ। ਹੁਣ ਤਾਂ ਦੰਦਾਂ ਵਿੱਚ ਜੀ ਹੈ। ਕਹਿੰਦਾ ਮੋਟਰਸਾਈਕਲ ਦੀ ਕਿੱਕ ਮਾਰੀ ਤੇ ਦਿੱਲੀ ਵੱਲ ਰਵਾਨਾ ਹੋ ਗਈ। ਧੰਨਵਾਦ। ਹਾਂਜੀ, ਸ਼ੁਕਰੀਆ ਮੈਡਮ ਰਾਜਦੇਵ ਕੌਰ ਸਿੱਧੂ ਜੀ, ਜਿਨ੍ਹਾਂ ਨੇ ਅਜੋਕੇ ਸੰਦਰਭ ਦੇ ਵਿੱਚ ਕਿਸਾਨੀ ਸੰਘਰਸ਼ ਦੇ ਨਾਲ ਵਾਬਸਤਾ ਮਿੰਨੀ ਕਹਾਣੀ ਸਾਡੇ ਸਾਹਮਣੇ ਪੇਸ਼ ਕੀਤੀ। ਹੁਣ ਮੈਂ ਬੇਨਤੀ ਕਰਾਂਗਾ ਮੈਡਮ ਗੁਰਪ੍ਰੀਤ ਕੌਰ, ਜੋ ਕਿ ਲੁਧਿਆਣਾ ਤੋਂ ਸਾਡੇ ਨਾਲ ਜੁੜੇ ਨੇ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਮੈਡਮ ਗੁਰਪ੍ਰੀਤ ਕੌਰ ਜੀ। ਮੇਰੀ ਮਿੰਨੀ ਕਹਾਣੀ ਦਾ ਸਿਰਲੇਖ ਹੈ ਨਿੱਗੀਆਂ ਰੇਸ਼ਮਾਂ। ਤਿੜਕੇ ਸ਼ੀਸ਼ੇ ਨਾਲ ਟਕਰਾ ਚੜ੍ਹਦੇ ਸੂਰਜ ਦੀ ਨਿੱਘੀ ਧੁੱਪ ਨੇ ਤਿੱਖੀ ਲਿਸ਼ਕੋਰ ਬਣ 2 ਘੜੀਆਂ ਦਾ ਸਕੂਨ ਟੋਲਦੀ ਪ੍ਰੀਤ ਨੂੰ ਵਕਤੋਂ ਪਹਿਲਾਂ ਹੀ ਜਗਾ ਦਿੱਤਾ। ਹਾਂ, ਵਕਤੋਂ ਪਹਿਲਾਂ। ਸਭ ਕੁਝ ਤਾਂ ਵਕਤੋਂ ਪਹਿਲਾਂ ਹੋ ਗਿਆ ਪ੍ਰੀਤ ਦੀ ਜ਼ਿੰਦਗੀ 'ਚ। ਜਿਸ ਉਮਰੇ ਮਾਂ ਦੇ ਲਾਡ ਪਿਆਰ ਦੇ ਝੂਲੇ 'ਚ ਝੂਲ, ਪਿਓ ਦੇ ਕੰਧਾੜੇ ਚੜ੍ਹ, ਬੇਫਿਕਰੀਆਂ ਨੂੰ ਗਲਵਕੜੀ ਪਾ ਹੱਸਣਾ ਖੇਡਣਾ ਸੀ, ਉਸ ਉਮਰੇ ਮਾਪਿਆਂ ਦੇ ਅਸਫਲ ਰਿਸ਼ਤੇ ਦਾ ਸੰਤਾਪ ਹੰਢਾਇਆ। ਲਵ ਮੈਰਿਜ ਕਰਵਾਈ ਸੀ ਪ੍ਰੀਤ ਦੇ ਮਾਪਿਓ ਨੇ ਘਰੋਂ ਭੱਜ। ਆਪਣੇ ਹਰ ਰਿਸ਼ਤੇ ਨੂੰ ਠੋਕਰ ਮਾਰ। ਮਾਪੇ, ਭੈਣ ਭਰਾ, ਦਾਦਾ ਦਾਦੀ, ਚਾਚੇ ਤਾਏ, ਮਾਮੇ ਮਾਸੀਆਂ, ਕਿਸੇ ਰਿਸ਼ਤੇ ਦਾ ਮੋਹ ਰੋਕ ਨਹੀਂ ਸੀ ਸਕਿਆ ਉਹਨਾਂ ਨੂੰ। ਬਸ ਇਸ਼ਕ ਹੀ ਸਭ ਕੁਝ ਸੀ ਉਹਨਾਂ ਲਈ। ਤਾਈਓ ਤਾਂ ਪ੍ਰੀਤ ਨਾਲ ਰੱਖਿਆ ਸੀ ਆਪਣੀ ਧੀ ਦਾ। ਪਰ ਪਤੀ ਪਤਨੀ ਦੇ ਰਿਸ਼ਤੇ ਵਿਚਲਾ ਪਿਆਰ ਫੋਕੇ ਸਵੈਮਾਨ ਦੀ ਚਾਸ਼ਨੀ ਚੜੇ ਹੰਕਾਰ ਦੇ ਸਵਾਦ ਮੂਰੇ ਕਦ ਫਿੱਕਾ ਪੈ ਗਿਆ, ਪਤਾ ਹੀ ਨਾ ਲੱਗਿਆ। ਪ੍ਰੀਤ ਦੇ ਮਾਪੇ ਤਲਾਕ ਲੈ ਰਿਸ਼ਤਿਆਂ ਨੂੰ ਇੱਕ ਵਾਰ ਫੇਰ ਠੋਕਰ ਮਾਰ ਗਏ। ਨਾ ਮਾਂ ਨਾ ਪਿਓ, ਦੋਹਾਂ ਚੋਂ ਕੋਈ ਵੀ ਪ੍ਰੀਤ ਨੂੰ ਨਾਲ ਰੱਖਣ ਨੂੰ ਨਾ ਮੰਨਿਆ। ਅਨਾਥ ਆਸ਼ਰਮ ਦੇ ਬਾਹਰ ਪੇ ਪੰਘੂੜੇ 'ਚ ਛੱਡ, ਰਿਸ਼ਤਿਆਂ ਦੇ ਬੰਧਨਾਂ ਤੋਂ ਮੁਕਤ ਹੋ ਮਧੋਲ ਗਏ ਪ੍ਰੀਤ ਦਾ ਬਚਪਨ। ਅਨਾਥ ਆਸ਼ਰਮ 'ਚ ਆਪਾ ਸਾਂਭਦੀ ਵਕਤੋਂ ਪਹਿਲਾਂ ਹੀ ਸਿਆਣੀ ਹੋ ਗਈ। ਖੂਬ ਪੜ੍ਹ ਲਿਖ ਤਲਾਕ ਦੇ ਮਾਮਲਿਆਂ ਦੀ ਮਾਹਰ ਵਕੀਲ ਵਜੋਂ ਨਾਂ ਕਮਾ ਰਹੀ ਹੈ। ਕੋਸ਼ਿਸ਼ ਕਰਦੀ ਹੈ ਰਿਸ਼ਤਿਆਂ ਨੂੰ ਟੁੱਟਣੋਂ ਬਚਾ ਸਕੇ ਤੇ ਉਸਨੂੰ ਸਕੂਨ ਮਿਲੇ। ਪਰ ਤਿੜਕੇ ਸ਼ੀਸ਼ੇ ਦੀ ਤਿੱਖੀ ਲਿਸ਼ਕੋਰ ਵਾਂਗ ਟੁੱਟੇ ਰਿਸ਼ਤਿਆਂ ਦੇ ਤਿੱਖੇ ਤੀਰ ਖੁੱਭ ਜਾਂਦੇ ਉਹਦੇ ਸੀਨੇ। ਮਨ ਦੇ ਕਿਸੇ ਕੋਨੇ ਆਪਣੱਤ ਤੇ ਮਮਤਾ ਦੀਆਂ ਅਥਾਹ ਛੱਲਾਂ ਠਾਠਾਂ ਮਾਰਦੀਆਂ। ਇਸੇ ਲਈ ਤਾਂ ਵਕਤੋਂ ਪਹਿਲਾਂ ਹੀ ਮਾਂ ਬਣਨ ਦਾ ਫੈਸਲਾ ਕੀਤਾ ਹੈ ਪ੍ਰੀਤ ਨੇ। ਅਨਾਥ ਆਸ਼ਰਮ ਚੋਂ 2 ਧੀਆਂ ਗੋਦ ਲਿਆਈਏ। ਧੀਆਂ ਨੂੰ ਖੂਬ ਲਾਡ ਲਡਾਉਂਦੀ ਪ੍ਰੀਤ ਨੂੰ ਇੰਜ ਲੱਗਦਾ ਜਿਵੇਂ ਧੀਆਂ ਦੀ ਆਮਦ ਨੇ ਤਿੜਕੇ ਸ਼ੀਸ਼ੇ ਨੂੰ ਮੋਹ ਦੇ ਪਰਦੇ ਨਾਲ ਢੱਕ ਦਿੱਤਾ ਹੋਵੇ। ਹੁਣ ਉਹਦੀ ਹਰ ਸਵੇਰ ਦਾ ਆਗਾਜ਼ ਚਹਿਕ ਤੇ ਪੰਛੀਆਂ ਦੀ ਰਸ ਭਿੰਨੀ ਆਵਾਜ਼ ਨਾਲ ਹੁੰਦਾ ਤੇ ਸੁੱਚੇ ਰਿਸ਼ਤਿਆਂ ਦੀਆਂ ਨਿੱਘੀਆਂ ਰਿਸ਼ਮਾਂ ਪ੍ਰੀਤ ਦਾ ਕਮਰਾ ਰੁਸ਼ਨਾਉਂਦੀਆਂ। ਧੰਨਵਾਦ। ਹਾਂਜੀ, ਬਹੁਤ ਬਹੁਤ ਧੰਨਵਾਦ ਮੈਡਮ ਗੁਰਪ੍ਰੀਤ ਕੌਰ ਜੀ, ਜਿਨ੍ਹਾਂ ਨੇ ਸਾਰਥਕ ਸੰਦੇਸ਼ ਵਾਲੀ ਆਪਣੀ ਰਚਨਾ ਪੇਸ਼ ਕੀਤੀ ਹੈ। ਹੁਣ ਮੈਂ ਬੇਨਤੀ ਕਰਾਂਗਾ ਲੁਧਿਆਣਾ ਤੋਂ ਹੀ ਸਾਡੇ ਨਾਲ ਮੈਡਮ ਸੀਮਾ ਵਰਮਾ ਜੀ ਜੁੜੇ ਹੋਏ ਨੇ ਕਿ ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ।
ਸਾਰੇ ਸਰੋਤਿਆਂ ਨੂੰ ਨਮਸਕਾਰ ਤੇ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ। ਮੇਰੀ ਮਿੰਨੀ ਕਹਾਣੀ ਦਾ ਸ਼ੀਰਸ਼ਕ ਹੈ ਇੱਕ ਸੀ ਭੋਲਾ। 3 ਦਿਨ ਬੀਤ ਚੁੱਕੇ ਸਨ ਪਰ ਭੋਲਾ ਨਾ ਪਰਤਿਆ। ਬੇਬੇ ਰੋਜ਼ ਰੋਟੀ ਬਣਾ ਕੇ ਉਸਦੀ ਉਡੀਕ ਕਰਦੀ। ਭੋਲਾ ਨਾਮ ਵੀ ਤਾਂ ਬੇਬੇ ਨੇ ਹੀ ਦਿੱਤਾ ਸੀ ਉਸਨੂੰ। ਉਹ ਹਰ ਰੋਜ਼ ਸਮੇਂ ਸਿਰ ਆ ਕੇ ਦਰਵਾਜ਼ਾ ਖੜਕਾਉਂਦਾ ਤਾਂ ਬੇਬੇ ਬੜੇ ਪਿਆਰ ਨਾਲ ਉਸਦੇ ਸਿਰ ਤੇ ਹੱਥ ਫੇਰਦੀ, ਰੋਟੀ ਖਵਾਉਂਦੀ। 3 ਦਿਨ ਪਹਿਲਾਂ ਜਿਸ ਵੇਲੇ ਭੋਲਾ ਆਇਆ ਸੀ, ਬੇਬੇ ਉਸਨੂੰ ਪਿਆਰ ਨਾਲ ਭੋਲਾ ਬੁਲਾਉਣ ਦੀ ਬਜਾਏ ਉਸਨੂੰ ਗੁੱਸੇ ਨਾਲ ਟੁੱਟ ਕੇ ਪੈ ਗਈ ਸੀ। ਆ ਜਾਂਦਾ ਮੂੰਹ ਚੁੱਕੀ, ਜਿਵੇਂ ਹੋਰ ਕੋਈ ਕੰਮ ਹੀ ਨਹੀਂ ਮੈਨੂੰ। ਅਸਲ ਵਿੱਚ ਬੇਬੇ ਦੀ ਬਾਪੂ ਨਾਲ ਕਿਸੇ ਗੱਲ ਤੇ ਝੜਪ ਹੋ ਗਈ ਸੀ, ਜਿਸਦਾ ਗੁੱਸਾ ਭੋਲੇ ਤੇ ਨਿਕਲ ਗਿਆ ਸੀ। ਬੁੜਬੁੜ ਕਰਦੀ ਜਿੱਦਾਂ ਹੀ ਬੇਬੇ ਰੋਟੀ ਲੈ ਕੇ ਬਾਹਰ ਨਿਕਲੀ, ਭੋਲਾ ਕਿਤੇ ਵੀ ਨਜ਼ਰ ਨਾ ਆਇਆ। ਬੇਬੇ ਪਰੇਸ਼ਾਨ ਹੋ ਗਈ। ਫਿਰ ਉਸ ਦਿਨ ਤਾਂ ਬੇਬੇ ਦੇ ਮੂੰਹ ਵਿੱਚ ਬੁਰਕੀ ਵੀ ਨਾ ਪਈ। ਮੈਂ ਕਿਹਾ, ਸੁਣਦੀ ਏ? ਬਾਪੂ ਘਰ ਵੜਦਾ ਹੱਸਦਿਆਂ ਬੋਲਿਆ, ਤੇਰਾ ਲਾਡਲਾ ਅੱਜ ਮੰਦਰ ਦੇ ਬਾਹਰ ਦੇਖਿਆ। ਕੀ? ਬੋਲਦਿਆਂ ਹੀ ਬੇਬੇ ਕਾਲੀ ਕਾਲੀ ਬਾਹਰ ਵੱਲ ਭੱਜੀ। ਜਿੱਦਾਂ ਹੀ ਭੋਲੇ ਨੇ ਉਸਨੂੰ ਆਪਣੇ ਵੱਲ ਆਉਂਦੇ ਦੇਖਿਆ, ਮੂੰਹ ਦੂਜੇ ਪਾਸੇ ਫੇਰ ਲਿਆ। ਬੇਬੇ ਉਸਦੇ ਕੰਨ ਮਰੋੜਦੀ ਬੋਲੀ, ਮੈਂ ਐਵੇਂ ਹੀ ਤੈਨੂੰ ਮੋਟੇ ਦਿਮਾਗ ਦਾ ਕਹਿੰਦੀ ਸੀ। ਤੈਨੂੰ ਵੀ ਬੰਦਿਆਂ ਵਾਲੀ ਬਿਮਾਰੀ ਲੱਗ ਗਈ ਜੋ ਤੇਰੀਆਂ ਮਿੰਨਤਾਂ ਕੱਢਾਂ। ਭੋਲੇ ਨੇ ਆਪਣੇ ਕੰਨ ਹਿਲਾਏ ਪਰ ਮੂੰਹ ਦੂਜੇ ਪਾਸੇ ਕਰਕੇ ਹੀ ਬੈਠਾ ਰਿਹਾ। ਉਸਦੇ ਇਸ ਵਰਤਾਓ ਤੇ ਬੇਬੇ ਰੋ ਪਈ ਤੇ ਬੋਲੀ, ਜਾ, ਮੈਂ ਹੀ ਪਾਗਲ ਸੀ ਜੋ ਤੇਰੇ ਨਾਲ ਮੋਹ ਪਾ ਬੈਠੀ। ਤੂੰ ਤਾਂ ਬਲਦ ਦਾ ਬਲਦ ਹੀ ਰਹਿਣਾ। ਜਿੱਦਾਂ ਹੀ ਬੇਬੇ ਦੇ ਹੰਝੂ ਉਸਦੇ ਮੂੰਹ ਤੇ ਪਏ, ਉਹ ਹਵਾ ਵਿੱਚ ਸਿੰਗ ਲਹਿਰਾਉਂਦਾ ਹੋਇਆ ਉੱਠਿਆ ਤੇ ਸਿਰ ਝੁਕਾਏ ਬੇਬੇ ਦੇ ਪਿੱਛੇ ਪਿੱਛੇ ਘਰ ਵੱਲ ਚੱਲ ਪਏ। ਧੰਨਵਾਦ। ਮਾਈਕ। ਬਹੁਤ ਬਹੁਤ ਧੰਨਵਾਦ ਮੈਡਮ ਸੀਮਾ ਵਰਮਾ ਜੀ, ਜਿਨ੍ਹਾਂ ਨੇ ਬਹੁਤ ਹੀ ਭਾਵਪੂਰਤ ਮਿੰਨੀ ਕਹਾਣੀ ਸਾਡੇ ਸਾਹਮਣੇ ਪੇਸ਼ ਕੀਤੀ। ਮੈਂ ਹੁਣ ਬੇਨਤੀ ਕਰਾਂਗਾ, ਪਟਿਆਲਾ ਤੋਂ ਸਾਡੇ ਨਾਲ ਜੁੜੇ ਨੇ ਡਾਕਟਰ ਇੰਦਰਪਾਲ ਕੌਰ ਜੀ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਡਾਕਟਰ ਇੰਦਰਪਾਲ ਕੌਰ। ਹੈ ਵੀਜ਼ਾ। ਰਾਜਦੀਪ ਕੁਝ ਮਹੀਨੇ ਪਹਿਲਾਂ ਰਿਟਾਇਰ ਹੋਏ ਆਪਣੇ ਦੋਸਤ ਅਮਰੀਕ ਸਿੰਘ ਨੂੰ ਕਹਿ ਰਿਹਾ ਸੀ ਕਿ ਯਾਰ, ਹੁਣ ਨੌਜਵਾਨ ਮੁੰਡੇ ਕੁੜੀਆਂ ਉੱਚ ਵਿਦਿਆ ਹਾਸਲ ਕਰਕੇ ਆਸਟ੍ਰੇਲੀਆ, ਅਮਰੀਕਾ, ਕੈਨੇਡਾ ਵੱਲ ਨੂੰ ਕਿਉਂ ਭੱਜੇ ਜਾ ਰਹੇ ਹਨ। ਅਮਰੀਕ ਸਿੰਘ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਬੋਲਿਆ, ਯਾਰ, ਇਹਨਾਂ ਦੀ ਪੜ੍ਹਾਈ ਦੀ ਇੱਥੇ ਕੋਈ ਕਦਰ ਹੀ ਨਹੀਂ ਪੈ ਰਹੀ। ਨਾ ਤਾਂ ਰੁਜ਼ਗਾਰ ਮਿਲਦਾ ਹੈ, ਜੇ ਮਿਲਦਾ ਹੈ ਤਾਂ ਪ੍ਰਾਈਵੇਟ ਕੰਪਨੀਆਂ ਵਿੱਚ, ਫਿਰ ਕੋਈ ਪੱਕਾ ਵੀ ਨਹੀਂ, ਕਿਸੇ ਵੇਲੇ ਵੀ ਨੌਕਰੀ ਤੋਂ ਕੱਢ ਸਕਦੇ ਹਨ। ਬੱਚਾ 102 ਸਾਲ ਬਾਅਦ ਕੰਪਨੀਆਂ ਬੱਚੇ ਬਦਲਦੇ ਰਹਿੰਦੇ ਹਨ। ਵਿਦੇਸ਼ ਵਿੱਚ ਅਜਿਹਾ ਨਹੀਂ ਹੈ। ਮਿਹਨਤ ਦਾ ਪੂਰਾ ਮੁੱਲ ਮਿਲਦਾ ਹੈ। ਵਰਤਮਾਨ ਤੇ ਭਵਿੱਖ ਦੋਨੋਂ ਹੀ ਸੁਰੱਖਿਅਤ ਰਹਿੰਦੇ ਹਨ। ਕਾਨੂੰਨ ਜੋ ਬਣਦੇ ਹਨ ਲਾਗੂ ਵੀ ਹੁੰਦੇ ਹਨ। ਹਫ਼ਤੇ ਬਾਅਦ ਬੱਚੇ ਖੂਬ ਆਨੰਦ ਮਾਣਦੇ ਹਨ। ਜੇ ਸਰਕਾਰ ਟੈਕਸ ਲੈਂਦੀ ਹੈ ਤਾਂ ਸਹੂਲਤਾਂ ਵੀ ਪੂਰੀਆਂ ਦਿੰਦੀ ਹੈ। ਸਫਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ। ਇਹ ਗੱਲਾਂ ਸੁਣ ਕੇ ਰਾਜਦੀਪ ਸਿੰਘ ਬਹੁਤ ਹੈਰਾਨ ਹੋਇਆ ਤੇ ਕਹਿਣ ਲੱਗਾ, ਆਪਾਂ ਵੀ ਯਾਰ ਵਿਦੇਸ਼ ਚੱਲਦੇ ਹਾਂ। ਹੁਣ ਤਾਂ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ। ਨਾ ਤਾਂ ਇਸ ਉਮਰ ਵਿੱਚ ਕੰਮ ਕਰ ਸਕਣਾ ਹੈ ਤੇ ਨਾ ਹੀ ਸਾਡੀ ਇੱਥੋਂ ਦੀ ਪੈਨਸ਼ਨ ਨਾਲ ਉੱਥੇ ਸਾਡਾ ਗੁਜ਼ਾਰਾ ਹੋਣਾ ਹੈ। ਅਮਰੀਕ ਸਿੰਘ ਨੇ ਜਵਾਬ ਦਿੱਤਾ, ਚੱਲ ਫਿਰ ਵਿਦੇਸ਼ ਦੀ ਸੈਰ ਹੀ ਕਰ ਆਉਂਦੇ ਹਾਂ। ਇਹ ਤਾਂ ਨਹੀਂ ਹੋਏਗਾ ਕਿ ਅਸੀਂ ਚੰਗੀਆਂ ਥਾਵਾਂ ਵੇਖੇ ਬਗੈਰ ਹੀ ਇਸ ਦੁਨੀਆ ਤੋਂ ਚਲੇ ਗਏ। ਰਾਜਦੀਪ ਨੇ ਹਾਮੀ ਭਰੀ। ਹੁਣ ਦੋਨੋਂ ਵਿਦੇਸ਼ ਜਾਣ ਦੇ ਲਈ ਵੀਜ਼ਾ ਲਵਾਉਣ ਵਿੱਚ ਜੁਟ ਗਏ। ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ, ਸ਼ੁਕਰੀਆ ਡਾਕਟਰ ਇੰਦਰਪਾਲ ਕੌਰ ਮੈਡਮ ਜੀ, ਵਧੀਆ ਮਿੰਨੀ ਕਹਾਣੀ ਤੁਸੀਂ ਪੇਸ਼ ਕੀਤੀ। ਹੁਣ ਮੈਂ ਬੇਨਤੀ ਕਰਾਂਗਾ, ਲੁਧਿਆਣੇ ਤੋਂ ਸਾਡੇ ਨਾਲ ਜੁੜੇ ਹੋਏ ਨੇ ਮੈਡਮ ਸੁਰਿੰਦਰਜੀਤ ਜੀ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਮੈਡਮ ਸੁਰਿੰਦਰਜੀਤ। ਸਭ ਤੋਂ ਪਹਿਲਾਂ ਤਾਂ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਤੇ ਸਾਰੇ ਸੰਯੋਜਕਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਚੜ੍ਹਦੇ ਸਾਲ ਵਿੱਚ ਹੀ ਇਹ ਨਾਰੀ ਕਹਾਣੀ ਦਰਬਾਰ ਰੱਖਿਆ ਔਰ ਸਾਨੂੰ ਮਾਣ ਦਿੱਤਾ। ਸਾਰਿਆਂ ਨੂੰ, ਸਰੋਤਿਆਂ ਨੂੰ, ਸਾਰੇ ਪਾਰਟਿਸਪੈਂਟਸ ਨੂੰ, ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਕਹਾਣੀ ਦਾ ਸਿਰਲੇਖ ਹੈ ਜਿਉਣ ਜੋਗੀ। ਸਵੀਨਾ ਤੇ ਜੈਸਿਕਾ ਕਾਲਜ ਵਿੱਚ ਇੱਕੋ ਕਲਾਸ ਵਿੱਚ ਪੜ੍ਹਦੀਆਂ ਸਨ। ਪੱਕੀਆਂ ਸਹੇਲੀਆਂ ਹੋਣ ਕਰਕੇ ਪਰਿਵਾਰਕ ਸਾਂਝ ਵੀ ਸੀ। ਕਈ ਦਿਨਾਂ ਤੋਂ ਜੈਸਿਕਾ ਕਾਲਜ ਨਹੀਂ ਸੀ ਆ ਰਹੀ। ਸਵੀਨਾ ਨੇ ਕਈ ਵਾਰ ਫੋਨ ਕੀਤੇ ਪਰ ਹਮੇਸ਼ਾ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ। ਲਗਭਗ 2 ਹਫ਼ਤਿਆਂ ਪਿੱਛੋਂ ਜੈਸਿਕਾ ਜਦੋਂ ਕਾਲਜ ਆਈ ਤਾਂ ਉਸਦਾ ਹਮੇਸ਼ਾ ਹੰਸੂ ਕਰਦਾ ਚਿਹਰਾ ਅੱਜ ਬੜਾ ਹੀ ਮੁਰਝਾਇਆ ਪਿਆ ਸੀਗਾ। ਸਵੀਨਾ ਦੇ ਵਾਰ-ਵਾਰ ਪੁੱਛਣ ਤੇ ਵੀ ਜੈਸਿਕਾ ਨੇ ਕੋਈ ਗੱਲ ਨਾ ਕੀਤੀ। ਸਵੀਨਾ ਆਪਣੀ ਸਹੇਲੀ ਦੇ ਰਵੱਈਏ ਤੋਂ ਕਾਫੀ ਪਰੇਸ਼ਾਨ ਸੀ। ਇੱਕ ਦਿਨ ਕਾਲਜ ਦੀ ਕੰਟੀਨ 'ਚ ਬੈਠੀਆਂ ਦੋਨੇ ਕੌਫੀ ਪੀ ਰਹੀਆਂ ਸਨ ਤਾਂ ਸਵੀਨਾ ਨੇ ਜੈਸਿਕਾ ਨੂੰ ਕਿਹਾ, ਜੈਸਿਕਾ, ਤੈਨੂੰ ਮੇਰੀ ਸਹੁੰ, ਪਲੀਜ਼ ਮੈਨੂੰ ਕੁਝ ਤਾਂ ਦੱਸ, ਤੂੰ ਇੰਨੀ ਉਦਾਸ ਕਿਉਂ ਹੈ, ਇੰਨੀ ਗੁੰਮਸੁੰਮ ਕਿਉਂ ਰਹਿੰਦੀ ਹੈ। ਸਵੀਨਾ, ਤੈਨੂੰ ਵੀ ਪਤਾ ਹੈ ਮੈਂ ਤੇਰੀ ਝੂਠੀ ਸਹੁੰ ਨਹੀਂ ਖਾ ਸਕਦੀ।
ਫਿਰ ਸੱਚੋ ਸੱਚ ਦੱਸ ਮਾਜਰਾ ਕੀ ਹੈ? ਤੈਨੂੰ ਯਾਦ ਹੈ ਇੱਕ ਵਾਰ ਤੇਰਾ ਭਰਾ ਤੈਨੂੰ ਕਾਲਜ ਤੋਂ ਲੈਣ ਆਇਆ ਸੀ ਤੇ ਮੈਂ ਵੀ ਤੁਹਾਡੇ ਨਾਲ ਕਾਰ 'ਚ ਨਾਲ ਹੀ ਗਈ ਸੀ ਤੇ ਉਹਦੇ ਨਾਲ ਇੱਕ ਉਹਦਾ ਦੋਸਤ ਵੀ ਸੀ, ਹੈਰੀ। ਆਪਾਂ ਇਕੱਠੇ ਗਏ ਸੀਗੇ। ਅੱਛਾ ਅੱਛਾ, ਮੇਰੀ ਸਹੇਲੀ ਹੈਰੀ ਦੀ ਦੀਵਾਨੀ ਹੋ ਗਈ ਲੱਗਦੀ ਹੈ। ਕੋਈ ਨਾ, ਹੈਰੀ ਵੀ ਮੇਰਾ ਭਰਾ ਹੀ ਹੈ, ਆਪਾਂ ਉਹਦੇ ਨਾਲ ਗੱਲ ਕਰ ਲਵਾਂਗੇ, ਸਵੀਨਾ ਨੇ ਹੱਸਦਿਆਂ ਕਿਹਾ। ਤੂੰ ਗਲਤ ਸਮਝ ਰਹੀ ਹੈ। ਅੱਛਾ, ਤੂੰ ਹੀ ਦੱਸ ਫਿਰ ਅਸਲੀਅਤ ਕੀ ਹੈ? ਸਵੀਨਾ, ਇੱਕ ਦਿਨ ਤੂੰ ਕਾਲਜ ਨਹੀਂ ਸੀ ਆਈ ਤੇ ਮੈਂ ਆਟੋ ਦਾ ਇੰਤਜ਼ਾਰ ਕਰ ਰਹੀ ਸੀ। ਅਚਾਨਕ ਇੱਕ ਤੇਜ਼ ਰਫ਼ਤਾਰ ਕਾਰ ਮੇਰੇ ਕੋਲ ਆ ਕੇ ਰੁਕੀ ਤੇ ਮੇਰੇ ਮੂੰਹ ਤੇ ਹੱਥ ਰੱਖ ਕੇ ਮੈਨੂੰ ਕਾਰ ਵਿੱਚ ਸੁੱਟ ਕੇ ਲੈ ਗਏ। ਹੈਰੀ ਤੇ ਉਸਦੇ ਦੋਸਤਾਂ ਨੇ ਸਾਰੀ ਰਾਤ ਮੈਨੂੰ ਘਰ ਨਹੀਂ ਆਉਣ ਦਿੱਤਾ। ਸਵੇਰੇ ਕਾਲਜ ਦੇ ਗੇਟ ਤੇ ਛੱਡ ਕੇ ਹੀ ਫਰਾਰ ਹੋ ਗਏ। ਕਹਿੰਦੇ ਕਾਂ ਜੈਸਿਕਾ ਦਾ ਮਨ ਭਰ ਆਇਆ। ਅਨਹੋਣੀ ਨੂੰ ਭਾਂਵਦਿਆਂ ਸਵੀਨਾ ਨੇ ਪੁੱਛਿਆ, ਤੂੰ ਘਰੇ ਨਹੀਂ ਸੀ ਦੱਸਿਆ? ਇੰਨੀ ਵੱਡੀ ਘਟਨਾ ਵਾਪਰ ਗਈ, ਤੂੰ ਦੱਸਣਾ ਚਾਹੀਦਾ ਸੀ। ਦੱਸਿਆ ਸੀ, ਪਰ ਮੇਰੇ ਦਾਦੀ ਜੀ ਨੇ ਰਿਪੋਰਟ ਲਿਖਾਉਣ ਤੋਂ ਰੋਕਦਿਆਂ ਹਦਾਇਤ ਕੀਤੀ ਸੀ ਕਿ ਇਸ ਬਾਰੇ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਚਾਹੀਦਾ, ਨਹੀਂ ਤਾਂ ਸਮਾਜ ਵਿੱਚ ਮੂੰਹ ਕਿੱਦਾਂ ਦਿਖਾਵਾਂਗੇ। ਉਹ ਵਿਗੜੈਲ ਅਮੀਰਜ਼ਾਦੇ ਨੇ, ਇਸ ਨੂੰ ਇੱਕ ਬੁਰਾ ਸੁਪਨਾ ਸਮਝ ਕੇ ਭੁੱਲ ਜਾ। ਮੈਂ ਤਾਂ ਤੈਨੂੰ ਵੀ ਇਸ ਕਰਕੇ ਨਹੀਂ ਦੱਸਿਆ ਕਿ ਤੂੰ ਹੈਰੀ ਨੂੰ ਵੀ ਆਪਣਾ ਭਰਾ ਮੰਨਦੀ ਹੈ, ਕਿਤੇ ਤੂੰ ਹੀ ਨਾ ਗੁੱਸਾ ਕਰਦੇ ਕਿ ਸ਼ਾਇਦ ਮੈਂ ਐਵੇਂ ਕੁਛ ਤੈਨੂੰ ਭਰਾ ਨੂੰ ਬਦਨਾਮ ਕਰ ਰਹੀ ਹਾਂ। ਜੈਸਿਕਾ, ਮੈਂ ਤੇਰੇ ਨਾਲ ਹਾਂ, ਆਪਾਂ ਦੋਸ਼ੀਆਂ ਨੂੰ ਹਰ ਹੀਲੇ ਸਜ਼ਾ ਦਿਵਾਉਣੀ ਹੈ। ਅਗਲੇ ਹੀ ਦਿਨ ਸਵੀਨਾ ਆਪਣੇ ਮਾਪਿਆਂ ਦੇ ਨਾਲ ਜੈਸਿਕਾ ਦੇ ਘਰ ਗਈ। ਉਸਨੇ ਉਸਦੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਉਹਨਾਂ ਨੂੰ ਸਮਝਾਇਆ ਔਰ ਸਾਰਿਆਂ ਨੇ ਇੱਕ ਫਿਰ ਕੇਸ ਕਰਨ ਦਾ ਫੈਸਲਾ ਕਰ ਲਿਆ ਕਿ ਇਹੋ ਜਿਹੇ ਵਿਗੜੈਲਾਂ ਤੇ ਕੇਸ ਕਰਨਾ ਬਹੁਤ ਜ਼ਰੂਰੀ ਹੈ। ਕਾਫੀ ਸਮਾਂ ਕੇਸ ਚੱਲਿਆ ਤੇ ਬਾਅਦ ਚ ਫੈਸਲੇ ਦਾ ਸਮਾਂ ਆਇਆ ਕਿ ਅਦਾਲਤ ਵਿੱਚ ਬੈਠਿਆਂ ਸਵੀਨਾ ਤੇ ਜੈਸਿਕਾ ਨੇ ਹੱਥ ਫੜਿਆ ਹੋਇਆ ਸੀ ਆਪਸ ਚ। ਜੱਜ ਦਾ ਫੈਸਲਾ ਸੁਣਦਿਆਂ ਹੀ ਜੈਸਿਕਾ ਵਿੱਚ ਇੱਕ ਨਵੀਂ ਊਰਜਾ ਭਰ ਗਈ। ਸਵੀਨਾ ਨੇ ਉਸਨੂੰ ਘੁੱਟ ਕੇ ਜੱਫੀ ਪਾਉਂਦਿਆਂ ਕਿਹਾ, ਜੈਸਿਕਾ, ਤੂੰ ਕੁੜੀਆਂ ਲਈ ਰੋਲ ਮਾਡਲ ਹੈ, ਹੁਣ ਤੂੰ ਕੁੜੀਆਂ ਦੀ ਆਵਾਜ਼ ਬਣੇਗੀ। ਸਵੀਨਾ, ਤੂੰ ਤਾਂ ਮੈਨੂੰ ਜਿਉਣ ਜੋਗੀ ਕਰ ਦਿੱਤਾ। ਕਹਿੰਦਿਆਂ ਜੈਸਿਕਾ ਦੀ ਅੱਖਾਂ ਵਿੱਚ ਚਮਕ ਆ ਗਈ। ਬਹੁਤ ਬਹੁਤ ਸ਼ੁਕਰੀਆ। ਹਾਂਜੀ, ਬਹੁਤ ਬਹੁਤ ਧੰਨਵਾਦ ਮੈਡਮ ਸੁਰਿੰਦਰਦੀਪ ਜੀ, ਜਿਨ੍ਹਾਂ ਨੇ ਇੱਕ ਖੂਬਸੂਰਤ ਮਿੰਨੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ, ਜੋ ਕਿ ਔਰਤ ਨੂੰ ਜਿਹੜਾ ਜ਼ਬਰ ਹੈ, ਜ਼ੁਲਮ ਹੈ, ਉਹਦਾ ਟਾਕਰਾ ਕਰਨ ਦੀ ਸੰਦੇਸ਼ ਦਿੰਦੀ ਹੈ। ਮੈਂ ਹੁਣ ਬੇਨਤੀ ਕਰਾਂਗਾ, ਮਲੇਰਕੋਟਲੇ ਤੋਂ ਸਾਡੇ ਨਾਲ ਜੁੜੇ ਹੋਏ ਨੇ ਮੈਡਮ ਪਰਮਜੀਤ ਕੌਰ, ਉਹ ਆਪਣੀ ਮਿੰਨੀ ਕਹਾਣੀ ਦਾ ਪਾਠ ਕਰਨ। ਮੈਡਮ ਪਰਮਜੀਤ ਕੌਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਮੇਰੀ ਮਿੰਨੀ ਕਹਾਣੀ ਦਾ ਨਾਮ ਹੈ ਜੀ ਲੂਣਾ ਦੀ ਆਤਮਾ। ਦੇਖ ਗੁਰਜੀਤ ਕੁੜੇ, ਬੜੀ ਹੀ ਆਸ ਨਾਲ ਆਈ ਆਂ ਤੇਰੇ ਕੋਲ, ਸੁੱਖ ਨਾਲ 18 ਸਾਲ ਤੋਂ ਟੱਪ ਚੱਲੀ ਹੈ। ਜੀਤੀ, ਕਿਹੜਾ ਘਰ ਰੱਖਣੀ ਤੁਸੀਂ? ਕਿਤੇ ਤਾਂ ਤੋਰਦੀ ਹੀ ਪਊ, ਫਿਰ ਮੇਰੇ ਪੱਲੇ ਹੀ ਪਾ ਦਿਓ। ਸੁੱਖ ਨਾਲ ਰਿਟਾਇਰ ਫੌਜੀ ਹੈ, ਪਹਿਲਾਂ ਵਿਆਹ ਦਾ ਇੱਕ ਮੁੰਡਾ ਹੀ ਤਾਂ ਹੈ। 2 ਸਾਲਾਂ ਨੂੰ ਕੀ ਕਹਿੰਦੇ ਲੈਟਸ ਕਰਕੇ ਬਾਹਰਲੇ ਮੁਲਕ ਜਹਾਜ਼ ਚੜ ਜਾਣਾ ਉਸਨੇ। ਸੁੱਖ ਨਾਲ ਮਹਾਰਾਣੀ ਬਣ ਕੇ ਰਹਿਣਾ ਜੀਤੀ ਨੇ ਤਾਂ, ਨਾਲੇ ਤੁਹਾਡੇ ਵੀ ਭਾਅ ਖੁੱਲ ਜਾਣੇ। ਤਾਈ ਵਿਸਨੀ ਨੇ ਆਪਣੀ ਗਵੰਢ ਨੂੰ ਜੀਤੀ, ਜਿਹੜੀ ਕਿ ਅਨਾਥ ਸੀ ਅਤੇ ਆਪਣੇ ਤਾਏ ਦੇ ਪਰਿਵਾਰ ਵਿੱਚ ਰਹਿ ਰਹੀ ਸੀ, ਦਾ ਰਿਸ਼ਤਾ ਮੰਗਦੇ ਕਿਹਾ। ਪਰ ਮੈਂ ਹਾਂ ਕਿਵੇਂ ਕਰਾਂ? ਪਤਾ ਨਹੀਂ ਰਿਸ਼ਤੇਦਾਰ ਹਾਂ ਕਰਨਗੇ ਜਾਂ ਨਹੀਂ। ਇਹਦੇ ਤਾਏ ਨੂੰ ਤਾਂ ਮੈਂ ਪਿੱਛੇ ਲਾ ਹੀ ਲੈਣਾ, ਉਹ ਨਹੀਂ ਕੋਈ ਮੋੜਦਾ ਮੇਰੀ। ਪਰ ਆ ਜੈ ਖਾਣੇ ਆਏ ਦੀਆਂ ਭੂਆ ਨੇ ਪੈਰ ਤੇ ਪਾਣੀ ਪੈਣ ਦੇਣਾ। ਪਰ ਤੂੰ ਫਿਕਰ ਨਾ ਕਰ, 17 ਸਾਲ ਹੋ ਗਏ ਜੀਤੀ ਨੂੰ ਅੰਨ ਖਵਾਉਂਦੀ ਨੂੰ, ਫੇਰ ਇਸ ਦੀ ਜ਼ਿੰਦਗੀ ਦਾ ਫੈਸਲਾ ਕਰਨ ਦਾ ਹੱਕ ਵੀ ਤਾਂ ਮੇਰਾ ਹੀ ਹੈ। ਤੂੰ ਬੁਲਾ ਲਈ ਕੱਲ ਹੀ ਫੌਜੀ ਨੂੰ, ਆਪਾਂ ਬਹੁਤੀ ਬਾਂਹ ਨਹੀਂ ਕਰਨੀ, ਕੱਲ ਨਾਲ ਹੀ ਤੋਰਦੇ ਨਹੀਂ। ਗੁਰਜੀਤ ਕੌਰ ਨੇ ਨਿਡਰ ਹੋ ਕੇ ਆਪਣਾ ਹੀ ਫੈਸਲਾ ਸੁਟਾ ਦਿੱਤਾ। ਅਗਲੇ ਹੀ ਦਿਨ ਗਊ ਵਰਗੀ ਸ਼ਰੀਫ ਜੀਤੀ ਨੂੰ ਫੌਜੀ ਦੇ ਲੜ ਲਗਾ ਕੇ ਤੋਰ ਦਿੱਤਾ ਤੇ ਬਦਲੇ ਵਿੱਚ ਮੋਟੀ ਰਕਮ ਝੋਲੀ ਪਵਾ ਲਈ। ਵਿਚਾਰੀ ਜੀਤੀ ਆਪਣੀ ਉਮਰ ਤੋਂ ਦੁੱਗਣੇ ਆਦਮੀ ਨਾਲ ਵਿਆਹੀ ਗਈ, ਪਰ ਕੁਝ ਕਰਨ ਤੋਂ ਬੇਵਸ ਸੀ। ਸਾਰਾ ਦਿਨ ਘਰ ਦੇ ਕੰਮ ਕਰਦੀ, ਪਰ ਤੇ ਜੀਤੀ ਪ੍ਰਤੀ ਨੰਬਰ। ਇੱਕ ਦਿਨ ਜਦੋਂ ਫੌਜੀ ਜੀਤੀ ਨਾਲ ਕੁੱਟਮਾਰ ਕਰ ਰਿਹਾ ਸੀ ਤਾਂ ਉਸਦੇ ਪੁੱਤਰ ਨੇ ਭੱਜ ਕੇ ਜੀਤੀ ਨੂੰ ਬਚਾਇਆ ਤੇ ਆਪਣੇ ਪਿਤਾ ਨੂੰ ਕੋਸਦੇ ਹੋਏ ਜੀਤੀ ਨੂੰ ਬਾਹਰ ਕਮਰੇ ਵਿੱਚ ਛੱਡ ਕੇ ਆਇਆ। ਜੀਤੀ ਹੌਂਕੇ ਭਰ ਰੋ ਰਹੀ ਸੀ ਤੇ ਆਪ ਮਤੀ ਸੋਚਣ ਲੱਗੀ, ਮੇਰੀ ਲਾਲਚੀ ਤਾਈ ਨੇ ਮੈਨੂੰ ਕਿਸ ਕਿਸਾਈ ਦੇ ਪੱਲੇ ਪਾ ਦਿੱਤਾ। ਕੀ ਮੇਲ ਜੋਲ ਸੀ ਮੇਰਾ ਇਸ ਨਾਲ? ਮੇਰਾ ਤਾਂ ਇਸਦੇ ਪੁੱਤ ਨਾਲ ਮੇਲ ਜੋਲ ਸੀ। ਮੇਰਾ ਹਮ ਉਮਰ ਤਾਂ ਉਹੀ ਹੈ, ਮੈਨੂੰ ਤਾਂ ਉਸਦਾ ਹੀ ਮੋਹ ਆਉਂਦਾ। ਹਾਂ, ਮੈਂ ਉਸਨੂੰ ਆਪਣੇ ਦਿਲ ਦੀ ਗੱਲ ਜ਼ਰੂਰ ਦੱਸਦੀ ਹਾਂ, ਕੀ ਪਤਾ ਉਹ ਵੀ। ਇਹ ਸੋਚਦੀ ਉਸਨੇ ਕਾਹਲੀ ਨਾਲ ਫੌਜੀ ਦੇ ਪੁੱਤਰ ਵੱਲ ਕਦਮ ਵਧਾ ਲਏ, ਪਰ ਫਿਰ ਇੱਕਦਮ ਹੀ ਪਿੱਛੇ ਮੁੜ ਗਈ ਤੇ ਚੀਕਦੀ ਹੋਈ ਆਖਣ ਲੱਗੀ, ਨਹੀਂ, ਲੋਕ ਤਾਂ ਪਹਿਲਾਂ ਹੀ ਲੂਣਾ ਨੂੰ ਮਾੜਾ ਆਖਦੇ, ਫਿਰ ਮੈਨੂੰ ਵੀ। ਪਰ
ਪਰ ਮੈਨੂੰ ਅੱਜ ਲੂਣਾ ਚੰਗੀ ਤੇ ਮੇਰੇ ਬਰਾਬਰ ਦੀ ਲੱਗ ਰਹੀ। ਨਹੀਂ ਪਰ ਮੈਂ ਲੂਣਾ ਤਾਂ ਨਹੀਂ, ਮੈਂ ਤਾਂ ਜੀਤੀ ਹਾਂ। ਮੈਂ ਤਾਨੇ ਨਹੀਂ ਸੁਣ ਸਕਦੀ ਲੋਕਾਂ ਦੇ। ਹਾਂ ਮੈਂ ਤਾਂ ਜੀਤੀ ਹੀ ਹਾਂ, ਮੈਂ ਕੋਈ ਲੂਣਾ ਥੋੜੀ ਹਾਂ। ਨਹੀਂ ਨਹੀਂ ਮੈਂ ਨਹੀਂ, ਸ਼ਾਇਦ ਮੇਰੇ ਵਿੱਚ ਲੂਣਾ ਦੀ ਆਤਮਾ ਆ ਗਈ ਸੀ। ਸੱਚੀ ਉਹ ਲੂਣਾ ਦੀ ਆਤਮਾ ਹੀ ਸੀ। ਧੰਨਵਾਦ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮੈਡਮ ਪਰਮਜੀਤ ਕੌਰ ਜੀ, ਜਿਨ੍ਹਾਂ ਨੇ ਇੱਕ ਨਵੇਕਲੇ ਅੰਦਾਜ਼ ਦੇ ਵਿੱਚ ਪ੍ਰਤੀਕਾਤਮਕ ਮਿੰਨੀ ਕਹਾਣੀ ਦੋ ਸੰਦਰਭਾਂ ਨੂੰ ਲੈ ਕੇ ਸਾਡੇ ਸਾਹਮਣੇ ਪੇਸ਼ ਕੀਤੀ। ਸਾਡੇ ਕੋਲ ਇਸ ਮਤਲਬ ਜੋ ਸਰਦ ਰੁੱਤ ਦਾ ਮਿੰਨੀ ਕਹਾਣੀ ਦਰਬਾਰ ਹੈ, ਮੈਡਮ ਮਨਪ੍ਰੀਤ ਕੌਰ ਭਾਟੀਆ ਜੀ ਆਖਰੀ ਜੋ ਮਿੰਨੀ ਕਹਾਣੀ ਲੇਖਕਾਂ ਨੇ ਇਸ ਸੈਮੀਨਾਰ ਦੇ, ਉਹਨਾਂ ਨੇ ਆਪਣੀ ਕਹਾਣੀ ਪੜ੍ਹਨੀ ਹੈ। ਜੇਕਰ ਉਹ ਹਾਜ਼ਰ ਨੇ ਤਾਂ ਉਹ ਪੜ੍ਹ ਸਕਦੇ ਨੇ, ਨਹੀਂ ਤਾਂ ਉਹਨਾਂ ਦਾ ਮੇਰੇ ਕੋਲ ਮੈਸੇਜ ਆਇਆ ਸੀ ਵੀ ਅੱਜ ਉਹਨਾਂ ਦਾ ਕੋਈ ਜ਼ਰੂਰੀ ਰੁਝੇਵੇਂ ਕਾਰਨ ਉਹਨਾਂ ਨੂੰ ਬਾਹਰ ਜਾਣਾ ਪੈ ਰਿਹਾ। ਮੈਨੂੰ ਲੱਗਦਾ ਮੈਡਮ ਨਹੀਂ ਜੁੜ ਸਕੇ ਸਾਡੇ ਨਾਲ। ਜਿੰਨੇ ਵੀ ਨਾਰੀ ਲੇਖਕਾਵਾਂ ਨੇ ਆਪਣੀਆਂ ਰਚਨਾਵਾਂ ਪੜ੍ਹੀਆਂ, ਸਭ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਹੁਣ ਮੈਂ ਬਿਨਾਂ ਕਿਸੇ ਦੇਰੀ ਤੋਂ ਬੇਨਤੀ ਕਰਾਂਗਾ, ਸਾਡੇ ਨਾਲ ਦਿੱਲੀ ਯੂਨੀਵਰਸਿਟੀ ਤੋਂ ਡਾਕਟਰ ਦੀਪਕ ਕੁਮਾਰ ਜੀ ਜੁੜੇ ਹੋਏ ਨੇ, ਉਹ ਆਪਣੀ ਇਹਨਾਂ ਮਿੰਨੀ ਕਹਾਣੀਆਂ ਦੇ ਉੱਪਰ ਗੱਲਬਾਤ ਰੱਖਣਗੇ। ਡਾਕਟਰ ਦੀਪਕ ਕੁਮਾਰ। ਸਤਿਕਾਰਯੋਗ ਖੇਮਕਰਨੀ ਜੀ, ਡਾਕਟਰ ਦੀਪਤੀ ਜੀ, ਪ੍ਰੋਗਰਾਮ ਕਨਵੀਨਰ ਜਗਦੀਸ਼ ਜੀ, ਮਹਿੰਦਰਪਾਲ ਜੀ ਤੇ ਹਾਜ਼ਰੀ ਸਾਰਿਆਂ ਨੂੰ ਮੇਰੀ ਪਿਆਰ ਭਰੀ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਨਵੇਂ ਸਾਲ ਦਾ ਜਿਹੜਾ ਆਗਾਜ਼ ਹੋ ਰਿਹਾ ਹੈ ਉਹ ਨਾਰੀ ਮਿੰਨੀ ਕਹਾਣੀ ਦਰਬਾਰ ਤੋਂ ਹੋ ਰਿਹਾ ਹੈ, ਤੇ ਮੇਰੀ ਖੁਸ਼ਕਿਸਮਤੀ ਵੀ ਹੈ ਕਿ ਮੈਨੂੰ ਤੁਹਾਡੇ ਰੂਬਰੂ ਹੋਣ ਦਾ ਮੌਕਾ ਮਿਲਿਆ। ਫ੍ਰੈਂਚ ਵਿੱਚ ਇੱਕ ਸ਼ਬਦ ਵਰਤਿਆ ਜਾਂਦਾ ਹੈ, ਇੱਕ ਰੀਚਰ ਫੈਮਿਨਿਨ। ਇਸਦਾ ਭਾਵ ਹੈ ਕਿ ਨਾਰੀ ਸਾਹਿਤ ਜਿਹੜਾ ਹੁੰਦਾ ਹੈ ਉਹ ਵਿਸ਼ੇਸ਼ ਕਿਸਮ ਦਾ ਇੱਕ ਪ੍ਰਵਚਨ ਹੈ ਜੋ ਨਾਰੀ ਦੇਹ ਔਰ ਉਸਦੇ ਭਾਵਾਂ ਦੇ ਬਹੁਤ ਨੇੜੇ ਹੁੰਦਾ ਹੈ। ਕਿਉਂਕਿ ਸਾਡਾ ਜਿਹੜਾ ਸਮਾਜਿਕ ਪ੍ਰਸੰਗ ਹੈ, ਉਹ ਸਮਾਜਿਕ ਪ੍ਰਸੰਗ ਦੇ ਵਿੱਚ ਔਰਤਾਂ ਦਾ ਹਮੇਸ਼ਾ ਹੀ ਦਮਨ ਹੁੰਦਾ ਰਿਹਾ, ਔਰ ਉਹਨਾਂ ਦੇ ਮਨ ਦੀ ਜਿਹੜੀਆਂ ਵੀ ਗੱਲਾਂ ਹੁੰਦੀਆਂ ਨੇ ਨਾ, ਉਹ ਉਹਨਾਂ ਦੇ ਅਵਚੇਤਨ ਵਿੱਚ ਦੱਬੀਆਂ ਰਹਿ ਜਾਂਦੀਆਂ ਨੇ, ਜਾਂ ਫਿਰ ਕਹਿ ਲਓ ਕਿ ਅਣਕਹੀਆਂ ਰਹਿ ਜਾਂਦੀਆਂ ਨੇ। ਸਾਹਿਤ ਵਿੱਚ ਇਹ ਕਲਪਨਾ ਔਰ ਫੈਂਟਸੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦੀ ਹੈ। ਇਸੇ ਦ੍ਰਿਸ਼ਟੀ ਤੋਂ ਜਿਹੜੇ ਫ੍ਰੈਂਚ ਫੈਮਿਨਿਸਟ ਨੇ ਜਾਂ ਫ੍ਰੈਂਚ ਨਾਰੀਵਾਦੀ ਨੇ, ਉਹ ਪਰੰਪਰਕ ਭਾਸ਼ਾ ਦੀ ਬਜਾਏ ਔਰਤ ਨੂੰ ਆਪਣੀ ਖੁਦ ਦੀ ਭਾਸ਼ਾ ਘੜਨ ਦੀ ਗੱਲ ਕਰਦੇ ਨੇ। ਉਹ ਕਹਿੰਦੇ ਨੇ ਔਰਤ ਨੂੰ ਆਪਣੀ ਖੁਦ ਦੀ ਭਾਸ਼ਾ ਘੜਨੀ ਪਏਗੀ, ਆਪਣੀ ਭਾਸ਼ਾ ਦੇ ਵਿੱਚ ਆਪਣੀ ਗੱਲ ਕਰਨੀ ਪਏਗੀ। ਇਸ ਪੱਖ ਤੋਂ ਵੇਖੀਏ ਤਾਂ ਇਸ ਕਹਾਣੀ ਦਰਬਾਰ ਦੇ ਵਿੱਚ ਜਿਹੜੀਆਂ ਨਾਰੀ ਲੇਖਿਕਾਵਾਂ ਨੇ, ਇਹਨਾਂ ਸਾਰਿਆਂ ਦੀਆਂ ਕਹਾਣੀਆਂ ਬਹੁਤ ਮਹੱਤਵਪੂਰਨ ਨੇ ਤੇ ਸਾਰਿਆਂ ਨੂੰ ਵਧਾਈ ਵੀ ਦਿੰਦੀ ਹਾਂ। ਮੈਂ ਆਪਣੀ ਗੱਲਬਾਤ ਸੇਫਟੀ ਕਹਾਣੀ ਤੋਂ ਸ਼ੁਰੂ ਕਰਾਂਗੀ। ਸੇਫਟੀ ਕਹਾਣੀ ਜਿਹੜੀ ਹੈ ਉਹ ਪੱਛਮ ਦੇ ਪ੍ਰਭਾਵ ਕਰਕੇ, ਇਹ ਪੱਛਮ ਦੇ ਪ੍ਰਭਾਵ ਨੇ ਬੰਦੇ ਨੂੰ ਆਧੁਨਿਕ ਹੋਣ ਦਾ ਭਰਮ ਤਾਂ ਦਿੱਤਾ ਹੈ, ਲੇਕਿਨ ਰਿਸ਼ਤਿਆਂ ਨੂੰ ਕਿਵੇਂ ਨਿਭਾਇਆ ਜਾਂਦਾ ਹੈ ਇਹ ਸੋਝੀ ਉਸ ਤੋਂ ਖੋ ਲਈ ਹੈ। ਭਾਰਤੀ ਸਮਾਜ ਵਿੱਚ ਔਰਤ ਤੋਂ ਹੀ ਅਸੀਂ ਯੂਜੂਅਲੀ ਮੰਨਦੇ ਆਉਂਦੇ ਹਾਂ ਕਿ ਔਰਤ ਤੋਂ ਹੀ ਘਰ ਦੀ ਇੱਜ਼ਤ ਦਾ ਵਾਸਤਾ ਪਾਇਆ ਜਾਂਦਾ ਹੈ, ਔਰਤ ਦੀ ਇੱਜ਼ਤ ਨੂੰ ਹੀ ਮੁੱਖ ਰੱਖਿਆ ਜਾਂਦਾ ਹੈ ਕਿ ਇਸੇ ਤੋਂ ਘਰ ਦੀ ਇੱਜ਼ਤ ਹੈ। ਉਸੇ ਇੱਜ਼ਤ ਨੂੰ ਆਧੁਨਿਕ ਬਣਨ ਦਾ ਜਿਹੜਾ ਭਰਮ ਹੈ ਸਾਡੇ ਲੋਕਾਂ ਦਾ, ਉਹ ਅਨਕੌਂਸ਼ੀਅਸਲੀ ਉਸੇ ਇੱਜ਼ਤ ਨੂੰ ਦਾਅ ਤੇ ਲਾ ਦਿੰਦੇ ਨੇ ਔਰ ਉਹਨਾਂ ਨੂੰ ਪਤਾ ਵੀ ਨਹੀਂ ਲੱਗਦਾ। ਇਸ ਵਿੱਚੋਂ ਕਈ ਨੁਕਤੇ ਨਿਕਲ ਕੇ ਸਾਡੇ ਸਾਹਮਣੇ ਆ ਰਹੇ ਨੇ ਇਸੇ ਕਿਸਮ ਦੇ। ਔਰ ਦੂਜੀ ਗੱਲ ਹੈ ਕਿ ਔਰਤ ਜਿਹੜੀ ਹੈ, ਔਰਤ ਨੂੰ ਜਦੋਂ ਅਜਿਹਾ ਕੁਝ ਹੋ ਰਿਹਾ ਸੁਸਾਇਟੀ ਦੇ ਵਿੱਚ, ਤਾਂ ਔਰਤ ਨੂੰ ਆਪਣੇ ਲਈ ਆਪ ਖੜਾ ਹੋਣਾ ਪੈਣਾ। ਉਸਦੇ ਲਈ ਕੋਈ ਰਾਮ ਨਹੀਂ ਆਉਣ ਵਾਲਾ ਉਸਦੀ ਰਾਖੀ ਕਰਨ ਦੇ ਲਈ, ਤੇ ਔਰਤ ਨੂੰ ਆਪ ਖੜੇ ਹੋਣਾ ਪੈਣਾ ਹੈ। ਜੋ ਇਸਦੀ ਜਿਹੜੀ ਲੇਖਿਕਾ ਹੈ ਉਹਨੇ ਇੰਨਾ ਸ਼ਕਤੀਸ਼ਾਲੀ ਆਪਣੀ ਜਿਹੜੀ ਹੈ ਫੀਮੇਲ ਕੈਰੈਕਟਰ ਉਸਨੂੰ ਦਿਖਾਇਆ ਹੈ। ਤੇ ਇੱਥੇ ਲੋਕਾਂ ਦੀ ਜਿਹੜੀ ਇੱਕ ਮੁੱਦਾ ਹੋਰ ਇਸ ਕਹਾਣੀ ਦੇ ਵਿੱਚ ਉੱਭਰ ਕੇ ਸਾਡੇ ਸਾਹਮਣੇ ਆਉਂਦਾ ਹੈ ਕਿ ਇਸ ਵਿੱਚ ਜਦੋਂ ਲੋਕੀ ਪੈਸਿਆਂ ਵੱਲੋਂ ਜਦੋਂ ਅਮੀਰ ਬਣਦੇ ਨੇ ਜਾਂ ਆਧੁਨਿਕ, ਉਸ ਤੋਂ ਬਾਅਦ ਆਧੁਨਿਕ ਬਣਨ ਦੀ ਜਿਹੜੀ ਰਫਤਾਰ ਹੁੰਦੀ ਹੈ ਉਸਦੇ ਵਿੱਚ ਪੈਂਦੇ ਨੇ, ਤਾਂ ਉਹਨਾਂ ਦੀ ਸਾਈਕੀ ਦੇ ਵਿੱਚ ਅਨਕੌਂਸ਼ੀਅਸਲੀ ਕਲਾਸ ਵੰਡ ਵੀ ਹੋ ਜਾਂਦੀ ਹੈ। ਇਹ ਕਲਾਸ ਵੰਡ ਕਿੰਨੀ ਕੁ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਸਾਡੀ ਸੁਸਾਇਟੀ ਦੇ ਵਿੱਚ, ਇਸ ਦੇ ਬਾਰੇ ਵੀ ਚਰਚਾ ਮਿਲਦੀ ਹੈ ਇਸ ਕਹਾਣੀ ਦੇ ਅੰਦਰ। ਔਰ ਇਸੇ ਕਿਸਮ ਦੀ ਜਿਹੜੀ ਦੂਜੀ ਕਹਾਣੀ ਸਾਨੂੰ ਇਹਨਾਂ 10 ਕਹਾਣੀਕਾਰਾਂ ਦੀਆਂ ਕਹਾਣੀਆਂ ਦੇ ਵਿੱਚ ਮਿਲ ਰਹੀ ਹੈ, ਉਹ ਹੈ ਮੈਂ ਹਵਾੜ ਨਹੀਂ। ਇਸ ਦੇ ਵਿਚਲੀ ਜਿਹੜੀ ਕੁੜੀ ਹੈ, ਉਹ ਕੁੜੀ ਆਪਣੀ ਭੂਆ ਵਰਗੀ ਬਿਲਕੁਲ ਵੀ ਬਣਨਾ ਨਹੀਂ ਚਾਹੁੰਦੀ। ਉਹ ਆਪਣੀ ਹੋਣ ਦੇ ਪ੍ਰਤੀ ਪੂਰੀ ਅਵੇਅਰ ਹੈ।
ਨਾ ਉਹ ਆਪਣੀ ਭੂਆ ਦੇ ਵਰਗੀ ਬਣਨਾ ਚਾਹੁੰਦੀ ਹੈ ਔਰ ਨਾ ਉਹ ਅਜਿਹੀ ਕੋਈ ਹਵਾੜ ਦੀ ਆਦੀ ਹੋਣਾ ਚਾਹੁੰਦੀ ਹੈ ਜੋ ਉਸਦੀਆਂ ਰਗਾਂ ਵਿੱਚ ਜਾ ਕੇ ਰਚ ਮਿਚ ਜਾਵੇ ਤੇ ਉਸਨੂੰ ਆਪਣੇ ਰੰਗ ਦੇ ਵਿੱਚ ਰੰਗ ਲਵੇ। ਇੱਥੇ ਜਿਹੜੀ ਭੂਆ ਹੈ ਉਹ ਆਪਣੀ ਜਿਹੜੀ ਭਤੀਜੀ ਹੈ ਉਸ ਤੋਂ ਹੌਸਲਾ ਲੈਂਦੀ ਹੋਈ ਵੀ ਨਜ਼ਰ ਆਉਂਦੀ ਹੈ। ਇਹ ਹੌਸਲਾ ਤਾਂ ਹੀ ਉਹ ਲੈ ਰਹੀ ਹੈ ਜਦੋਂ ਦੋਹਾਂ ਦੇ ਵਿਚਕਾਰ ਦੋਹਾਂ ਜਿਹੜੀਆਂ ਜਨਰੇਸ਼ਨਸ ਨੇ ਉਹਨਾਂ ਦੇ ਵਿੱਚ ਡਾਇਲੌਗ ਚੱਲ ਰਿਹਾ ਹੈ। ਜੇ ਜਨਰੇਸ਼ਨਸ ਦੇ ਵਿੱਚ ਡਾਇਲੌਗਸ ਨਹੀਂ ਹੋਣਗੇ ਤਾਂ ਇਹੋ ਜਿਹੇ ਹੌਸਲੇ ਪੋਸੀਬਲ ਹੀ ਨਹੀਂ ਹੈਗੇ। ਇੱਥੇ ਇੱਕ ਚੀਜ਼ ਹੋਰ ਇੰਪੋਰਟੈਂਟ ਹੈ ਕਿ ਇਹ ਜਿਹੜੀ ਕਹਾਣੀ ਹੈ ਪੂਰੇ ਦੇ ਪੂਰਾ ਜਿਹੜਾ ਮੈਰਿਜ ਸਿਸਟਮ ਹੈ ਉਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੀ ਹੋਈ ਵੀ ਨਜ਼ਰ ਆਉਂਦੀ ਹੈ। ਕਿਉਂ? ਕਿਉਂਕਿ ਯੂਜੂਅਲੀ ਇੰਡੀਅਨ ਜਿਹੜੀਆਂ ਵਿਆਹ ਸਾਡੀ ਆਪਣੀ ਵੀ ਸਾਈਕੀ ਰਹੀ ਹੈ ਉਸ ਦੇ ਵਿੱਚ ਕੰਪੈਟੇਬਿਲਿਟੀ ਨੂੰ ਇੰਨਾ ਇੰਪੋਰਟੈਂਟ ਨਹੀਂ ਮੰਨਿਆ ਜਾਂਦਾ, ਜੋ ਕਿ ਬਹੁਤ ਇੰਪੋਰਟੈਂਟ ਹੁੰਦਾ ਹੈ। ਕੰਪੈਟੇਬਿਲਿਟੀ ਦੇ ਨਾਲ ਨਾਲ ਹੁਣ ਦੀ ਜਿਹੜੀ ਕੁੜੀ ਹੈ ਉਹ ਕੁੜੀ ਵਨ ਸਾਈਡਡ ਕੰਟਰੈਕਟ ਦੇ ਨਾਲ ਰਹਿਣਾ ਬਿਲਕੁਲ ਨਹੀਂ ਚਾਹੁੰਦੀ। ਉਹਨੂੰ ਇਹੋ ਜਿਹਾ ਪਾਰਟਨਰ ਚਾਹੀਦਾ ਹੈ ਜੋ ਉਸਦੇ ਨਾਲ ਤੁਰੇ, ਜਿਹੜਾ ਉਸਨੂੰ ਆਪਣਾ ਪਾਰਟਨਰ ਦੇ ਤੌਰ ਤੇ ਮੰਨ ਕੇ ਅੱਗੇ ਲੈ ਕੇ ਜਾਵੇ। ਹੁਣ ਟੂ ਸਾਈਡਡ ਕੰਟਰੈਕਟ ਹੋਏਗਾ ਤਾਂ ਹੀ ਰਿਲੇਸ਼ਨਸ਼ਿਪ ਚੱਲ ਸਕਦੇ ਨੇ। ਵਨ ਸਾਈਡਡ ਕੰਟਰੈਕਟ ਨੂੰ ਲੈ ਕੇ ਹੁਣ ਕੁੜੀਆਂ ਨਹੀਂ ਚੱਲ ਸਕਦੀਆਂ। ਇਹ ਬਹੁਤ ਖੂਬਸੂਰਤ ਕਹਾਣੀ ਹੈ। ਪਰ ਜਦੋਂ ਕੁੜੀਆਂ ਆਪਣੇ ਲਈ ਕੁਝ ਕਰਨਾ ਚਾਹ ਰਹੀਆਂ ਨੇ ਤਾਂ ਜਿਉਣ ਜੋਗੀ ਕਹਾਣੀ ਵਿਚਲੀ ਜਿਹੜੀ ਜੈਸਿਕਾ ਹੈ ਇਹੋ ਜਿਹੀਆਂ ਕੁੜੀਆਂ ਦੇ ਨਾਲ ਉਹਨਾਂ ਦੀ ਮਰਜ਼ੀ ਦੇ ਖਿਲਾਫ ਜਾਂ ਵਿਰੁੱਧ ਉਹਨਾਂ ਨਾਲ ਜਬਰ ਜਨਾਬੀ ਹੋ ਰਿਹਾ ਹੈ ਤੇ ਸੁਸਾਇਟੀ ਉਹਨਾਂ ਨੂੰ ਅੱਗੇ ਵੀ ਨਹੀਂ ਵਧਣ ਦੇ ਰਹੀ। ਅਜਿਹੇ ਟਾਈਮ ਤੇ ਸੁਸਾਇਟੀ ਦੀ ਜਿਹੜੀ ਮਾਨਸਿਕਤਾ ਹੈ, ਜਿਹੜੀ ਪੈਟਰੀਆਰਕਲ ਮਾਈਂਡ ਸੈਟਅਪ ਹੈ, ਉਹ ਇਹੀ ਜਾਂਦਾ ਹੈ ਕਿ ਜਿੰਨੇ ਅਨਿਆਂ ਕੀਤਾ ਹੈ ਉਹ ਉਸਦੇ ਪ੍ਰਤੀ ਉਹ ਨਰਮ ਵਤੀਰਾ ਅਖਤਿਆਰ ਕਰਦੀ ਹੋਈ ਹਮੇਸ਼ਾ ਸਾਨੂੰ ਨਜ਼ਰ ਆਉਂਦੀ ਹੈ। ਪਰ ਬਹੁਤ ਵਾਰੀ ਕਿਉਂਕਿ ਅਸੀਂ ਸਮਾਜ ਵਿੱਚ ਰਹਿ ਰਹੇ ਹਾਂ, ਲਹੂ ਦੇ ਰਿਸ਼ਤਿਆਂ ਤੋਂ ਇਲਾਵਾ ਸਾਡੇ ਜਿਹੜੇ ਰਿਸ਼ਤੇ ਬਣਦੇ ਨੇ ਇਹੀ ਰਿਸ਼ਤੇ ਅੱਗੇ ਜਾ ਕੇ ਕਿੰਨੇ ਕੁ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਔਰ ਜਿਹੜੇ ਔਰ ਸਾਨੂੰ ਜਿਉਣ ਜੋਗੇ ਬਣਾਉਣ ਦੇ ਵਿੱਚ ਮਦਦ ਕਰਦੇ ਨੇ। ਇਹ ਕਹਾਣੀ ਵੀ ਆਪਣੇ ਇਸ ਵਕਤ ਤੋਂ ਬਹੁਤ ਇੰਪੋਰਟੈਂਟ ਕਹਾਣੀ ਹੈ। ਨਿੱਗੀਆਂ ਰਿਸ਼ਮਾ ਦੀ ਜੇਕਰ ਮੈਂ ਗੱਲ ਕਰਾਂ ਤੇ ਨਿੱਗੀਆਂ ਰਿਸ਼ਮਾ ਕਹਾਣੀ ਅਸਫਲ ਵਿਆਹ ਸੰਬੰਧਾਂ ਕਾਰਨ ਅਨਾਥ ਆਸ਼ਰਮਾਂ ਵਿੱਚ ਜਿਹੜੇ ਬੱਚੇ ਰਹਿੰਦੇ ਨੇ ਉਹਨਾਂ ਦੇ ਅਹਿਸਾਸਾਂ ਦੀ ਕਹਾਣੀ ਹੈ ਔਰ ਮਨ ਨੂੰ ਛੂ ਜਾਂਦੀ ਹੈ। ਇਹ ਬਹੁਤ ਖੂਬਸੂਰਤ ਕਹਾਣੀ ਹੈ। ਇਸ ਕਹਾਣੀ ਦੇ ਬਾਰੇ ਮੈਂ ਇਹ ਮੇਰੇ ਆਪਣੇ ਨਿੱਜੀ ਵਿਚਾਰ ਨੇ। ਇੱਕ ਛੋਟੀ ਜਿਹੀ ਗੱਲ ਕਰਨਾ ਚਾਹਾਂਗੀ ਕਿ ਇਸ ਦੇ ਵਿੱਚ ਨਾ ਸੈਂਟੈਂਸ ਜਿਨ੍ਹਾਂ ਨੂੰ ਆਪਾਂ ਵਾਕ ਕਹਿੰਦੇ ਹਾਂ ਉਹ ਵਾਕ ਬਹੁਤ ਲੰਬੇ ਨੇ। ਇਸ ਕਹਾਣੀ ਦੇ ਵਿੱਚ ਜਦੋਂ ਅਸੀਂ ਇੰਨਾ ਲੰਬਾ ਵਾਕ ਪੜ੍ਹਦੇ ਹਾਂ ਨਾ ਉਸ ਦਾ ਅਰਥ ਸਮਝਦੇ ਜਦੋਂ ਤੱਕ ਅਸੀਂ ਉਸ ਵਾਕ ਦੇ ਅੰਤ ਤੱਕ ਪਹੁੰਚਦੇ ਹਾਂ ਵਾਕ ਦਾ ਜਿਹੜਾ ਅਸਰ ਹੁੰਦਾ ਹੈ, ਕਹਾਣੀ ਦਾ ਅਸਰ, ਉਹ ਮਾਰਿਆ ਜਾਂਦਾ ਹੈ। ਤੇ ਇਹ ਮੇਰੀ ਆਪਣੀ ਇੰਡੀਵਿਜੂਅਲ ਰਾਏ ਹੈ ਕਿ ਇਸ ਪੂਰੀ ਕਹਾਣੀ ਦੇ ਵਿੱਚ ਖਾਸ ਕਰ ਕਹਾਣੀ ਜਿੱਥੇ ਅੱਧੀ ਹੋ ਰਹੀ ਹੈ ਉੱਥੇ ਇੱਕ ਹੋਰ ਸੈਂਟੈਂਸ ਆ ਰਿਹਾ, ਉਹ ਇੰਨਾ ਲੰਬਾ ਸੈਂਟੈਂਸ ਹੈ ਕਿ ਉਹ ਅਸਰ ਹੀ ਕਹਾਣੀ ਦਾ ਵਿਚਕਾਰ ਲੱਗਦਾ ਖਤਮ ਜਿਹਾ ਹੋ ਗਿਆ। ਕਹਾਣੀ ਬਹੁਤ ਖੂਬਸੂਰਤ ਹੈ। ਬਸ ਇੱਕ ਛੋਟੀ ਜਿਹੀ ਮੈਂ ਇੱਥੇ ਗੱਲ ਕਰਨੀ ਸੀ। ਅੱਗੇ ਜੇਕਰ ਰਿਸ਼ਤਿਆਂ ਨੂੰ ਫੋਕਸ ਵਿੱਚ ਰੱਖ ਕੇ ਬਹੁਤ ਕਹਾਣੀਆਂ ਲਿਖੀਆਂ ਗਈਆਂ ਨੇ। ਰੱਬ ਦੇ ਰੰਗ ਦਾ ਅਸੀਂ ਜਦੋਂ ਜ਼ਿਕਰ ਕਰਦੇ ਹਾਂ ਤੇ ਇਸ ਦੇ ਵਿੱਚ ਰਿਸ਼ਤਿਆਂ ਵਿਚਕਾਰ ਰਹਿੰਦੇ ਹੋਏ ਵੀ ਬੰਦਾ ਕਿਵੇਂ ਰਿਸ਼ਤਿਆਂ ਦੀ ਮਿਠਾਸ ਤੋਂ ਸਖਣਾ ਰਹਿੰਦਾ ਹੈ, ਉਸ ਦੀ ਕਹਾਣੀ ਸਾਨੂੰ ਰੱਬ ਦੇ ਰੰਗ ਮਿਲਦੀ ਹੈ। ਬਿਲਕੁਲ ਇਸੇ ਕਿਸਮ ਦੀ ਕਹਾਣੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਦੇ ਵਿੱਚ ਵੀ ਇਹੀ ਚੀਜ਼ ਨਜ਼ਰ ਆਉਂਦੀ ਹੈ ਕਿ ਜਿਹੜੇ ਪਾਤਰ ਨੇ ਉਹਨਾਂ ਦੇ ਕੋਲ ਰਿਸ਼ਤੇ ਹੈਗੇ ਨੇ ਲੇਕਿਨ ਉਹਨਾਂ ਨੂੰ ਉਹਨਾਂ ਰਿਸ਼ਤਿਆਂ ਦੀ ਕਿੰਨੀ ਕੁ ਇੰਪੋਰਟੈਂਸ ਹੁੰਦੀ ਹੈ ਉਸ ਦੇ ਬਾਰੇ ਉਹਨਾਂ ਨੂੰ ਅਹਿਸਾਸ ਹੀ ਨਹੀਂ ਹੈ। ਔਰ ਇਹ ਅਹਿਸਾਸ ਕਿਸ ਨੂੰ ਹੈ? ਨੂੰਹ ਨੂੰ ਅਹਿਸਾਸ ਹੈ ਔਰ ਕਹਾਣੀ ਪੋਤੇ ਦੇ ਰਾਹੀਂ ਸੁਣਾਈ ਜਾ ਰਹੀ ਹੈ। ਇਹ ਇਸ ਕਹਾਣੀ ਦੀ ਸਭ ਤੋਂ ਖੂਬਸੂਰਤ ਗੱਲ ਹੈ ਕਿ ਪੋਤੇ ਦੇ ਰਾਹੀਂ ਕਹਾਣੀ ਸੁਣਾਈ ਜਾ ਰਹੀ ਹੈ। ਵਿਚਕਾਰ ਸੈਕੰਡ ਪੈਰਾਗ੍ਰਾਫ ਦੇ ਵਿੱਚ ਆ ਰਿਹਾ ਹੈ ਨਾ ਜਿੱਥੇ ਕਿ ਦਾਦਾ ਜੀ ਬਹੁਤ ਵਾਰੀ ਉਹਨਾਂ ਨੂੰ ਸਮਝਾਉਂਦੇ ਲੇਕਿਨ ਉਹ ਮੰਨਦੇ ਹੀ ਨਹੀਂ। ਇਸਦਾ ਮਤਲਬ ਪੋਤਾ ਜਾਂ ਪੋਤਰੀ ਜਿਹੜੀ ਹੈ ਉਹ ਕਹਾਣੀ ਸੁਣਾ ਰਹੀ ਹੈ ਤੇ ਬਹੁਤ ਖੂਬਸੂਰਤ ਕਹਾਣੀ ਹੈ। ਇਹ ਦੋਵੇਂ ਹੀ ਜਿਹੜੀਆਂ ਕਹਾਣੀਆਂ ਨੇ ਉਹ ਉਹਨਾਂ ਬਦਕਿਸਮਤ ਬੰਦਿਆਂ ਦੀ ਕਹਾਣੀ ਹੈ ਜੋ ਰਿਸ਼ਤਿਆਂ ਦੇ ਹੁੰਦਿਆਂ ਹੋਇਆਂ ਵੀ ਰਿਸ਼ਤਿਆਂ ਦਾ ਨਿੱਘ ਨਹੀਂ ਮਾਣ ਰਹੇ। ਤੇ ਨਾਲੇ ਇਹ ਦੋਵੇਂ ਕਹਾਣੀਆਂ ਵੀ ਘਰ ਵਿੱਚ ਔਰਤ ਦੀ ਕਿੰਨੀ ਕੁ ਇੰਪੋਰਟੈਂਸ ਹੈ ਉਸ ਦੀ ਗਵਾਹੀ ਵੀ ਭਰਦੀ ਹੈ। ਇਸੇ ਲੜੀ ਦੇ ਵਿੱਚ ਜੇ ਅਸੀਂ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਇੱਕ ਸੀ ਭੋਲਾ ਕਹਾਣੀ ਵੀ ਸਾਡੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਪਿਆਰ ਦਾ ਜਜ਼ਬਾ ਹੈ ਉਹ ਹਰ ਇੱਕ ਜੀਵ ਨੂੰ ਸਮਝ ਆਉਂਦਾ ਹੈ ਔਰ ਇਹ ਇੱਕ ਇਹੋ ਜਿਹਾ ਜਜ਼ਬਾ ਹੈ ਜੋ ਖੂਨੀ ਰਿਸ਼ਤਿਆਂ ਤੋਂ ਇਲਾਵਾ ਜਾਂ ਖੂਨੀ ਰਿਸ਼ਤਿਆਂ ਤੋਂ ਛੁੱਟ ਹੋਰਨਾਂ ਨਾਲ ਸੰਬੰਧ ਸਥਾਪਿਤ ਕਰਨ ਦੇ ਵਿੱਚ ਬਹੁਤ ਅਹਿਮ ਰੋਲ ਪਲੇ ਕਰਦਾ ਹੈ।
ਤੇ ਇਹ ਤਿੰਨੇ ਹੀ ਕਹਾਣੀਆਂ ਜਿਹੜੀਆਂ ਕਿ ਰਿਸ਼ਤਿਆਂ ਦੀਆਂ ਵੱਖਰੀਆਂ ਵੱਖਰੀਆਂ ਡਾਇਮੈਂਸ਼ਨਸ ਨੂੰ ਜਾ ਕੇ ਛੂੰਹਦੀਆਂ ਨੇ, ਖੂਬਸੂਰਤ ਕਹਾਣੀਆਂ ਨੇ। ਕਹਾਣੀ ਵੀਜ਼ਾ, ਕਹਾਣੀ ਬਹੁਤ ਖੂਬਸੂਰਤ ਹੈ, ਬਹੁਤ ਸਕਾਰਾਤਮਕ ਕਹਾਣੀ ਹੈ। ਇਹ ਪੱਛਮ ਦੀਆਂ ਜਿਹੜੀਆਂ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੀ ਗਵਾਹੀ ਭਰਦੀ ਕਹਾਣੀ ਹੈ, ਤੇ ਨਾਲੇ ਆਪਣੇ ਇੱਥੇ ਦੇ ਕਲਚਰ ਨੂੰ ਮਾੜਾ ਨਹੀਂ ਕਹਿ ਰਹੇ। ਕਹਾਣੀ ਦੇ ਵਿੱਚ ਕੰਪੈਰੀਜ਼ਨ ਨਹੀਂ ਹੈ ਕਿਧਰੇ ਵੀ, ਉੱਥੇ ਦੀ ਸੱਚੀਆਂ ਕਦਰਾਂ ਕੀਮਤਾਂ ਦਾ ਜ਼ਿਕਰ ਹੈ, ਲੇਕਿਨ ਇੱਥੇ ਇੰਡੀਆ ਦੀਆਂ ਜਿਹੜੀਆਂ ਜਾਂ ਭਾਰਤ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨਾਂ ਦੀ ਨਿਖੇਧੀ ਕਿਧਰੇ ਵੀ ਨਹੀਂ ਕੀਤੀ ਗਈ, ਤੇ ਜ਼ਿੰਦਗੀ ਦੀ ਗਤੀਸ਼ੀਲਤਾ ਨੂੰ ਸਕਾਰਾਤਮਕ ਨਜ਼ਰੀਏ ਤੋਂ ਪੇਸ਼ ਕੀਤਾ ਗਿਆ ਹੈ। ਇਹ ਬਹੁਤ ਖੂਬਸੂਰਤ ਕਹਾਣੀ ਹੈ। ਇੱਕ ਕਹਾਣੀ ਹੈਗੀ ਹੈ ਮਿੱਟੀ ਦਾ ਮੋਹ। ਮੈਂ ਮਾਫੀ ਚਾਹਾਂਗੀ, ਉਸਦੇ ਬਾਰੇ ਮੈਂ ਗੱਲ ਨਹੀਂ ਕਰਾਂਗੀ ਕਿਉਂਕਿ ਇਹ ਕਹਾਣੀ ਮੇਰੇ ਕੋਲ ਪਹੁੰਚੀ ਜ਼ਰੂਰ ਸੀ, ਲੇਕਿਨ ਜਦੋਂ ਪ੍ਰਿੰਟ ਨਿਕਲ ਕੇ ਆਇਆ ਵਿੱਚ ਕਿਉਂਕਿ ਹੱਥ ਨਾਲ ਲਿਖੀ ਹੋਈ ਸੀ, ਵਿੱਚ ਨਜ਼ਰ ਨਹੀਂ ਆ ਰਿਹਾ ਸੀ। ਮੈਂ ਸੋਚਿਆ ਹੁਣੇ ਸੁਣ ਲਵਾਂਗੀ, ਲੇਕਿਨ ਹੁਣੇ ਵੀ ਵਿੱਚ ਉਹਨਾਂ ਦੀ ਆਵਾਜ਼ ਕੱਟ ਰਹੀ ਸੀ, ਉਸਦੇ ਲਈ ਮੈਂ ਮਾਫੀ ਚਾਹਾਂਗੀ। ਕਹਾਣੀ ਲੂਣਾ ਦੀ ਆਤਮਾ ਦੇ ਬਾਰੇ ਮੈਂ ਗੱਲ ਜ਼ਰੂਰ ਕਰਾਂਗੀ। ਇਹ ਕਹਾਣੀ ਖੂਬਸੂਰਤ ਕਹਾਣੀ ਹੈ, ਲੇਕਿਨ ਇਸ ਕਹਾਣੀ ਨੂੰ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਸ ਦੀ ਜਿਹੜੀ ਲੇਖਿਕਾ ਹੈ ਉਹ ਇਹ ਦੱਸ ਰਹੀ ਹੈ ਕਿ ਜਿਵੇਂ ਪੂਰਨ ਭਗਤ ਦੀ ਕਹਾਣੀ ਤੋਂ ਲੈ ਕੇ ਹੁਣ ਤੱਕ ਸਮਾਜ ਦੇ ਵਿੱਚ ਕੁਝ ਵੀ ਨਹੀਂ ਬਦਲਿਆ, ਇਸ ਵਿੱਚ ਕਿਸੇ ਕਿਸਮ ਦਾ ਕੋਈ ਬਦਲ ਨਜ਼ਰ ਨਹੀਂ ਆ ਰਿਹਾ। ਇਹ ਦੁਨੀਆ, ਇਸ ਕਹਾਣੀ ਇਸ ਚੀਜ਼ ਨੂੰ ਪੇਸ਼ ਕਰ ਰਹੀ ਹੈ ਕਿ ਦੁਨੀਆ ਜਿਹੜੀ ਹੈ ਉਹ ਮਰਦ ਚਲਾ ਰਹੇ ਨੇ, ਔਰ ਦੁਨੀਆ ਮਰਦਾਂ ਤੋਂ ਚੱਲ ਰਹੀ ਹੈ ਜਿੱਥੇ ਔਰਤ ਨੂੰ ਜਾਨਵਰਾਂ ਵਾਂਗ ਜਿਸ ਖੂਟੀ ਨਾਲ ਬੰਨਿਆ ਹੋਇਆ ਹੈ ਉਸੇ ਖੂਟੀ ਨਾਲ ਬੰਨੇ ਰਹਿਣਾ ਚਾਹੁੰਦੀ ਹੈ। ਉਹ ਆਪਣੇ ਲਈ ਵਿਪਰੀਤ ਪਰਿਸਥਿਤੀਆਂ ਵਿੱਚ ਲੜ ਨਹੀਂ ਰਹੀ। ਤੇ ਸ਼ਿਵ ਨੇ ਇਸ ਦੀ ਕੋਸ਼ਿਸ਼ ਕੀਤੀ ਸੀ, ਸ਼ਿਵ ਕੁਮਾਰ ਬਟਾਲਵੀ ਨੇ ਜਦੋਂ ਲੂਣਾ ਲਿਖੀ ਸੀ, ਉਹਨੇ ਇੱਕ ਔਰਤ ਦੀਆਂ ਜਿਹੜੀਆਂ ਸੈਕਸ਼ੂਅਲ ਸਪਰੈਸਡ ਡਿਜ਼ਾਇਰਸ ਨੇ ਉਹ ਕਿੰਨੀਆਂ ਕੋਈ ਇੰਪੋਰਟੈਂਟ ਹੁੰਦੀਆਂ ਨੇ ਉਸਦੇ ਬਾਰੇ ਗੱਲ ਕਰਨ ਦੀ ਕੋਸ਼ਿਸ਼ ਲੂਣਾ ਨੇ ਕੀਤੀ ਸੀ, ਲੇਕਿਨ ਇਸ ਕਹਾਣੀ ਦੀ ਲੇਖਿਕਾ ਨੇ ਇਹ ਕੋਸ਼ਿਸ਼ ਨਹੀਂ ਕੀਤੀ। ਮੈਨੂੰ ਲੱਗਿਆ ਕਿ ਉਹ ਵਾਪਸ ਔਰਤ ਨੂੰ ਬੈਕ ਫੁੱਟ ਤੇ ਲੈ ਗਈ। ਕਿਉਂ ਅੱਜ ਅਸੀਂ ਔਰਤ ਦੀ ਸਪਰੈਸਡ ਸੈਕਸ਼ੂਅਲ ਡਿਜ਼ਾਇਰਸ ਦੇ ਬਾਰੇ ਨਹੀਂ ਗੱਲ ਕਰ ਸਕਦੇ? ਕਿਉਂ ਸਾਨੂੰ ਆਪਣੀਆਂ ਇਹਨਾਂ ਡਿਜ਼ਾਇਰਸ ਨੂੰ ਗੱਲ ਕਰਨ ਦੇ ਲਈ ਲੂਣਾ ਦਾ ਸਹਾਰਾ ਕਿਉਂ ਲੈਣਾ ਪੈ ਰਿਹਾ? ਜਦੋਂ ਇੰਨੇ ਵਰ੍ਹਿਆਂ ਪਹਿਲਾਂ ਲੂਣਾ ਇਹ ਕੋਸ਼ਿਸ਼ ਕਰ ਸਕਦੀ ਹੈ ਤਾਂ ਅਸੀਂ ਕਿਉਂ ਲੂਣਾ ਦੀ ਵਾਪਸ ਮਦਦ ਲਈਏ? ਤੇ ਇਹ ਬਹੁਤ ਇੰਪੋਰਟੈਂਟ ਮੁੱਦਾ ਹੈ ਜਿਹੜਾ ਇੰਡੀਅਨ ਸੋਸਾਇਟੀ ਦੇ ਵਿੱਚ ਬਹੁਤ ਵਾਰੀ ਨਜ਼ਰਅੰਦਾਜ਼ ਕੀਤਾ ਜਾਂਦਾ ਹੈ। ਵਿਆਹ ਦਾ ਸੰਕਲਪ ਜਿਹੜਾ ਹੈ ਉਸ ਵਿੱਚ ਜਿੰਨੀ ਇੰਪੋਰਟੈਂਟ ਜਿਹੜਾ ਹੈ ਕਿ ਮਰਦ ਇੱਕ ਔਰਤ ਦੀ ਕੰਪੈਟੇਬਿਲਿਟੀ ਹੁੰਦੀ ਹੈ, ਉਨੀ ਹੀ ਇੰਪੋਰਟੈਂਟ ਔਰਤ ਦੀ ਸੈਕਸ਼ੂਅਲ ਜਿਹੜੀ ਡਿਜ਼ਾਇਰ ਹੈ ਉਸਦਾ ਮਰਦ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਈਵਨ ਹੁਣ ਤਾਂ ਕਿੰਨੇ ਹੀ ਕੇਸਿਸ ਇਸ ਤਰ੍ਹਾਂ ਦੇ ਵੀ ਆਏ ਨੇ ਜਿੱਥੇ ਜੇ ਮਰਦ ਜਬਰਨ ਆਪਣੀ ਵਾਈਫ ਦੇ ਨਾਲ ਵੀ ਰਿਲੇਸ਼ਨਸ਼ਿਪ ਮੇਨਟੇਨ ਕਰ ਰਿਹਾ ਹੈ ਜਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਉਹ ਵੀ ਰੇਪ ਦੇ ਅੰਡਰ ਆ ਰਿਹਾ ਹੈ। ਤੇ ਇਸ ਦੇ ਲਈ ਸਾਨੂੰ ਕਿਸੇ ਲੂਣਾ ਦੀ ਹੈਲਪ ਲੈਣ ਦੀ ਲੋੜ ਨਹੀਂ ਹੈ, ਸਾਨੂੰ ਆਪਣੀ ਗੱਲ, ਆਪਣੀ ਡਿਜ਼ਾਇਰਸ ਦੇ ਬਾਰੇ ਗੱਲ ਕਰਨੀ ਪਏਗੀ। ਮੈਨੂੰ ਲੱਗਦਾ ਹੈ ਲੇਖਕ ਨੂੰ ਜਾਂ ਲੇਖਿਕਾ ਨੂੰ ਇੱਥੇ ਨਾਰੀ ਨੂੰ ਇੰਨੀ ਹਿੰਮਤ ਦੇਣੀ ਪਏਗੀ ਕਿ ਉਹ ਆਪਣੀ ਗੱਲ ਕਰੇ, ਕਿਉਂਕਿ ਅੱਜ ਦੀ ਸੀਤਾ ਸਾवित्री नहीं है और नारी लूणा नहीं है। ये कह लो कि ये सारी चीज ਨੂੰ ਪੁੱਠਾ ਕਰਕੇ ਲਿਖਣਾ ਪਏਗਾ ਜਿੱਥੇ ਹੁਣ ਲੂਣਾ ਦੀ ਗੱਲ ਹੋਵੇ। ਹਾਂਜੀ, ਤੇ ਇਹ ਵੀ ਇੰਪੋਰਟੈਂਟ ਹੈ ਕਿ ਜਦੋਂ ਲੂਣਾ ਦੀ ਗੱਲ ਹੋਏਗੀ ਤਾਂ ਕੋਈ ਵੀ ਲੂਣਾ ਵਰਗੀਆਂ ਦਾ ਜ਼ਿੰਦਗੀ ਦਾ ਫੈਸਲਾ ਆਪਣੀ ਮਜਬੂਰੀ ਦੀ ਗਠੜੀ ਉਹਨਾਂ ਦੇ ਸਰ ਤੇ ਬਣ ਕੇ ਨਹੀਂ ਕਰੇਗਾ। ਔਰ ਇਹ ਜਿੰਨੀਆਂ ਵੀ ਕਹਾਣੀਆਂ ਨੇ, ਇਹ ਕਹਾਣੀਆਂ ਕਿਧਰੇ ਵੀ ਕਹਾਣੀਆਂ ਮਰਦ ਦੇ ਵਿਰੋਧ ਵਿੱਚ ਨਹੀਂ ਆਉਂਦੀਆਂ ਜਾਂ ਮਰਦ ਦੇ ਵਿਰੋਧ ਵਿੱਚ ਨਹੀਂ ਲਿਖੀਆਂ ਗਈਆਂ, ਮਰਦ ਪ੍ਰਧਾਨ ਸਮਾਜ ਦੇ ਵਿਰੋਧ ਵਿੱਚ ਨਹੀਂ ਲਿਖੀਆਂ ਗਈਆਂ, ਸਗੋਂ ਇੱਥੇ ਸਮਾਜ ਵਿੱਚ ਵਿਚਰਦੀਆਂ ਦੁਨੀਆ ਦੀ ਜਿਹੜੀ ਅੱਧੀ ਆਬਾਦੀ ਹੈ ਉਹ ਆਪਣੇ ਅਣਕਹੇ ਅਹਿਸਾਸਾਂ ਨੂੰ ਬਿਆਨ ਕਰ ਰਹੀ ਹੈ, ਜਿਸ ਦੇ ਲਈ ਮੈਂ ਇੱਕ ਵਾਰੀ ਫੇਰ ਜਿੰਨੀਆਂ ਵੀ ਨਾਰੀ ਲੇਖਿਕਾਵਾਂ ਨੇ ਉਹਨਾਂ ਸਾਰਿਆਂ ਨੂੰ ਸ਼ੁਭਕਾਮਨਾ ਦਿੰਦੀ ਹਾਂ ਕਿ ਤੁਹਾਡੀ ਕਹਾਣੀਆਂ ਬਹੁਤ ਖੂਬਸੂਰਤ ਸੀ। ਥੈਂਕ ਯੂ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਡਾਕਟਰ ਦੀਪਾ ਕੁਮਾਰ ਜੀ, ਜਿਨ੍ਹਾਂ ਨੇ ਬਹੁਤ ਹੀ ਵਿਸਥਾਰਪੂਰਵਕ ਤਰੀਕੇ ਦੇ ਨਾਲ ਜੋ ਇਹ ਅੱਜ ਦੀਆਂ ਮਿੰਨੀ ਕਹਾਣੀਆਂ ਸੀ ਉਹਨਾਂ ਦਾ ਮੁਲਾਂਕਣ ਕੀਤਾ। ਖਾਸ ਤੌਰ ਤੇ ਉਹਨਾਂ ਨੇ ਜੋ ਮਿੰਨੀ ਕਹਾਣੀਆਂ ਦੇ ਵਿਸ਼ੇ ਪੱਖ ਨੂੰ ਲੈ ਕੇ ਲੰਬੀ ਚਰਚਾ ਕੀਤੀ ਹੈ। ਤੇ ਮੈਂ ਹੁਣ ਬੇਨਤੀ ਕਰਾਂਗਾ, ਸਾਡੇ ਕੋਲ ਦੂਜੇ ਵਿਦਵਾਨ ਨੇ ਅੱਜ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਉਹ ਇਸ ਦੇ ਵਿਧਾਗਤ ਸਰੂਪ ਨੂੰ ਲੈ ਕੇ ਦੂਸਰੀਆਂ ਵਿਧਾਵਾਂ ਨਾਲੋਂ ਜੋ ਮਿੰਨੀ ਕਹਾਣੀ ਦਾ ਵਖਰੇਵਾਂ ਹੈ ਉਸਦੇ ਮਾਪਦੰਡਾਂ ਨੂੰ ਇਹ ਮਿੰਨੀ ਕਹਾਣੀਆਂ ਕਿੰਨਾ ਹਨ, ਕਿਉਂਕਿ ਬਹੁਤ ਸਾਰੀਆਂ ਲੇਖਕਾਂ ਸਾਡੇ ਦਰਮਿਆਨ ਅੱਜ
ਇਸ ਵਰਕਸ਼ਾਪ ਦੇ ਵਿੱਚ ਪਹਿਲੀ ਵਾਰ ਹਾਜ਼ਰ ਹੋਈਆਂ ਨੇ, ਤਾਂ ਮੈਂ ਚਾਹਾਂਗਾ ਕਿ ਉਹ ਮਿੰਨੀ ਕਹਾਣੀ ਵਿਧਾ ਦੇ ਹਵਾਲੇ ਨਾਲ ਇਸ ਦੇ ਵਿਧਾਗਤ ਸਰੂਪ ਨੂੰ ਲੈ ਕੇ ਗੱਲਬਾਤ ਕਰਨ। ਡਾਕਟਰ ਸ਼ਾਮ ਸੁੰਦਰ ਦੀਪ ਜੀ। ਤੋ ਸਭ ਤੋਂ ਪਹਿਲਾਂ ਤਾਂ ਮਤਲਬ ਕਿ ਅੱਜ ਇਸ ਨਾਰੀ ਜਿਹੜਾ ਲੇਖਕਾਵਾਂ ਦਾ ਸੰਵਾਦ ਜਿਹੜਾ ਰਚਾਇਆ ਗਿਆ ਹੈ, ਸਾਲ ਦੇ ਪਹਿਲੇ ਦਿਨ ਹੀ ਖਾਸ ਤੌਰ ਤੇ ਜਿਹੜੀ ਮੈਂ ਕਹਿੰਦਾ ਕਿ ਇਹ ਜਿਹੜੀ ਸਾਡੀ ਦੁਨੀਆ ਦੀ ਅੱਧੀ ਆਬਾਦੀ ਬੈਸਟ ਹਾਫ ਹੈ ਜਿਹੜੀ ਹੈਗੀ ਹੈ, ਉਹਨਾਂ ਨੂੰ ਲੈ ਕੇ ਜਿਹੜਾ ਸਮਾਜ ਰਚਾਇਆ ਗਿਆ ਹੈ, ਬਹੁਤ ਹੀ ਵਧੀਆ ਗੱਲ ਹੈਗੀ ਹੈ। ਤੇ ਦੂਸਰਾ ਦੀਪਾ ਕੁਮਾਰ ਜੁੜੇ ਨੇ ਤੇ ਮੈਨੂੰ ਖੁਸ਼ੀ ਹੈ ਕਿ ਚਲੋ ਪਿਛਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਮੁਲਾਕਾਤ ਨਹੀਂ ਹੋ ਸਕੀ, ਪਰ ਇਹਨਾਂ ਦੀ ਮੈਂ ਜੋ ਉਹਨਾਂ ਨੇ ਪ੍ਰਤਿਭਾ ਉਸ ਵਕਤ ਦੀ ਦਿਖਾਈ ਜਿਹੜੀ ਮੈਨੂੰ ਪਤਾ ਲੱਗਿਆ, ਤੇ ਹੁਣ ਵੀ ਅੱਜ ਵੀ ਜਿਹੜੀ ਮੈਂ ਇਹਨਾਂ ਦੀ ਗੱਲਬਾਤ ਸੁਣੀ ਹੈ, ਇੱਕ ਬੜੀ ਖੁਸ਼ੀ ਦੀ ਗੱਲ ਹੈਗੀ ਹੈ ਕਿ ਮਤਲਬ ਕਿ ਨਿਰੋਲ ਮਤਲਬ ਕਿ ਜਿਹੜੇ ਆਲੋਚਕ ਦੇ ਤੌਰ ਦੇ ਉੱਤੇ ਇਹ ਮਿੰਨੀ ਕਹਾਣੀ ਦੇ ਨਾਲ ਜੁੜੇ ਨੇ, ਇਹ ਬਹੁਤ ਹੀ ਵਧੀਆ ਸੀ। ਨਹੀਂ ਤਾਂ ਆਮ ਤੌਰ ਤੇ ਮੇਰੇ ਵਰਗੇ ਲੇਖਕ ਹੀ ਨਾਲ ਮਤਲਬ ਕਿ ਲਿਖੀ ਵੀ ਜਾਂਦੇ ਨੇ, ਨਾਲੇ ਆਲੋਚਨਾ ਵੀ ਕਰੀ ਜਾਂਦੇ ਨੇ, ਜਿਹੜਾ ਕਿ ਮੈਂ ਬਹੁਤ ਵਧੀਆ ਨਹੀਂ ਸਮਝਦਾ। ਤੇ ਪੜ੍ਹੀਆਂ ਗਈਆਂ ਰਚਨਾਵਾਂ ਦੇ ਆਪਾਂ ਜੇ ਗੱਲ ਕਰੀਏ ਤਾਂ ਮੈਂ ਮਤਲਬ ਕਿ ਡਾਕਟਰ ਦੀਪਾ ਵਰਗਾ ਕੋਈ ਵਿਧੀਵਤ ਆਲੋਚਕ ਨਹੀਂ ਹੈਗਾ। ਮੇਰਾ ਕਹਿਣ ਦਾ ਮਤਲਬ ਮੇਰੇ ਕੋਲ ਉਹ ਭਾਸ਼ਾ ਨਹੀਂ ਹੈਗੀ ਜਿਸ ਭਾਸ਼ਾ ਦੇ ਨਾਲ ਡਾਕਟਰ ਦੀਪਾ ਗੱਲ ਕਰ ਰਹੇ ਸੀਗੇ। ਨਾਲੇ ਵੈਸੇ ਵੀ ਵਿਸ਼ੇ ਦੇ ਉੱਤੇ ਜਿਹੜੀ ਗੱਲ ਹੋਈ ਹੈ ਬਹੁਤ ਵਧੀਆ ਗੱਲ ਹੋਈ ਹੈਗੀ ਹੈ, ਮਤਲਬ ਕਿ ਫ੍ਰੈਂਚ ਦੀ ਗੱਲ ਤੋਂ ਸ਼ੁਰੂ ਕਰਕੇ ਤੇ ਅਖੀਰ ਤੱਕ ਲੂਣਾ ਤੇ ਜੋ ਉਹਨਾਂ ਨੇ ਫੋਕਸ ਕੀਤਾ ਹੈ ਉਹ ਬਹੁਤ ਵਧੀਆ ਮਤਲਬ ਕਿ ਸ਼ਲਾਘਾਯੋਗ ਗੱਲ ਕੀਤੀ ਹੈ। ਪਰ ਆਮ ਤੌਰ ਤੇ ਮੈਂ ਦੇਖਿਆ ਹੈਗਾ, ਮੈਂ ਪਿੱਛੇ ਵੀ ਇੱਕ ਇਸੇ ਤਰ੍ਹਾਂ ਦੀ ਗੋਸ਼ਟੀ ਦੇ ਵਿੱਚ ਸ਼ਾਮਲ ਹੋਇਆ, ਆਨਲਾਈਨ ਸੀਗੀ, ਹਿੰਦੀ ਦੇ ਲੇਖਕਾਂ ਦੀ ਕਿਤਾਬ ਸੀਗੀ, ਉਹਦੇ ਉੱਤੇ ਗੱਲ ਹੋਈ ਹੈ ਕਿ ਅਸੀਂ ਆਮ ਤੌਰ ਤੇ ਜਦੋਂ ਵੀ ਮਿੰਨੀ ਕਹਾਣੀ ਦੀ ਗੱਲ ਕਰਦੇ ਹੈਗੇ ਆ ਤਾਂ ਵਿਸ਼ੇ ਦੇ ਉੱਤੇ ਗੱਲ ਮਤਲਬ ਕਿ ਬਹੁਤ ਹੀ ਜ਼ਿਆਦਾ ਹੁੰਦੀ ਹੈ, ਕਾਫੀ ਵਿਸਤਾਰ ਚ ਹੁੰਦੀ ਹੈ, ਜਿਵੇਂ ਡਾਕਟਰ ਦੀਪਾ ਨੇ ਕੀਤਾ ਹੈ। ਜਦੋਂ ਕਿ ਇਹਨਾਂ ਦੀ ਟ੍ਰੇਨਿੰਗ ਹੈਗੀ ਹੈ, ਚਲੋ ਗੱਲ ਹੈਗੀ ਹੈ ਜਦੋਂ ਆਪਾਂ ਮਿੰਨੀ ਕਹਾਣੀ ਦਾ ਇੱਕ ਸਮਾਗਮ ਕਰਵਾ ਰਹੇ ਹਾਂ, ਮਿੰਨੀ ਕਹਾਣੀ ਦਾ ਇੱਕ ਗੋਸ਼ਟੀ ਹੋ ਰਹੀ ਹੈ, ਤਾਂ ਮਿੰਨੀ ਕਹਾਣੀ ਪਹਿਲਾਂ ਤਾਂ ਜਿਹੜੀਆਂ ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਨੇ ਉਹ ਮਿੰਨੀ ਕਹਾਣੀਆਂ ਹੈ ਵੀ ਕਿ ਨਹੀਂ ਹੈਗੀਆਂ, ਆਪਾਂ ਮਤਲਬ ਕਿ ਇਹਨੂੰ ਥੋੜਾ ਜਿਹਾ ਸਮਝਣ ਦੀ ਕੋਸ਼ਿਸ਼ ਕਰੀਏ, ਫਿਰ ਮਤਲਬ ਕਿ ਉਸ ਤੋਂ ਗੱਲ ਅੱਗੇ ਤੁਰਨੀ ਚਾਹੀਦੀ ਹੈਗੀ ਹੈ। ਮਿੰਨੀ ਸ਼ਬਦ ਸਾਨੂੰ ਸਾਰਿਆਂ ਨੂੰ ਸਮਝ ਆਉਂਦਾ ਹੈਗਾ, ਸਾਰੀਆਂ ਕਹਾਣੀਆਂ ਮਿੰਨੀ ਸੀਗੀਆਂ, ਪਰ ਮਿੰਨੀ ਦਾ ਜਿਹੜਾ ਕਹਾਣੀ ਸ਼ਬਦ ਹੈਗਾ ਉਹ ਬੜਾ ਮਹੱਤਵਪੂਰਨ ਸ਼ਬਦ ਹੈਗਾ ਵੀ ਉਹ ਆਪਾਂ ਕਹਾਣੀ ਤਾਂ ਰੱਖਣੀ ਹੈ, ਕਥਾ ਰਸ ਜਿਹਨੂੰ ਆਪਾਂ ਕਹਿੰਦੇ ਆ, ਪਰ ਉਸ ਵਾਸਤੇ ਅਸੀਂ ਮਤਲਬ ਕਿ ਕਿਹੜੀ ਜਿਹੜੀ ਹੈਗੀ ਹੈ ਘਟਨਾ ਚੁਣਨੀ ਹੈ, ਜਿਹਨੂੰ ਅਸੀਂ ਮਤਲਬ ਪੇਸ਼ ਕਰਨਾ ਹੈਗਾ, ਉਹ ਬਹੁਤ ਮਹੱਤਵਪੂਰਨ ਗੱਲ ਹੈਗੀ ਹੈ। ਜੇ ਮੈਂ ਮਤਲਬ ਕਿ ਇਹਨੂੰ ਸਧਾਰਨ ਸ਼ਬਦਾਂ 'ਚ ਕਹਾਂ ਤਾਂ ਵੀ ਜਿਹੜੀ ਵੀ ਅਸੀਂ ਅੱਜ ਮਿੰਨੀ ਕਹਾਣੀ ਪੇਸ਼ ਹੋਈ ਹੈ, ਜਿੰਨੀਆਂ ਵੀ ਹੋਈਆਂ ਨੇ, ਕੀ ਅਸੀਂ ਉਸ ਨੂੰ ਥੋੜਾ ਹੋਰ ਵਿਸਤਾਰ ਦੇ ਕੇ ਕਹਾਣੀ ਨਹੀਂ ਬਣਾ ਸਕਦੇ? ਇਹ ਅਸੀਂ ਸੋਚੀਏ, ਜਦੋਂ ਅਸੀਂ ਲਿਖ ਲੈਂਦੇ ਹਾਂ ਤਾਂ ਘੱਟੋ ਘੱਟ ਇਸ ਤੇ ਜ਼ਰੂਰ ਸੋਚੀਏ ਵੀ ਅਸੀਂ ਜਿਹੜੀ ਆਹ ਰਚਨਾ ਲਿਖੀ ਹੈ, ਜੇ ਇਹਦੇ ਵਿੱਚ ਹੋਰ ਥੋੜਾ ਜਿਹਾ ਵਿਸਤਾਰ ਦੇ ਦਈਏ, ਕਿਸੇ ਹੋਰ ਪਾਤਰ ਨੂੰ ਹੋਰ ਥੋੜੇ ਜਿਹੇ ਵਿਸਤਾਰ ਦੇ ਵਿੱਚ ਡਿਸਕ੍ਰਾਈਬ ਕਰ ਦਈਏ, ਉਹਦੀ ਵਿਆਖਿਆ ਕਰ ਦਈਏ, ਤਾਂ ਕੀ ਅਸੀਂ ਉਹ ਕਹਾਣੀ ਨਹੀਂ ਬਣ ਜਾਊਗੀ? ਇਹ ਇੱਕ ਫਰਕ ਸਮਝਣ ਦੀ ਲੋੜ ਹੈਗੀ ਹੈ। ਯਾਨੀ ਕਿ ਜਿਹੜੀ ਮਿੰਨੀ ਕਹਾਣੀ ਹੈਗੀ ਆ ਉਹਦੇ ਵਿੱਚ ਕਹਾਣੀ ਬਣਨ ਦੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ, ਇਹ ਅਸੀਂ ਸਾਨੂੰ ਸਮਝਣਾ ਚਾਹੀਦਾ ਹੈਗਾ। ਜੇ ਮੈਂ ਕਹਾਂ ਤਾਂ ਘੱਟੋ ਘੱਟ ਇਸ ਦੇ ਪੜ੍ਹੀਆਂ ਗਈਆਂ ਅੱਜ 9 ਰਚਨਾਵਾਂ ਦੇ ਵਿੱਚੋਂ ਦੀ ਜਿਹੜੀਆਂ 4 ਰਚਨਾਵਾਂ ਬਿਲਕੁਲ ਮਤਲਬ ਕਿ ਜਿਹੜੀਆਂ ਸੀਗੀਆਂ ਉਹਨਾਂ ਦੇ ਵਿੱਚ ਕਹਾਣੀ ਬਣਨ ਦੀ ਗੁੰਜਾਇਸ਼ ਹੈਗੀ ਹੈ। ਜਿਵੇਂ ਮਤਲਬ ਕਿ ਨਿੱਘੀਆਂ ਰਿਸ਼ਮਾਂ ਤੋਂ ਲੈ ਕੇ ਤੇ ਜੀਵਨ ਜੋਗੀ ਹੈਗੀ ਹੈ, ਤੇ ਇੱਕ ਇੱਥੋਂ ਕੀ ਲੂਣਾ ਵਾਲੀ ਜਿਹੜੀ ਕਹਾਣੀ ਹੈਗੀ ਹੈ ਜਾਂ ਰੱਬ ਦੀ ਰਜ਼ਾ ਹੈਗੀ ਹੈ, ਇਹ ਸਾਰੀਆਂ ਦਾ ਸਾਰਾ ਜਿਹੜਾ ਇਹਨਾਂ ਦੇ ਵਿੱਚ ਜਿਹੜਾ ਘਟਨਾਕ੍ਰਮ ਹੈਗਾ ਉਹ ਕਾਫੀ ਲੰਬਾ ਫੈਲਿਆ ਹੋਇਆ ਹੈਗਾ। ਇੱਕ ਭਾਵੇਂ ਕਹਾਣੀ ਜੀਵਨ ਜੋਗੀ ਹੈਗੀ ਹੈ, ਤੇ ਜਿਹੜੀ ਜ਼ਿੰਮੇਵਾਰੀ ਕਹਾਣੀ ਵੀ ਹੈਗੀ ਹੈ, ਮੈਂ ਉਹ ਵੀ ਕਹਾਂਗਾ ਤਾਂ ਮਤਲਬ ਕਿ ਉਹਦੇ ਵਿੱਚ ਵੀ ਜਿਹੜੀ ਹੈਗੀ ਅਖੀਰ ਤੇ ਜਾ ਕੇ ਮਤਲਬ ਕਿ ਜਿਹੜਾ ਸਮਾਂ ਹੈਗਾ ਉਹ ਕੋਰਟ ਤੱਕ ਪਹੁੰਚਦੇ ਉਸ ਨੂੰ ਮਤਲਬ ਕਿ ਕਿਸੇ ਹੋਰ ਢੰਗ ਦੇ ਨਾਲ ਸਮੇਟਿਆ ਜਾ ਸਕਦਾ ਸੀਗਾ। ਤਾਂ ਪਹਿਲੀ ਗੱਲ ਤਾਂ ਜਿਹੜੀ ਇਹ ਹੈਗੀ ਹੈ ਕਿ ਸਾਨੂੰ ਮਿੰਨੀ ਕਹਾਣੀ ਦੇ ਵਿੱਚ ਮਿੰਨੀ ਦੇ ਮਤਲਬ ਕਿ ਠੀਕ ਹੈ ਕਿ ਕਿਉਂਕਿ ਉਹਦਾ ਗੁਣ ਮਿੰਨੀ ਹੈਗਾ, ਕਾਰ ਦੇ ਬੰਦਿਤ ਹੈਗਾ, ਉਹਦੇ ਵਿੱਚ ਉਹਨੂੰ ਆਪਾਂ ਕਹਾਣੀ ਵੀ ਹੈ ਉਹ ਡਿਪੈਂਡ ਕਰਦਾ ਹੈਗਾ ਕਿ ਅਸੀਂ ਕਹਾਣੀ ਦੇ ਵਾਸਤੇ ਕਥਾਨਕ ਕਿਹੜਾ ਚੁਣਨਾ ਹੈਗਾ, ਪਲਾਟ ਕਿਹੜਾ ਚੁਣਨਾ ਹੈਗਾ, ਵੀ ਉਹ ਮਿੰਨੀ ਕਹਾਣੀ ਦਾ ਹੈਗਾ, ਕਹਾਣੀ ਦਾ ਹੈਗਾ। ਤਾਂ ਇਹ ਇੱਕ ਸਾਨੂੰ ਮਤਲਬ ਕਿ ਥੋੜੀ ਜਿਹੀ ਮਤਲਬ ਕਿ ਘਟਨਾ ਦੀ ਚੋਣ ਕਰਨ ਲੱਗਿਆ ਇਹ ਥੋੜਾ ਜਿਹਾ ਖਿਆਲ ਰੱਖਣਾ ਚਾਹੀਦਾ ਹੈ, ਜਾਂ ਸਾਨੂੰ ਕੋਈ ਇਹੋ ਜਿਹੀ ਤਕਨੀਕ ਵਰਤਣੀ ਚਾਹੀਦੀ ਹੈ ਕਿ ਅਸੀਂ ਜਿਹੜੀ ਗੱਲ ਕਹਿਣਾ ਚਾਹੁੰਦੇ ਹਾਂ, ਜਿਵੇਂ ਕਈ ਵਾਰੀ ਫਲੈਸ਼ਬੈਕ ਦੇ ਵਿੱਚ ਜਾ ਕੇ ਮਤਲਬ ਕਿ ਗੱਲ ਹੁੰਦੀ ਹੈ ਕਿ ਵੀ ਤੁਸੀਂ ਜਿਹੜੀ ਹੈਗੀ ਹੈ ਕਿ ਕੋਰਟ ਦੇ ਵਿੱਚ ਸ਼ੁਰੂ ਕਰਕੇ, ਜਿਵੇਂ ਮੈਂ ਕਹਾ ਇੱਕ ਜ਼ਿੰਮੇਵਾਰੀ ਕਹਾਣੀ ਹੈਗੀ ਹੈ, ਤਾਂ ਮਤਲਬ ਕਿ ਉਹ ਤੁਸੀਂ ਕੋਰਟ ਤੋਂ ਸ਼ੁਰੂ ਕਰਕੇ ਅੰਤ ਤੋਂ ਸ਼ੁਰੂ ਕਰਕੇ ਤੇ ਫਿਰ ਤੁਸੀਂ ਫਲੈਸ਼ਬੈਕ ਦੇ ਵਿੱਚ ਗੱਲ ਲੈ ਸਕਦੇ ਹੋ, ਤਾਂ ਕਿ ਉਹ ਗੱਲ ਲੱਗੇ ਕਿ ਇੱਕ ਮਤਲਬ ਕਿ ਇੱਕੋ ਥਾਂ ਦੇ ਉੱਤੇ ਮਤਲਬ ਕਿ ਸਮੇਟੀ ਹੋਈ ਗੱਲ ਹੈਗੀ ਹੈ। ਤੇ ਇਹ ਇਸ ਤਰ੍ਹਾਂ ਲੱਗੇ ਨਾ ਵੀ ਅਸੀਂ ਪਹਿਲਾਂ
ਮਤਲਬ ਕਿ ਜਨਮ ਹੋ ਗਿਆ, ਫਿਰ ਉਹਦਾ ਵਿਆਹ ਹੋ ਗਿਆ, ਫਿਰ ਉਹਦਾ ਤਲਾਕ ਹੋ ਗਿਆ, ਫਿਰ ਦੂਜਾ ਵਿਆਹ ਹੋ ਗਿਆ, ਫਿਰ ਵਾਪਸੀ, ਮਤਲਬ ਕਿ ਇਸ ਤਰ੍ਹਾਂ ਦੀ ਕਹਾਣੀ ਸੀਗੀ। ਇੱਕ ਮੈਂ ਇਸ ਤੇ ਗੱਲ ਕਰਨਾ ਚਾਹੁੰਦਾ ਸੀਗਾ। ਦੂਸਰੀ ਗੱਲ ਜਿਹੜੀ ਹੈਗੀ ਹੈ, ਬਾਕੀ ਜਿਹੜੀ ਕੁਝ ਕਹਾਣੀਆਂ ਜਿਵੇਂ ਮਤਲਬ ਕਿ ਹੈਗੀਆਂ ਸੀਗੀਆਂ ਜਿਹਦੇ ਵਿੱਚ ਆਪਾਂ ਘਟਨਾ ਲੈਂਦੇ ਹੈਗੇ ਆ ਤੇ ਆਪਾਂ ਘਟਨਾ ਦੇ ਵਿੱਚ ਕਲਪਨਾ ਦੀ ਗੱਲ ਕਰਦੇ ਆ। ਜਿਸ ਤਰ੍ਹਾਂ ਦੀਪਾ ਜੀ ਨੇ ਗੱਲ ਕੀਤੀ ਸੀਗੀ ਵੀ ਔਰਤ ਨੂੰ ਆਪਣੀ ਭਾਸ਼ਾ ਤਲਾਸ਼ਣੀ ਪਏਗੀ, ਉਸੇ ਤਰੀਕੇ ਨਾਲ ਆਪਾਂ ਕੋਈ ਵੀ ਗੱਲ ਕਰਦੇ ਵੀ ਕੋਈ ਵੀ ਜਿਹੜੀ ਘਟਨਾ ਹੁੰਦੀ ਹੈ, ਕੋਈ ਵੀ ਜਿਹੜੀ ਗੱਲ ਹੁੰਦੀ ਹੈ, ਉਹ ਆਪਣੇ ਮਤਲਬ ਕਿ ਵਿਚਾਰ ਨੂੰ ਪੇਸ਼ ਕਰਨ ਵਾਸਤੇ ਆਪਣੀ ਵਿਧਾ ਵੀ ਲੈ ਕੇ ਆਉਂਦੀ ਹੈ, ਆਪਣੇ ਸ਼ਬਦ ਵੀ ਲੈ ਕੇ ਆਉਂਦੀ ਹੈਗੀ ਹੈ। ਤਾਂ ਉਸ ਪੱਖ ਤੋਂ ਵੀ ਜੇ ਆਪਾਂ ਗੱਲ ਕਰੀਏ ਤਾਂ ਮਤਲਬ ਕਿ ਸਾਨੂੰ ਥੋੜਾ ਜਿਹਾ ਜਿਹੜਾ ਹੈ ਕਲਪਨਾ ਦਾ ਜਿਹੜਾ ਸਹਾਰਾ ਲੈਣਾ ਹੈਗਾ। ਪਰ ਇਹ ਨਾ ਲੱਗੇ ਕਿ ਕਿਉਂਕਿ ਉਹ ਆਕਾਰ ਛੋਟਾ ਹੈਗਾ, ਉਸ ਆਕਾਰ ਦੇ ਵਿੱਚ ਅਸੀਂ ਸ਼ੁਰੂ ਵੀ ਕਰਨਾ, ਉਹਨੂੰ ਅੰਤ ਵੀ ਕਰਨਾ ਹੈਗਾ। ਕਈ ਵਾਰੀ ਅਸੀਂ ਅੰਤ ਇੰਨੀ ਕਾਹਲੀ ਵਿੱਚ ਕਰਦੇ ਹੈਗੇ, ਲੱਗਦਾ ਹੈਗਾ ਕਿ ਵੀ ਇਹ ਅੰਤ ਜਿਹੜਾ ਸੁਭਾਵਿਕ ਨਹੀਂ ਹੈਗਾ। ਕਹਾਣੀਆਂ ਮਤਲਬ ਕਿ ਠੀਕ ਹੈ, ਵਿਸ਼ੇ ਬੜੇ ਵਧੀਆ ਸੀਗੇ ਜਿਹਨਾਂ ਤੋਂ ਬੜੀ ਵਿਸਤਾਰ ਵਿੱਚ ਗੱਲ ਹੋਈ ਹੈ। ਜੇ ਮੈਂ ਕਹਾਂ ਕਿ ਮੈਂ ਹਵਾੜ ਨਹੀਂ ਵਾਲੀ ਕਹਾਣੀ ਹੈਗੀ ਹੈ, ਮੈਂ ਹਵਾੜ ਨਹੀਂ ਦੀ ਕਹਾਣੀ ਦੇ ਉੱਤੇ ਅੰਤ ਤੱਕ ਆਉਂਦੇ ਆਉਂਦੇ ਅਸੀਂ ਮਤਲਬ ਕਿ ਜੋ ਉਸ ਲੜਕੀ ਤੋਂ ਆਇਆ ਹੈਗਾ, ਕੀ ਸਾਨੂੰ ਲੱਗਦਾ ਵੀ ਇਹ ਸੁਭਾਵਿਕ ਹੈਗਾ, ਵੀ ਉਹਨੇ ਇੱਕਦਮ ਇਮੇਜਿਨ ਕਰ ਲਿਆ, ਜਾਂ ਮਤਲਬ ਕਿ ਇਸ ਤਰੀਕੇ ਦਾ ਆਪਾਂ ਮਤਲਬ ਕਿ ਇਹ ਇਸ ਪੱਖ ਤੋਂ ਮਤਲਬ ਕਿ ਜਿਹੜੀ ਹੋਰ ਵੀ ਜਿਹੜੀਆਂ ਰਚਨਾਵਾਂ ਸੀ ਉਹਨਾਂ ਨੂੰ ਦੇਖਣ ਦੀ ਲੋੜ ਹੈਗੀ ਹੈ। ਹੁਣ ਜਿੱਥੋਂ ਸੇਫਟੀ ਕਹਾਣੀ ਦੀ ਗੱਲ ਹੈਗੀ ਹੈ, ਉਹ ਗੱਲ ਠੀਕ ਹੈਗੀ ਹੈ ਕਿ ਉਹ ਜਿਹੜਾ ਪਹਿਲਾ ਹਿੱਸਾ ਹੈਗਾ ਕਹਾਣੀ ਦਾ ਕੀ ਕਲੱਬ, ਇਹ ਕੀ ਕਲੱਬ ਹੈਗੇ ਆ, ਇਹ ਜਿਹੜੇ ਮਾਡਰਨ ਮਤਲਬ ਕਿ ਚਾਹੇ ਉਹ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਵੈਸਟ ਤੋਂ ਹੈਗੇ, ਚਾਹੇ ਸਾਡੇ ਮੈਟਰੋ ਸਿਟੀਜ਼ ਵਿੱਚ ਉਹਨਾਂ ਦੇ ਵਿੱਚ ਹੈਗੇ ਆ। ਪਰ ਜਿੱਥੋਂ ਤੱਕ ਅੰਤ ਦੇ ਆਉਂਦੇ ਹੁੰਦੇ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਗੱਲ ਕਹਿੰਦੀ ਹੈ ਵੀ ਤੁਹਾਨੂੰ ਕਾਰ ਦੀ ਸੇਫਟੀ ਦੀ ਤਾਂ ਮਤਲਬ ਕੀ ਹੈਗੀ ਹੈ, ਪਰ ਔਰਤ ਦੀ ਸੇਫਟੀ ਦੀ ਮਤਲਬ ਕਿ ਤੁਹਾਨੂੰ ਫਿਕਰ ਨਹੀਂ ਹੈਗੀ। ਉਹ ਔਰਤ ਦੀ ਸੇਫਟੀ ਦਾ ਮਤਲਬ ਕੀ ਹੈਗਾ ਇੱਥੇ, ਸੇਫਟੀ ਦੇ ਮਤਲਬ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਕਿਸ ਸੰਦਰਭ ਦੇ ਵਿੱਚ ਲਿਆ ਜਾਂਦਾ ਹੈ, ਇਹ ਸਪਸ਼ਟ ਨਹੀਂ ਹੁੰਦਾ ਵੀ ਅਸੀਂ ਕੀ ਆਪਾਂ ਜੇ ਮਤਲਬ ਕਿ ਇਹ ਜਿਹੜੀਆਂ ਕਿ ਸੈਕਸ ਸੰਬੰਧਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਦੀ ਗੱਲ ਹੈਗੀ ਹੈ, ਅਸੀਂ ਉਹਨਾਂ ਨੂੰ ਵੀ ਗੱਲ ਕਰਦੇ ਹਾਂ ਵੀ ਉਹ ਹੈਗੀ ਹੈ ਜੇ ਤੁਸੀਂ ਆਪਣੇ ਪਾਰਟਨਰ ਬਦਲਦੇ ਹੈਗੇ ਹੋ ਤਾਂ ਫਿਰ ਤੁਹਾਨੂੰ ਮਤਲਬ ਕਿ ਉਸ ਤਰ੍ਹਾਂ ਦੀ ਬਿਮਾਰੀਆਂ ਹੋ ਸਕਦੀਆਂ ਨੇ। ਕੀ ਇੱਥੋਂ ਤੱਕ ਹੀ ਸੀਮਤ ਹੈਗਾ, ਜਿੱਥੋਂ ਤੱਕ ਆਪਾਂ ਕਹੀਏ ਕਿ ਔਰਤ ਦੀ ਆਪਣੀ ਇੱਕ ਹੋਂਦ ਦੀ ਗੱਲ ਹੈਗੀ, ਆਪਣੀ ਇੱਕ ਵੱਖਰੀ ਪਹਿਚਾਣ ਦੀ ਗੱਲ ਹੈਗੀ ਹੈ, ਇੱਕ ਆਪਸੀ ਔਰਤ ਮਰਦ ਦੇ ਰਿਸ਼ਤੇ ਦੇ ਵਿੱਚ ਗੱਲ ਹੈਗੀ ਹੈ, ਜਿਹੜੇ ਇੱਕ ਗੱਲ ਮਤਲਬ ਕਿ ਆਪਣੇ ਦੀਪਾ ਜੀ ਨੇ ਬੜੇ ਵਿਸਤਾਰ ਦੇ ਵਿੱਚ ਕੀਤੀ ਵੀ ਅਸੀਂ ਰਿਸ਼ਤਿਆਂ ਦੇ ਵਿੱਚ ਜਿਹੜੀ ਹੈਗੀ ਹੈ ਉਹਨਾਂ ਨੂੰ ਬੜਾ ਪੇਤਲਾ ਕਰ ਰਹੇ ਹੈਗੇ ਆ। ਜਿਹੜੀ ਅਸੀਂ ਹਨੇਰੀ ਜਿਹੜੀ ਅਸੀਂ ਆਪਾਂ ਕਹਿ ਸਕਦੇ ਹਾਂ ਸਾਡੇ ਸਾਹਮਣੇ ਮਾਡਰਨਾਈਜੇਸ਼ਨ ਦੀ ਆਈ ਹੋਈ ਹੈ, ਆਧੁਨਿਕੀਕਰਨ ਦੇ ਵਿੱਚ ਜਿਹੜਾ ਰਿਸ਼ਤਿਆਂ ਦਾ ਕਾਣ ਹੋ ਰਿਹਾ, ਕਿ ਔਰਤ ਮਰਦ ਦਾ ਹੀ ਨਹੀਂ ਹੈਗਾ। ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਅੱਜ ਬੁਢਾਪੇ ਦੀ ਗੱਲ ਵੀ ਹੈਗੀ ਹੈ, ਜਿਹੜੀ ਇੱਕ ਬਿਰਧ ਆਸ਼ਰਮ ਵਿੱਚ ਭੇਜਣ ਵਾਲੀ ਗੱਲ ਵੀ ਹੈਗੀ ਹੈ, ਉਹ ਸਾਰਾ ਰਿਸ਼ਤਿਆਂ ਦਾ ਜਿਹੜਾ ਹੈਗਾ ਜਿਹੜਾ ਕਾਣ ਹੋ ਰਿਹਾ ਹੈਗਾ। ਇਹ ਸਾਡੀ ਆਪਣੇ ਕਹਿ ਸਕਦੇ ਉਸ ਜਿਹੜੀ ਹੈਗੀ ਹੈ ਨਵੀਂ ਜਿਹੜੀ ਹੈਗੀ ਹੈ ਇਸ ਵਕਤ ਚੱਲੀ ਹੋਈ ਹੈਗੀ ਹਨੇਰੀ, ਜਿਹੜੀ ਆਪਣਾ ਸਰਮਾਏਦਾਰੀ ਦੀ ਜਾਂ ਪੈਸੇ ਦੀ ਦੌੜ ਹੈਗੀ ਹੈ। ਅਸੀਂ ਜਾਂ ਮਤਲਬ ਕਿ ਜਿਹੜੀ ਨਵੀਂ ਟੈਕਨੀਕ ਹੈਗੀ ਹੈ ਉਹਦੇ ਵਿੱਚ ਫਸ ਕੇ ਮਤਲਬ ਕਿ ਅਸੀਂ ਉਸ ਰਿਸ਼ਤਿਆਂ ਦੇ ਨੂੰ ਨਹੀਂ ਚੰਗੀ ਤਰ੍ਹਾਂ ਮੰਨ ਰਹੇ। ਤਾਂ ਇਹ ਮਤਲਬ ਕਿ ਕੁਛ ਗੱਲਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਧਿਆਨ ਰੱਖਣ ਦੀ ਗੱਲ ਹੈਗੀ ਹੈ। ਇੱਕ ਮੈਂ ਬਸ ਆਖਰੀ ਥੋੜੀ ਜਿਹੀ ਇੱਕ ਹੋਰ ਟਿੱਪਣੀ ਉਹ ਅਗਲੇ ਤੋਂ ਹੈਗੀ ਹੈ ਸੀਮਾ ਵਰਮਾ ਹੋਣਾ ਦੀ ਕਹਾਣੀ ਦੇ ਉੱਪਰ। ਇੱਕ ਸੀ ਭੋਲਾ। ਹੁਣ ਉਹਦੇ ਵਿੱਚ ਤੁਸੀਂ ਮਤਲਬ ਕਿ ਇੱਕ ਬਲਦ ਜਿਹੜਾ ਹੈਗਾ ਉਹ ਪਾਤਰ ਇਸਤੇਮਾਲ ਕੀਤਾ ਹੈਗਾ। ਇਹਨੂੰ ਆਪਾਂ ਹਿੰਦੀ ਵਿੱਚ ਮਾਨਵੇਤਰ ਪਾਤਰ ਕਹਿੰਦੇ ਆ, ਜਾਂ ਕਹਿ ਲਓ ਵੀ ਜਿਹੜੇ ਮਤਲਬ ਗੈਰ ਮਨੁੱਖੀ ਪਾਤਰ ਦੇ ਤੌਰ ਤੇ ਤੁਸੀਂ ਉਹਨੂੰ ਕਹਾਣੀ ਪੇਸ਼ ਕਰਦੇ ਹੋ। ਜਦੋਂ ਅਸੀਂ ਗੈਰ ਮਨੁੱਖੀ ਤੌਰ ਤੇ ਸਾਡੇ ਕੋਲ ਚਲੋ ਪੰਚਤੰਤਰ ਦੀਆਂ ਕਹਾਣੀਆਂ ਸਾਰੀਆਂ ਹੀ ਜਿਹੜੀਆਂ ਨੇ ਉਹ ਉਸ ਤਰੀਕੇ ਦੀਆਂ ਕਹਾਣੀਆਂ ਹੈਗੀਆਂ ਨੇ, ਅਸੀਂ ਜਾਨਵਰਾਂ ਰਾਹੀਂ ਆਪਣੀ ਮਤਲਬ ਕਿ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਪਰ ਜੇ ਆਪਾਂ ਗੱਲ ਕਰਦੇ ਵੈਸੇ ਬਲਦ ਰਾਹੀਂ ਕਿਹਾ ਗਿਆ ਵੀ ਉਸ ਦਾ ਜਿਹੜਾ ਉਹਦੇ ਰਾਹੀਂ ਅਸੀਂ ਜੋ ਕਹਿਣਾ ਚਾਹੁੰਦੇ ਹਾਂ ਵੀ ਤੂੰ ਵੀ ਕੀ ਮਤਲਬ ਕਿ ਤੇਰਾ ਸੁਭਾਅ ਵੀ ਹੁਣ ਬੰਦਿਆਂ ਵਰਗਾ ਹੋ ਗਿਆ ਹੈ ਨਾ, ਬੰਦਿਆਂ ਵਾਲਾ ਤੇਰਾ ਸੁਭਾਅ ਹੋ ਗਿਆ। ਫਿਰ ਅਸੀਂ ਕੀ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਬੰਦਿਆਂ ਨੂੰ ਅਸੀਂ ਜਾਨਵਰਾਂ ਦੇ ਨਾਲ ਕੰਪੈਰੀਜ਼ਨ ਕਰ ਰਹੇ ਹੈਗੇ ਆ, ਸਾਨੂੰ ਇਸ ਤਰ੍ਹਾਂ ਦੀ ਥੋੜੀ ਜਿਹੀ ਮਤਲਬ ਕਿ ਗੱਲ ਕਰਨ ਲੱਗਿਆ ਵੀ ਥੋੜਾ ਜਿਹਾ ਸੁਚੇਤ ਰਹਿਣਾ ਚਾਹੀਦਾ ਹੈ ਕਿ ਅਸੀਂ ਮਤਲਬ ਕਿ ਜਿਹੜੇ ਪਾਤਰ ਇਸਤੇਮਾਲ ਕਰ ਰਹੇ ਹਾਂ ਉਹਦੇ ਰਾਹੀਂ ਅਸੀਂ ਸੁਨੇਹਾ ਕੀ ਦੇਣਾ ਚਾਹੁੰਦੇ ਹੈਗੇ ਆ। ਤਾਂ ਇਹ ਕਿਉਂਕਿ ਨਾ ਜਾਂ ਮਾਨਵੇਤਰ ਪਾਤਰਾਂ ਦੇ ਰਾਹੀਂ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਈ ਖਤਰੇ ਹੁੰਦੇ ਆ। ਜਿਹੜਾ ਇੱਕ ਵੱਡਾ ਖਤਰਾ ਜਿਹੜਾ ਮੈਂ ਗੱਲ ਕਹੀ ਹੈ ਕਿ ਅਸੀਂ ਆਮ ਤੌਰ ਤੇ ਜਾਨਵਰਾਂ ਦਾ ਆਦਮੀਆਂ ਨਾਲ ਜਦੋਂ ਕੰਪੈਰੀਜ਼ਨ ਕਰਦੇ ਆ, ਇਹ ਕੋਈ ਬਹੁਤ ਵਧੀਆ ਗੱਲ ਨਹੀਂ ਹੈਗੀ। ਜਿੱਥੇ ਅਸੀਂ ਆਦਮੀ ਨੂੰ ਨੀਵਾਂ ਦਿਖਾਉਂਦੇ ਆ ਤੇ ਉਸ ਜਾਨਵਰ ਨੂੰ ਜਿਹੜਾ ਹੈਗਾ ਨਾ ਉਹ ਵਧੀਆ ਦਿਖਾਉਂਦੇ ਆ। ਹੋ ਸਕਦਾ ਹੈਗਾ ਪਰ ਫਿਰ ਵੀ ਜੋ ਵੀ ਮਰਜ਼ੀ ਹੋਵੇ ਵੀ ਜਾਨਵਰ ਵਧੀਆ ਹੋ ਸਕਦਾ ਹੈ, ਇਹ ਨਹੀਂ ਗੱਲ। ਅਸੀਂ ਕੁੱਤੇ ਦੀ ਗੱਲ ਕਰਦੇ ਹਾਂ, ਮੈਂ ਤਾਂ ਜਦੋਂ ਇਹ ਕਹਾਣੀ ਪੜ੍ਹ ਰਿਹਾ ਸੀਗਾ ਮੈਨੂੰ ਤਾਂ ਲੱਗਿਆ ਵੀ ਇਹ ਅੰਤ ਵਿੱਚ ਜਾ ਕੇ ਇਹ ਕੁੱਤਾ ਹੀ ਹੋਊਗਾ, ਕਿਉਂਕਿ ਸਹੀ ਆਮ ਤੌਰ ਤੇ ਇਸ ਤਰ੍ਹਾਂ ਦੀ ਉਮੀਦ ਮਤਲਬ ਕਿ ਕੁੱਤਿਆਂ ਤੋਂ ਕਰਦੇ ਆ। ਸਾਡੇ ਜਿਹੜੇ ਸਮਾਜ ਦੇ ਸਾਡੇ ਮਨੁੱਖ ਦੇ ਨਾਲ ਜਿਹੜਾ ਰਿਸ਼ਤਾ ਹੈਗਾ ਉਹ ਕੁੱਤਿਆਂ ਨਾਲ ਵੱਧ ਹੈਗਾ। ਇਹ ਤਾਂ ਬਲਦ ਤੇ ਜਾ ਕੇ ਚਲੋ ਇਹ ਗੱਲ ਵੱਖਰੀ ਹੈ ਕਿ ਵੀ ਆਪਣੇ ਸੀਮਾ ਵਰਮਾ ਹੋਰਾਂ ਨੇ ਉਹ ਜਦੋਂ ਅਖੀਰ ਤੱਕ ਮਤਲਬ ਕਿ ਇਹਨਾਂ ਲੁਕੋ ਰੱਖਿਆ ਕਿ ਪਤਾ ਨਹੀਂ ਕੌਣ ਬੰਦਾ ਹੈਗਾ, ਜਾਂ ਕੋਈ ਬੱਚਾ ਹੀ ਹੈਗਾ, ਕੋਈ ਘਰ ਦਾ ਰਿਸ਼ਤੇਦਾਰੀ ਹੈਗਾ, ਜਾਂ ਕੋਈ ਹੋਰ ਮਤਲਬ ਕਿ ਪਾਤਰ ਹੈਗਾ। ਚਲੋ ਫਿਰ ਵੀ ਹੈ ਮੇਰਾ ਕਹਿਣ ਦਾ ਮਤਲਬ ਹੈ ਵੀ ਜਦੋਂ ਅਸੀਂ ਮਾਨਵੇਤਰ ਪਾਤਰਾਂ ਰਾਹੀਂ ਮਤਲਬ ਗੱਲ ਕਰਦੇ ਹੈਗੇ ਆ
ਤਾਂ ਸਾਨੂੰ ਥੋੜਾ ਜਿਹਾ ਸੁਚੇਤ ਹੋ ਕੇ ਉਹ ਜਿਹੜਾ ਹੈਗਾ ਸੂਚਕ ਜਿਹੜਾ ਹੈ ਉਹ ਇਸਤੇਮਾਲ ਕਰਨਾ ਚਾਹੀਦਾ ਹੈ, ਜਿੱਦਾਂ ਹੀ ਅਸੀਂ ਕੁਝ ਕਹਿਣਾ ਚਾਹੁੰਦੇ ਹਾਂ। ਕਿਉਂਕਿ ਮੈਂ ਜਿਹੜੀ ਗੱਲ ਕਰਦਾ ਵੀ ਚਾਹੇ ਸਾਹਿਤ ਦਾ ਜਿਹੜਾ ਮਕਸਦ ਹੈਗਾ ਉਹਦੇ ਵਿੱਚ ਇੱਕ ਸੰਦੇਸ਼ ਦੇਣ ਦੀ ਗੱਲ ਤਾਂ ਹੈਗੀ ਹੈ, ਵੀ ਸਾਨੂੰ ਇੱਕ ਸੰਦੇਸ਼ ਜਿਹੜਾ ਹੈਗਾ ਉਹ ਜ਼ਰੂਰ ਮਤਲਬ ਕਿ ਦੇਣਾ ਚਾਹੀਦਾ ਹੈਗਾ। ਅਖੀਰ ਤੇ ਪਤਾ ਲੱਗੇ ਵੀ ਅਸੀਂ ਕਹਾਣੀ ਲਿਖੀ ਕਿਉਂ ਸੀਗੀ, ਹੈਨਾ। ਉਹ ਜੇ ਆਪਾਂ ਮਤਲਬ ਕਿ ਜਿਹੜੀ ਰਾਜਦੇਵ ਹੋਰਾਂ ਨੇ ਕਹਾਣੀ ਮਤਲਬ ਕਿ ਪੜ੍ਹੀ ਹੈਗੀ ਹੈ ਨਾ, ਉਹ ਹੁਣ ਕਹਾਣੀ ਜੇ ਮੈਂ ਕਹਾਂ ਉਹ ਬਿਲਕੁਲ ਯਥਾਰਥ ਹੈਗਾ। ਉਹ ਜੋ ਮਤਲਬ ਕਿ ਕਿਸਾਨੀ ਮਤਲਬ ਕਿ ਮੂਵਮੈਂਟ ਹੋਇਆ, ਉਹ ਜਿਵੇਂ ਜਿਵੇਂ ਮਤਲਬ ਕਿ ਕਰਮਵਾਰ ਜੋ ਉਹਨਾਂ ਅੜਿੱਕੇ ਆਏ ਤੇ ਅਖੀਰ ਤੇ ਕੀ ਉਹ ਅਖੀਰ ਤੇ ਜਿਹੜਾ ਹੈਗਾ ਹੀ ਹੈ ਕਿ ਸਾਡੇ ਸਾਰੇ ਬਿੱਲ ਜਿਹੜੇ ਹੈਗੇ ਨਾ ਉਹ ਰੱਦ ਹੋ ਗਏ ਨੇ ਤੇ ਅਸੀਂ ਜਿੱਤ ਗਏ ਹਾਂ, ਮੋਦੀ ਹਾਰ ਗਿਆ ਹੈਗਾ। ਉਹ ਨਾਂ ਵੀ ਮੋਦੀ ਉਹਦੇ ਵਿੱਚ ਲਿਖਿਆ ਹੋਇਆ ਹੈਗਾ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਵੀ ਅਸੀਂ ਜਦੋਂ ਇਸ ਤਰ੍ਹਾਂ ਦੀ ਮਤਲਬ ਗੱਲ ਕਰਦੇ ਹਾਂ ਤਾਂ ਉਹ ਜਿਹੜੀ ਕੋਈ ਵੀ ਰਚਨਾ ਹੈਗੀ ਹੈ ਉਹਦੀ ਜਿਹੜੀ ਉਮਰ ਵੱਧ ਜਾਂਦੀ ਹੈਗੀ ਹੈ ਜੇ ਅਸੀਂ ਉਸ ਨੂੰ ਉਸ ਤਰੀਕੇ ਨਾਲ ਲਿਖਦੇ ਹਾਂ ਵੀ ਕੱਲ ਨੂੰ ਵੀ ਪੜ੍ਹੀ ਜਾਵੇ ਤਾਂ ਮਤਲਬ ਕਿ ਇਸ ਦੀ ਜਿਹੜੀ ਉਮਰ ਹੈਗੀ ਹੈ ਉਸ ਸੰਦਰਭ ਦੇ ਵਿੱਚ ਵੀ ਉਹ ਚੇਤੇ ਰਹੇ ਵੀ ਇਹ ਜਿਹੜੀ ਕਹਾਣੀ ਹੈਗੀ ਹੈ ਇਹ ਹੂਬਹੂ ਯਥਾਰਥ ਹੈਗਾ। ਮੈਂ ਗੱਲ ਕਰਦੀ ਯਥਾਰਥ ਵਿੱਚ ਥੋੜੀ ਜਿਹੀ ਕਲਪਨਾ ਜਿਹੜੀ ਹੈਗੀ ਹੈ ਉਹ ਜ਼ਰੂਰ ਮਤਲਬ ਕਿ ਇਹ ਆਪਾਂ ਸਾਹਿਤ ਦੇ ਵਿੱਚ ਰਲਾਉਣੀ ਚਾਹੀਦੀ ਹੈ। ਮਤਲਬ ਕਿ ਜਿਸ ਤਰ੍ਹਾਂ ਕਹਿੰਦੇ ਆ ਵੀ ਜਦੋਂ ਸਾਹਿਤ ਜਿਹੜੀ ਘਟਨਾ ਜਮਾ ਯਥਾਰਥ ਇਹ ਫਿਰ ਸਿਰਜਣਾ ਬਣਦੀ ਹੈ। ਅਸੀਂ ਸਿਰਜਣਾ ਕਰੇ ਅਸੀਂ ਨਵਾਂ ਕੁਝ ਕ੍ਰੀਏਟ ਕਰ ਰਹੇ ਹਾਂ। ਜਦੋਂ ਅਸੀਂ ਨਵਾਂ ਕ੍ਰੀਏਟ ਕਰ ਰਹੇ ਹਾਂ, ਕੋਈ ਸਾਹਿਤ ਦੀ ਗੱਲ ਕਰ ਰਹੇ ਹੈਗੇ ਤਾਂ ਇਹਦਾ ਮਤਲਬ ਸਾਡਾ ਉਹਦੇ 'ਚ ਕੀ ਯੋਗਦਾਨ ਹੈ। ਜੇ ਵੀ ਯਥਾਰਥ ਤੇ ਕਲਪਨਾ ਜਿਹੜੀ ਹੈਗੀ ਨਾ ਉਹ ਦੋਵੇਂ ਮਿਲ ਕੇ ਸਿਰਜਣਾ ਬਣਦੀ ਹੈਗੀ ਹੈ ਕਿ ਅਸੀਂ ਲੇਖਕ ਦੇ ਤੌਰ ਤੇ ਜਦੋਂ ਲਿਖ ਰਹੇ ਹਾਂ ਤਾਂ ਅਸੀਂ ਜੇ ਹੂਬਹੂ ਕੋਈ ਖਬਰ ਲਿਖ ਰਹੇ ਹਾਂ ਜਾਂ ਕੋਈ ਅਖਬਾਰੀ ਮਤਲਬ ਕਿ ਜਿਹੜੀ ਹੈਗੀ ਹੈ ਉਹ ਪੈਟਰਨ ਦੇ ਉੱਤੇ ਜੋ ਜਾਂ ਸੁਣਿਆ ਸੁਣਾਇਆ ਹੂਬਹੂ ਉਸ ਨੂੰ ਲਿਖ ਰਹੇ ਹਾਂ, ਉਸ ਤੋਂ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਹੈਗਾ। ਜਾਂ ਉਹਦੇ ਵਿੱਚ ਤੁਹਾਨੂੰ ਨਜ਼ਰ ਆਵੇ ਵੀ ਤੁਸੀਂ ਵੀ ਹਾਜ਼ਰ ਹੈਗੇ ਹੋ, ਲੇਖਕ ਨੂੰ ਵੀ ਹਾਜ਼ਰ ਹੋਣ ਦੀ ਗੱਲ ਹੈਗੀ ਹੈ। ਆਮ ਤੌਰ ਤੇ ਕਿਹਾ ਜਾਂਦਾ ਵੀ ਲੇਖਕ ਦੇ ਵਿੱਚ ਲਿਖਣ ਦੇ ਵਿੱਚ ਲੇਖਕ ਗੈਰ ਹਾਜ਼ਰ ਰਹਿਣਾ ਚਾਹੀਦਾ ਹੈਗਾ। ਉਹ ਉੱਥੇ ਹੁੰਦਾ ਵੀ ਜਦੋਂ ਆਪਾਂ ਪਾਤਰਾਂ ਦੀ ਗੱਲ ਹੈਗੀ ਹੈ, ਪਾਤਰਾਂ ਦੇ ਮੂੰਹ ਦੇ ਵਿੱਚ ਕੋਈ ਸ਼ਬਦ ਪਾਉਂਦੇ ਆ ਫਿਰ ਲੱਗਦਾ ਵੀ ਇਹ ਪਾਤਰ ਦੇ ਸ਼ਬਦ ਨਹੀਂ ਲੱਗਦੇ, ਇਹ ਲੇਖਕ ਦੇ ਸ਼ਬਦ ਨੇ। ਉੱਥੇ ਦਾ ਠੀਕ ਗੱਲ ਹੈਗੀ ਹੈ। ਪਰ ਜਦੋਂ ਅਸੀਂ ਇੱਕ ਵਿਉਂਤ ਬਣਾਉਂਦੇ ਹਾਂ ਮਤਲਬ ਕਿ ਜਦੋਂ ਉਸਾਰੀ ਸ਼ੁਰੂ ਕਰਦੇ ਆ ਰਚਨਾ ਦੀ ਤੇ ਉਹਦਾ ਅੰਤ ਤੱਕ ਲੈ ਕੇ ਜਾਂਦੇ ਤਾਂ ਉਹ ਜਿਹੜੀ ਵਿਉਂਤਬੰਦੀ ਹੈਗੀ ਹੈ ਉਹ ਵਿਉਂਤਬੰਦੀ ਵਿੱਚ ਜਿੱਥੇ ਕੁਝ ਯਥਾਰਥ ਹੈ ਉੱਥੇ ਥੋੜੀ ਜਿਹੀ ਕਲਪਨਾ ਵੀ ਮਤਲਬ ਕਿ ਐਡ ਕਰਕੇ ਉਨੀ ਕੁ ਹੋਵੇ ਉਹਦਾ ਇੱਕ ਅਨੁਪਾਤ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਅਖੀਰ ਤੇ ਜਿਹੜਾ ਸਾਡਾ ਅੰਤ ਹੈਗਾ ਰਚਨਾ ਦਾ ਉਹ ਸਾਨੂੰ ਲੱਗੇ ਵੀ ਇਹ ਬਿਲਕੁਲ ਯਥਾਰਥਕ ਵੀ ਅੰਤ ਹੈਗਾ। ਇਹ ਮਤਲਬ ਕਿ ਇਹ ਸੰਭਾਵੀ ਹੈਗਾ। ਆਪਾਂ ਕਹਿੰਦੇ ਵੀ ਇਹ ਸੰਭਾਵਨਾ ਹੈਗੀ ਹੈ ਵੀ ਇਸ ਤਰ੍ਹਾਂ ਹੋਇਆ ਹੋਊਗਾ। ਤਾਂ ਇਹ ਇਸ ਤਰੀਕੇ ਦੇ ਨਾਲ ਥੋੜੀ ਜਿਹੀ ਧਿਆਨ ਰੱਖਣਾ ਚਾਹੀਦਾ ਹੈ, ਤਾਂ ਹੀ ਉਹ ਸਿਰਜਣਾ ਬਣਦੀ ਹੈਗੀ ਹੈ। ਕਿਉਂਕਿ ਸਿਰਜਣਾ ਜਿਹੜੀ ਹੈਗੀ ਉਹ ਪੇਸ਼ਕਾਰੀ ਤੋਂ ਵੱਖਰੀ ਹੈਗੀ ਹੈ। ਪੇਸ਼ਕਾਰੀ ਲੇਖਕ ਦਾ ਕੌਸ਼ਲ ਹੈਗਾ, ਲੇਖਕ ਨੇ ਕਿਸ ਤਰੀਕੇ ਨਾਲ ਉਹਨੂੰ ਲਿਖਣਾ ਹੈਗਾ, ਕਿਵੇਂ ਉਹਨੂੰ ਹੈਗਾ, ਉਹਦੇ ਵਾਸਤੇ ਕੀ ਵਿਉਂਤ ਬਣਾਉਣੀ ਹੈਗੀ ਹੈ। ਪਰ ਸਿਰਜਣਾ ਜਿਹੜੀ ਹੈਗੀ ਹੈ ਉਹਦੇ ਵਾਸਤੇ ਸਾਨੂੰ ਥੋੜਾ ਜਿਹਾ ਮਿਹਨਤ ਕਰਨੀ ਚਾਹੀਦੀ ਹੈਗੀ ਤਾਂ ਕਿ ਉਹ ਤੁਹਾਡੀ ਸਿਰਜਣਾ ਲੱਗੇ, ਤੁਹਾਡੀ ਉਹ ਲੇਖਕ ਦੀ ਆਪਣੀ ਉਹਦੇ ਵਿੱਚ ਜਿਵੇਂ ਆਪਾਂ ਸ਼ੈਲੀ ਦੀ ਗੱਲ ਹੈਗੀ ਹੈ ਚਾਹੇ ਉਹਦੇ ਵਿੱਚ ਹੈਗੀ। ਤਾਂ ਇੰਨੀ ਉਹ ਗੱਲਾਂ ਦੇ ਨਾਲ ਇਹ ਕਹਾਣੀ ਦੇ ਵਿੱਚ ਇੰਨੀ ਕਹਾਣੀ ਆਪਣਾ ਮਤਲਬ ਕਿ ਆਪਾਂ ਕਿ ਅਸੀਂ ਹੈ ਬਿਹਤਰ ਪਾਤਰਾਂ ਨੂੰ ਮਤਲਬ ਕਿ ਆਪਣੀ ਕਹਾਣੀ ਦਾ ਵਿਸ਼ਾ ਬਣਾਉਂਦੇ ਹੋਏ ਥੋੜਾ ਜਿਹਾ ਸੁਚੇਤ ਰਹਿਣ ਦੀ ਗੱਲ ਹੈਗੀ ਹੈ। ਇਹਨਾਂ ਪੱਖਾਂ ਦੇ ਨਾਲ ਨੂੰ ਮਤਲਬ ਕਿ ਬਾਕੀ ਗੱਲ ਜਿਹੜੀ ਹੈਗੀ ਹੈ ਦੋ ਪੱਖ ਹੈਗੇ, ਇੱਕ ਰੂਪਕ ਪੱਖ ਹੈ, ਇੱਕ ਵਿਚਾਰਕ ਆਪਣੇ ਉਹਦੀ ਵਿਸ਼ੇ ਦੇ ਪੱਖ ਦੇ ਉੱਤੇ ਹੈਗੀ ਹੈ। ਵਿਸ਼ੇ ਦੇ ਬਾਰੇ ਬੜੀ ਵਧੀਆ ਗੱਲਾਂ ਕੀਤੀਆਂ ਨੇ, ਵਿਸ਼ੇ ਚੋਣ ਵੇਲੇ ਵੀ, ਵਿਸ਼ੇ ਦੀ ਪੇਸ਼ਕਾਰੀ ਵੇਲੇ ਵੀ, ਇਹ ਸਾਰੀਆਂ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈਗਾ। ਇੱਕ ਵਾਰੀ ਫਿਰ ਸਾਰੇ ਜਿਹੜੇ ਦੋਸਤ ਜੁੜੇ ਇਸ ਨਵੇਂ ਸਾਲ ਤੇ ਬਹੁਤ ਵਧੀਆ ਲੱਗਿਆ। ਜਿਵੇਂ ਆਪਾਂ ਕਹਿੰਦੇ ਹੁੰਦੇ ਆ ਇੱਕ ਵੀ ਜਿਹੜਾ ਪਹਿਲੇ ਦਿਨ ਜੋ ਤੁਸੀਂ ਕਰ ਲੈਂਦੇ ਹੈਗੇ ਹੋ ਜਿਹੜੀ ਸ਼ੁਰੂਆਤ ਹੋ ਜਾਂਦੀ ਉਹ ਫਿਰ ਸਾਰਾ ਸਾਲ ਉਸੇ ਤਰੀਕੇ ਦੇ ਨਾਲ ਕਾਫੀ ਹੀ ਤੇ ਮੈਨੂੰ ਲੱਗਦਾ ਕਿ ਅਸੀਂ ਇਹ ਸਾਰਾ ਸਾਲ ਜਿਹੜਾ ਹੈਗਾ ਬਹੁਤ ਐਕਟਿਵਲੀ ਮਤਲਬ ਕਿ ਇਹਦੇ ਨਾਲ ਜੁੜਾਂਗੇ। ਤੇ ਮੈਨੂੰ ਨਹੀਂ ਮਤਲਬ ਜਿਵੇਂ ਮਤਲਬ ਕਿ ਅੱਜ ਨਾਰੀ ਮਤਲਬ ਕਿ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਮਾਨ ਬਖਸ਼ਿਆ ਹੈਗਾ, ਉਸੇ ਤਰੀਕੇ ਨਾਲ ਹੋਰ ਜਿਹੜੇ ਵਰਗ ਨੇ ਉਹਨਾਂ ਨੂੰ ਵੀ ਲੈ ਕੇ ਅਸੀਂ ਨਵੇਂ ਲੇਖਕਾਂ ਦੀ ਗੱਲ ਵੀ ਕਰਦੇ ਨੇ ਜਿਹੜੇ ਪਹਿਲੀ ਵਾਰੀ ਮਿੰਨੀ ਕਹਾਣੀ ਲਿਖ ਰਹੇ ਨੇ ਜਾਂ ਮਤਲਬ ਕਿ ਜਿਹੜੇ ਸੀਨੀਅਰ ਨੇ ਜਾਂ ਹੋਰ ਮਤਲਬ ਕਿ ਉਹ ਸਾਰਿਆਂ ਨੂੰ ਵੱਖ-ਵੱਖ ਤਰੀਕੇ ਦੇ ਨਾਲ ਆਪਾਂ ਉਹਦੇ ਨਾਲ ਜੋੜਦੇ ਰਹਾਂਗੇ। ਸਾਰਿਆਂ ਦਾ ਇੱਕ ਵਾਰੀ ਫਿਰ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਡਾਕਟਰ ਦੀਪਤੀ ਜੀ, ਜਿਨ੍ਹਾਂ ਨੇ ਮਿੰਨੀ ਕਹਾਣੀ ਦੇ ਵਿਧੀ ਵਿਧਾਨ ਨੂੰ ਲੈ ਕੇ ਕਾਫੀ ਸਾਰੀ ਗੱਲਾਂ ਕੀਤੀਆਂ। ਇੱਕ ਦੋ ਮੇਨ ਗੱਲਾਂ ਜੋ ਸਾਹਮਣੇ ਸਪਸ਼ਟ ਕੀਤੀਆਂ, ਘਟਨਾ ਦਾ ਜਿਹੜਾ ਹੂਬਹੂ ਵਰਣਨ ਹੈ ਉਹ ਮਿੰਨੀ ਕਹਾਣੀ ਨਹੀਂ ਹੈ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿਹੜੀ ਮਿੰਨੀ ਕਹਾਣੀ ਹੈ ਉਹ ਜੀਵਨ ਦੇ ਜਿਹੜੇ ਸੂਖਮ ਵਰਤਾਰੇ ਨੇ ਜਾਂ ਕੋਈ ਅਕਹਿਰੀ ਘਟਨਾ ਹੈ ਉਸ ਨੂੰ ਮਤਲਬ ਪੇਸ਼ ਕਰਦੀ ਹੈਗੀ ਹੈ। ਜੇਕਰ ਬਹੁਤ ਸਾਰੀਆਂ ਘਟਨਾਵਾਂ ਹੋ ਜਾਂਦੀਆਂ ਨੇ ਜਾਂ ਜਿੰਨੇ ਮਤਲਬ ਜਿਹੜੀ ਰਚਨਾ ਤੋਂ ਆਪਾਂ ਨੂੰ ਲੱਗਦਾ ਹੈ ਵੀ ਇਸ ਦੇ ਉੱਪਰ ਕਹਾਣੀ ਸਿਰਜੀ ਜਾ ਸਕਦੀ ਹੈ
ਤਾਂ ਉਹ ਮਿੰਨੀ ਕਹਾਣੀ ਨਹੀਂ ਹੋ ਸਕਦੀ। ਮਿੰਨੀ ਕਹਾਣੀ ਤੇ ਕਹਾਣੀ ਨੂੰ ਲੈ ਕੇ ਸਾਡੇ ਲੇਖਕਾਂ ਦੇ ਵਿੱਚ ਵੀ ਬਹੁਤ ਸਾਰੇ ਮਤਲਬ ਭ੍ਰਾਂਤੀਆਂ ਕਹਿ ਲਓ ਜਾਂ ਬਹੁਤ ਸਾਰੀਆਂ ਧਾਰਨਾਵਾਂ ਨੇ। ਡਾਕਟਰ ਸਾਹਿਬ ਨੇ ਸਪਸ਼ਟ ਕੀਤਾ ਵੀ ਜਿਹੜੀ ਮਿੰਨੀ ਕਹਾਣੀ ਆ ਉਹ ਕਹਾਣੀ ਦਾ ਸੰਖੇਪ ਰੂਪ ਨਹੀਂ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਲੇਖਕ ਨੇ ਉਹ ਜਦੋਂ ਰਚਨਾ ਲਿਖਦੇ ਨੇ ਉਹ ਮਿੰਨੀ ਕਹਾਣੀ ਦੇ ਵਿਧੀ ਵਿਧਾਨ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਹੁੰਦੇ, ਪਰ ਉਹਨਾਂ ਦੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਹੈ ਵੀ ਆਪਾਂ ਮਿੰਨੀ ਕਹਾਣੀ ਲਿਖਣੀ ਹੈਗੀ ਹੈ। ਕਿਉਂਕਿ ਮਿੰਨੀ ਕਹਾਣੀ ਦਾ ਜਦੋਂ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਤਾਂ ਉਹ ਕਹਾਣੀ ਨੂੰ ਹੀ ਛੋਟੀ ਕਰ ਦਿੰਦੇ ਨੇ, ਉਹਨੂੰ ਸੰਖੇਪ ਕਰ ਦਿੰਦੇ ਨੇ, ਜਦੋਂ ਕਿ ਅਜਿਹੀ ਗੱਲ ਨਹੀਂ ਹੈ। ਮਿੰਨੀ ਕਹਾਣੀ ਇੱਕ ਵੱਖਰੀ ਵਿਧਾ ਹੈ ਜਿਸ ਨੂੰ ਜੋ ਅੱਜ ਤੱਕ ਮਤਲਬ ਮਿੰਨੀ ਕਹਾਣੀ ਲਿਖੀ ਜਾ ਚੁੱਕੀ ਹੈ, ਆਪਾਂ ਨੂੰ ਉਸ ਦਾ ਅਧਿਐਨ ਵੀ ਕਰਨਾ ਚਾਹੀਦਾ ਹੈ। ਡਾਕਟਰ ਦੀਪਾ ਕੁਮਾਰ ਜੀ ਨੇ, ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਨੇ ਵੱਖੋ ਵੱਖਰੇ ਪਹਿਲੂਆਂ ਨੂੰ ਲੈ ਕੇ ਇਹ ਜੋ ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਨੇ ਇਹਨਾਂ ਦੇ ਉੱਪਰ ਗੱਲਬਾਤ ਕੀਤੀ। ਕਿਉਂਕਿ ਅਸੀਂ ਹੁਣ ਜੋ ਇਹ ਸੈਮੀਨਾਰ ਸੀ ਇਹਦੇ ਵਿੱਚ ਅਸੀਂ ਦੁਬਾਰਾ ਫਿਰ ਜੁੜ ਚੁੱਕੇ, ਸਾਡੇ ਕੋਲ 5-7 ਮਿੰਟ ਹੈਗੇ ਨੇ, ਤਾਂ ਮੇਰੇ ਨਾਲ ਇਸ ਸਮਾਗਮ ਦੇ ਵਿੱਚ ਡਾਕਟਰ ਨੈਬ ਸਿੰਘ ਮੰਡੇਰ ਹੋਰੀ ਤੇ ਵਿਕਰਮਜੀਤ ਨੂਰ ਹੋਰੀ ਵੀ ਜੁੜੇ ਹੋਏ ਨੇ। ਮੈਂ ਬੇਨਤੀ ਕਰਾਂਗਾ ਸਭ ਤੋਂ ਪਹਿਲਾਂ ਡਾਕਟਰ ਨੈਬ ਮੰਡੇਰ ਜੀ ਨੂੰ ਕਿ ਇੱਕ ਦੋ ਮਿੰਟਾਂ ਦੇ ਲਈ ਉਹ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨ। ਡਾਕਟਰ ਨੈਬ ਮੰਡੇਰ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਪਰਮ ਸਤਿਕਾਰਯੋਗ ਸਮੂਹ ਹਾਜ਼ਰੀਨ, ਅੱਜ ਦੀਆਂ ਪੜ੍ਹੀਆਂ ਗਈਆਂ 9 ਮਿੰਨੀ ਕਹਾਣੀਆਂ ਦੇ ਉੱਤੇ ਵਿਸ਼ੇ ਪੱਖ ਤੋਂ ਅਤੇ ਰੂਪਕ ਪੱਖ ਤੋਂ ਜਾਂ ਮਿੰਨੀ ਕਹਾਣੀ ਹੈ ਵੀ ਕਿ ਨਹੀਂ, ਡਾਕਟਰ ਦੀਪਤੀ ਜੀ ਨੇ ਬੜਾ ਸਪਸ਼ਟ ਕੀਤਾ ਹੈ, ਔਰ ਵਿਸ਼ੇ ਪੱਖ ਤੋਂ ਡਾਕਟਰ ਦੀਪਾ ਕੁਮਾਰ ਜੀ ਨੇ ਬਹੁਤ ਹੀ ਅੰਦਰਲੀਆਂ ਗੱਲਾਂ, ਵਿਸ਼ੇ ਦੇ ਅੰਦਰ ਕੀ ਪਿਆ ਹੈ ਉਹ ਸਪਸ਼ਟ ਕੀਤਾ ਹੈ। ਜਦੋਂ ਤੱਕ ਮਿੰਨੀ ਕਹਾਣੀ ਦੇ ਵਿਧੀ ਵਿਧਾਨ ਬਾਰੇ ਜਿਵੇਂ ਤੁਸੀਂ ਦੱਸਿਆ ਹੈ ਸਮਝ ਨਹੀਂ ਹੋਏਗੀ ਤਾਂ ਉਸ ਵਿਧਾ ਦੇ ਨਾਲ ਉਹਨਾਂ ਨਿਆਂ ਅਸੀਂ ਨਹੀਂ ਕਰ ਸਕਦੇ। ਸੱਚਮੁੱਚ ਹੀ ਇਹ ਵਰਕਸ਼ਾਪ ਹੈ, ਇਹਦੇ ਉੱਤੇ ਇਹ ਨਹੀਂ ਵੀ ਆਪਾਂ ਕੋਈ ਮੁਕਾਬਲਾ ਰੱਖਿਆ ਵੀ ਕੋਈ ਫਸਟ ਹੈ ਕੋਈ ਸੈਕਿੰਡ ਹੈ ਜਾਂ ਕਿਸੇ ਦੀ ਮਿੰਨੀ ਕਹਾਣੀ ਹੈ ਨਹੀਂ ਵੀ ਉਹ ਕਹਾਣੀ ਹੈ। ਤੇ ਇਹ ਵਰਕਸ਼ਾਪ ਦੇ ਵਿੱਚ ਹੀ ਸਮਝ ਆਉਂਦੀ ਹੈ ਕਿ ਕਿਸੇ ਵੀ ਵਿਧਾ ਦੇ ਉੱਤੇ ਜਦੋਂ ਗੱਲ ਕਰਨੀ ਹੈ ਉਸ ਦਾ ਵਿਧੀ ਵਿਧਾਨ ਸਾਨੂੰ ਸਮਝ ਆਉਣਾ ਚਾਹੀਦਾ ਹੈ। ਵੀ ਜਿਵੇਂ ਮਿੰਨੀ ਹੋਵੇ, ਅਕਹਿਰੀ ਪਰਤ ਦੀ ਹੋਵੇ, ਛਿਨ ਪਲ ਦੀ ਘਟਨਾ ਦਾ ਜਦੋਂ ਸਿਰਜਕ ਨੇ ਉਹਨੂੰ ਕਥਾਨਕ ਬਣਾਉਣਾ ਹੈ ਤਾਂ ਉਹਦੇ ਵਿੱਚ ਉਹਦੀ ਸਮਝ ਹੋਵੇ ਤੇ ਉਹਦੇ ਵਿੱਚ ਕਹਾਣੀ ਜ਼ਰੂਰ ਹੋਵੇ। ਇਹ ਗੱਲਾਂ ਸਪਸ਼ਟ ਹੋਈਆਂ ਨੇ। ਮੈਂ ਇੰਨਾ ਕੀ ਕਹਾਂਗਾ ਕਿ ਇੱਕ ਵਰਕਸ਼ਾਪ ਹੈ, ਬਹੁਤ ਸ਼ਾਨਦਾਰ, ਸਾਰੇ ਪੇਸ਼ਕਾਰੀ ਸਾਰਿਆਂ ਦੀ ਬਹੁਤ ਵਧੀਆ ਸੀ। ਔਰ ਬਾਕੀ ਗੱਲਾਂ ਜਿਹੜੀਆਂ ਟਿੱਪਣੀਕਾਰ ਸਾਡੇ ਡਾਕਟਰ ਦੀਪਤੀ ਜੀ ਹੋਰਾਂ ਨੇ ਸਪਸ਼ਟ ਕੀਤੀਆਂ ਨੇ ਗੱਲਾਂ, ਉਹ ਸਾਨੂੰ ਮੇਰੇ ਖਿਆਲ ਸਾਰਿਆਂ ਨੂੰ ਸਮਝਣੀਆਂ ਚਾਹੀਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ ਡਾਕਟਰ ਮੰਡੇਰ ਹੋਰਾਂ ਦਾ, ਜਿਨ੍ਹਾਂ ਨੇ ਸੰਖੇਪ ਦੇ ਵਿੱਚ ਆਪਣੀ ਗੱਲਬਾਤ ਰੱਖੀ। ਹਾਂਜੀ, ਤੇ ਸਾਡੇ ਅੱਜ ਦੇ ਸਮਾਗਮ ਦੇ ਵਿੱਚ ਸਾਡੇ ਨਾਲ ਮਿੰਨੀ ਕਹਾਣੀ ਲੇਖ ਮੰਚ ਨਾਲ ਜੁੜੇ ਬਹੁਤ ਸਾਰੇ ਸੱਜਣ, ਐਡਵੋਕੇਟ ਗੁਰਸੇਵਕ ਕਰੋੜਕੀ ਜੀ ਤੇ ਹੋਰ ਸੱਜਣ ਵੀ ਜੁੜੇ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਖਰ ਦੇ ਵਿੱਚ ਮੈਂ ਮਹਿੰਦਰਪਾਲ ਮਹਿੰਦਾ ਜੀ ਜੋ ਸਾਡਾ ਇਸ ਸਮਾਗਮ ਦਾ, ਇਸ ਸੈਮੀਨਾਰ ਦਾ ਤਕਨੀਕੀ ਸਹਿਯੋਗ ਵੀ ਦੇ ਰਹੇ ਨੇ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਮਿੰਨੀ ਕਹਾਣੀ ਵਿਕਾਸ ਮੰਚ ਬਰੇਟਾ ਵੱਲੋਂ ਸਾਰੇ ਹੀ ਵਿਦਵਾਨਾਂ ਦਾ, ਲੇਖਕਾਂ ਦਾ ਧੰਨਵਾਦ ਕਰਨ। ਮਹਿੰਦਰਪਾਲ ਮਹਿੰਦਾ ਜੀ। ਜਗਦੀਸ਼ ਜੀ ਬਹੁਤ ਬਹੁਤ ਧੰਨਵਾਦ। ਤੇ ਅੱਜ ਦਾ ਜੋ ਵਿਸ਼ੇਸ਼ ਨਾਰੀ ਸਾਡਾ ਪ੍ਰੋਗਰਾਮ ਹੈਗਾ ਸੀਗਾ, ਬਹੁਤ ਹੀ ਵਧੀਆ ਸੀਗਾ। ਬਹੁਤ ਕੁਛ ਸਾਡੇ ਵਰਗੇ ਨਵੇਂ ਲੇਖਕਾਂ ਲਈ ਸਿੱਖਣ ਲਈ ਬਹੁਤ ਕੁਝ ਸਾਨੂੰ ਮਿਲਿਆ ਇਸ ਤੋਂ। ਤੇ ਮੈਂ ਸਾਰੇ ਹੀ ਵਿਦਵਾਨਾਂ ਦਾ, ਲੇਖਕਾਂ ਦਾ, ਡਾਕਟਰ ਦੀਪਾ ਕੁਮਾਰ ਜੀ, ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਵਿਕਰਮ ਨੂਰ ਜੀ, ਜਿਹੜੇ ਵੀ ਹੋਰ ਵਿਦਵਾਨ ਸਾਰੇ ਜੁੜੇ ਨੇ, ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਤੇ ਨਾਲ ਹੀ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਸਾਡਾ ਇੱਕ YouTube ਚੈਨਲ ਬਣਾਇਆ ਹੋਇਆ ਹੈ ਮਿੰਨੀ ਕਹਾਣੀ ਲੇਖਕ ਮੰਚ ਪੰਜਾਬ ਦੇ ਨਾਂ ਤੇ ਮੇਰੀ ਇੱਛਾ ਹੈ ਕਿ ਅਸੀਂ ਜਿਹੜੇ ਵੀ ਪ੍ਰੋਗਰਾਮ ਹੋਰ ਅਸੀਂ ਕਰਦੇ ਹਾਂ, ਤਿਮਾਹੀ ਪ੍ਰੋਗਰਾਮ ਕਰਦੇ ਹਾਂ ਜਾਂ ਸਾਲਾਨਾ ਪ੍ਰੋਗਰਾਮ ਅਸੀਂ ਕਰਦੇ ਹਾਂ, ਵੀ ਅਸੀਂ ਉਹਨਾਂ ਨੂੰ ਲਾਈਵ ਪੇਸ਼ ਕਰ ਸਕੀਏ। ਤੇ ਉਹਦੇ ਲਈ ਥੋੜਾ ਜਿਹਾ ਸਾਨੂੰ ਵੱਧ ਸਬਸਕ੍ਰਾਈਬਰਸ ਦੀ ਜ਼ਰੂਰਤ ਹੈ। ਤੇ ਉਸ ਨੂੰ ਮਤਲਬ ਕਿ ਚੈਨਲ ਨੂੰ, ਆਪਣੇ ਇਸ ਚੈਨਲ ਨੂੰ ਸਾਰੇ ਵਿਦਵਾਨਾਂ ਦੁਆਰਾ, ਲੇਖਕਾਂ ਦੁਆਰਾ ਜਾਂ ਹੋਰ ਆਪਣੇ ਦੋਸਤ ਮਿੱਤਰਾਂ ਦੁਆਰਾ ਸਬਸਕ੍ਰਾਈਬ ਜ਼ਰੂਰ ਕਰਵਾਇਆ ਜਾਵੇ। ਬਾਕੀ ਮੈਂ ਸਾਹਿਤ ਮੰਚ ਬਰੇਟਾ ਵੱਲੋਂ ਸਾਰੇ ਹੀ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਸ਼ੁਕਰੀਆ ਜੀ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਮਹਿੰਦਰਪਾਲ ਜੀ, ਜਿਨ੍ਹਾਂ ਨੇ ਬੇਨਤੀ ਵੀ ਕੀਤੀ ਹੈ। ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਕਿ ਜੋ ਸਾਡਾ ਮੰਚ ਦਾ ਚੈਨਲ ਹੈ, YouTube ਚੈਨਲ, ਤਾਂ ਕਿ ਅਸੀਂ ਇਸ ਨੂੰ ਸਾਰੇ ਪ੍ਰੋਗਰਾਮਾਂ ਨੂੰ ਲਾਈਵ ਟੈਲੀਕਾਸਟ ਕਰ ਸਕੀਏ, ਉਸ ਨੂੰ ਵੱਧ ਤੋਂ ਵੱਧ ਲਾਈਕ ਮਤਲਬ ਕਰਵਾਇਆ ਜਾਵੇ।
ਜਿਵੇਂ ਕਿ ਮਹਿੰਦਰਪਾਲ ਜੀ ਨੇ ਦੱਸਿਆ ਹੈ। ਆਸ ਹੈ ਵੀ ਸਾਰੇ ਹੀ ਵਿਦਵਾਨ ਦੋਸਤ ਇਸ ਦੇ ਲਈ ਸਹਿਯੋਗ ਕਰਨਗੇ। ਆਉਣ ਵਾਲੇ ਦਿਨਾਂ ਦੇ ਲਈ ਅਸੀਂ ਫਿਰ ਜੋ ਸਾਡੇ ਨਵ ਲੇਖਕ ਜਿਵੇਂ ਡਾਕਟਰ ਦੀਪਤੀ ਹੋਰਾਂ ਨੇ ਦੱਸਿਆ ਹੈ, ਨਵ ਲੇਖਕ ਮਿੰਨੀ ਕਹਾਣੀ ਦਰਬਾਰ, ਇਸੇ ਤਰ੍ਹਾਂ ਜੋ ਮਾਡਲ ਮਿੰਨੀ ਕਹਾਣੀਆਂ ਦਾ ਬੇਸ਼ੱਕ ਪਹਿਲਾਂ ਲੋਕ ਚੇਤਨਾ ਮੰਚ ਵੱਲੋਂ ਕਰਵਾਇਆ ਜਾ ਚੁੱਕਿਆ ਹੈ। ਇੱਕ ਇਸ ਮੰਚ ਵੱਲੋਂ ਵੀ ਸਾਡਾ ਵਿਚਾਰ ਹੈ ਵੀ ਜੋ ਸੀਨੀਅਰ ਲੇਖਕ ਨੇ ਉਹਨਾਂ ਦੀਆਂ ਜਿਹੜੀਆਂ ਮਾਡਲ ਮਿੰਨੀ ਕਹਾਣੀਆਂ ਨੇ ਉਹਨਾਂ ਦਾ ਇੱਕ ਮਿੰਨੀ ਕਹਾਣੀ ਦਰਬਾਰ ਕਰਵਾਇਆ ਜਾਵੇ। ਇਸੇ ਤਰ੍ਹਾਂ ਜੋ ਚਰਚਿਤ ਮਿੰਨੀ ਕਹਾਣੀ ਲੇਖਕ ਨੇ ਉਹਨਾਂ ਨੂੰ ਲੈ ਕੇ ਵੀ ਇੱਕ ਮਿੰਨੀ ਕਹਾਣੀ ਦਰਬਾਰ ਕਰਨ ਦਾ ਸਾਡਾ ਵਿਚਾਰ ਹੈ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਅਸੀਂ ਜਲਦੀ ਹੀ ਇਹਨਾਂ ਦੀ ਰੂਪਰੇਖਾ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਤੋਂ ਇਲਾਵਾ ਸਾਡੇ ਮੰਚ ਵੱਲੋਂ ਜੋ ਸਾਡਾ ਤਿਮਾਹੀ ਪ੍ਰੋਗਰਾਮ ਹੈ ਇਸ ਵਾਰ, ਉਹ 16 ਜਨਵਰੀ ਨੂੰ ਅਬੋਹਰ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਲੇਖਕਾਂ ਦੇ ਸਾਡੇ ਕੋਲ ਰਚਨਾਵਾਂ ਆ ਗਈਆਂ ਨੇ। ਜੋ ਲੇਖਕ ਸ਼ਾਮਲ ਹੋਣਾ ਚਾਹੁੰਦੇ ਨੇ ਤਾਂ ਉਹ ਸਾਡੇ ਨਾਲ ਗੱਲ ਕਰ ਸਕਦੇ ਹਨ ਇਸ ਦੀ ਸ਼ਮੂਲੀਅਤ ਵਾਸਤੇ। ਅੱਜ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਏ ਸਾਰੇ ਹੀ ਲੇਖਕਾਂ ਦਾ, ਲੇਖਿਕਾਵਾਂ ਦਾ, ਪਾਠਕਾਂ ਦਾ, ਸਰੋਤਿਆਂ ਦਾ, ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ।